ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਹੈ ਜੀ ਇਹ ਪ੍ਰਾਈਮ ਫੋਕਸ ਤੇ ਖਬਰਾਂ ਦੇ ਉੱਪਰ ਗੱਲਬਾਤ ਅਸੀਂ ਰੋਜ਼ ਕਰਦੇ ਹਾਂ। ਨਾਲ ਜਿਹੜੀਆਂ ਕੁਝ ਹੋਰ ਗੱਲਾਂ ਕਰ ਲਈਦੀਆਂ, ਜ਼ਿਆਦਾ ਕਰਕੇ ਇਹਦੇ ਪਰਿਵਾਰ ਦੇ ਮੈਂਬਰ ਇਹੀ ਕਹਿੰਦੇ ਵੀ ਠੀਕ ਲੱਗਦੀਆਂ, ਪਰ ਫਿਰ ਵਿੱਚ ਇਹ ਵੀ ਬੰਦੇ ਕਹਿੰਦੇ ਆ ਜੀ ਨਹੀਂ ਭਾਜੀ ਖਬਰਾਂ ਦੀ ਗੱਲ ਕਰਿਆ ਕਰੋ, ਬਾਕੀ ਗੱਲਾਂ ਨਹੀਂ ਆਪਾਂ ਸੁਣਨੀਆਂ। ਚਲੋ ਠੀਕ ਹੈ ਜੀ, ਇਹ ਵੀ ਮੰਨ ਲੈਂਦੇ ਹਾਂ। ਕੀ ਹਾਲ ਨੇ ਬਾਟ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਬੱਲੇ ਬੱਲੇ ਆ। ਮੈਂ ਕਿਹਾ ਵੀ ਇਹਦੇ 'ਤੇ ਕੀ ਵਿਚਾਰ ਫਿਰ ਤੁਸੀਂ ਦਿਓਗੇ, ਦੱਸੋ। ਹੁਣ ਸੰਧਾਲੀਆ ਸਾਹਿਬ ਸਾਰਿਆਂ ਨੂੰ ਤਾਂ ਖੁਸ਼ ਨਹੀਂ ਕੀਤਾ, ਜੇ ਸਾਰਿਆਂ ਨੂੰ ਤਾਂ ਕੀ ਖੁਸ਼ ਕਰਨਾ। ਤੁਸੀਂ ਸਾਰੀ ਦਿਹਾੜੀ 'ਚ 4 ਵਾਰੀ ਖੁਸ਼ ਹੋਏ ਨੇ, 4 ਵਾਰੀ ਗੁੱਸੇ ਹੋਏ ਨੇ। ਜਾਣੀ ਵੇਖੋ 50% ਦੀ ਰੇਸ਼ੋ ਚੱਲ ਰਹੀ, 33% ਵਾਲਾ ਪਾਸ। 33 ਵਾਲਾ ਪਾਸ ਉਤੋਂ ਤਾਂ ਕਿਤੇ ਵੱਧਦਾ ਕੰਮ। ਜਾਣੀ ਜੇ ਤਾਂ ਤੁਹਾਨੂੰ ਹੌਲੀ ਆਵਾਜ਼ ਮਾਰ ਲਓ ਫਿਰ ਤੁਸੀਂ ਕਹਿਣਾ ਤੇਰੇ ਤੋਂ ਬੋਲ ਨਹੀਂ ਹੁੰਦਾ, ਜੇ ਉੱਚੀ ਆਵਾਜ਼ ਮਾਰ ਲਓ ਮੈਂ ਬੋਲਾਂ। ਨਹੀਂ ਦੇਖੋ ਗੱਲ ਤਾਂ ਇਹੋ ਹੀ ਹੁੰਦੀ ਨਾ ਵੀ ਜਦੋਂ ਐਵੇਂ ਹੀ ਸਿੰਘ ਫਸਾਉਣ ਨੂੰ ਕਿਸੇ ਗੱਲੋਂ ਫਸਾਈ ਜਾਂਦੇ ਰਹਿੰਦੇ। ਹੁਣ ਇਹ ਚੀਜ਼ ਮੈਨੂੰ ਲੱਗਦਾ ਵੀ ਇਹ ਵੀ ਡਿਬੇਟ ਦਾ ਵਿਸ਼ਾ ਬਣ ਗਈ ਵੀ ਕੀ ਜਿਹੜਾ ਮਤਲਬ ਕਹਿ ਲਓ ਕਿ ਵੀ ਖਬਰਾਂ ਵਾਲਾ ਕੰਮ ਆ ਉਹੋ ਹੀ ਹਰ ਵੇਲੇ ਰਹਿ ਗਿਆ ਵੀ ਹਰ ਵੇਲੇ ਖਬਰ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜੇ ਖਬਰਾਂ ਵਾਲੀ ਗੱਲ ਹੀ ਹੁੰਦੀ ਤੇ ਉਹ ਪਹਿਲਾ ਜਿਹੜਾ ਟਰੈਂਡ ਆਪਾਂ ਦੇਖਦੇ ਹੁੰਦੇ ਵੀ 7 ਵਾਲੀਆਂ ਸ਼ਾਮ ਜਿਹਨੂੰ ਖਬਰਾਂ ਆਉਂਦੀਆਂ ਹੁੰਦੀਆਂ ਸੀ, ਉਹ ਤਾਂ ਫਿਰ 13 ਕੁ ਮਿੰਟਾਂ 14 ਕੁ ਮਿੰਟਾਂ ਸੁਣਾ ਕੇ ਰਮਨ ਕੁਮਾਰ ਹੋਰੀ ਚਲੇ ਜਾਂਦੇ ਹੁੰਦੇ ਤੇ ਬਾਪੂ ਹੋਰੀ ਸੁਣ ਹੀ ਲੈਂਦੇ। ਉਹਨਾਂ ਚਿਰ 'ਚ ਰੋਟੀ ਖਾਧੇ ਨੇ, ਉਹਨਾਂ ਚਿਰ 'ਚ ਖਬਰਾਂ ਨਿਬੜ ਜਾਣੀਆਂ। ਜੇ ਬੱਤੀ ਨਾ ਜਾਵੇ ਤਾਂ ਉਧਰੋਂ ਟੀਵੀ ਬੰਦ ਹੋ ਜਾਣਾ, ਉਧਰੋਂ ਘਰ ਵਾਲੇ ਭਾਂਡੇ ਚੱਕ ਲੈਣੇ। ਹੈ ਨਾ। ਸੋ ਮਤਲਬ ਉਦੋਂ ਬਾਅਦ ਬਾਪੂ ਨੂੰ ਪੁੱਛਣਾ ਵੀ ਹਾਂ ਬਾਪੂ ਕੀ ਦੱਸਿਆ ਅੱਜ ਖਬਰਾਂ। ਉਹ ਕਹਿੰਦੇ ਹੀ ਨਹੀਂ ਕਿਹਾ ਕੋਈ। ਮੁੜ ਕੇ ਫਿਰ ਇੱਧਰ 2 ਗਰਾਂ ਚਮਚੇ ਖੜਕਾ ਤੇ ਫਿਰ ਤੇਰੀ ਬੀਬੀ ਨੇ ਆਵਾਜ਼ ਮਾਰ ਲਈ ਆ। ਇੱਕ ਇੱਧਰ ਆ ਨਿੱਕਾ ਨਹੀਂ ਉਹ ਸਿਰ ਖਾਣੋਂ ਹਟਦਾ, ਗੱਲ ਸੁਣ ਥੋੜ੍ਹਾ ਦਿੰਦੇ ਤੁਸੀਂ ਕਿਸੇ ਦੀ, ਹੈ ਨਾ। ਇਹ ਵੀ ਹੁੰਦਾ ਸੀ ਨਾ ਉਦੋਂ ਕਿ ਨਾਲ ਹੀ ਖਬਰਾਂ ਤੋਂ ਬਾਅਦ ਜਦੋਂ ਕੋਈ ਗਾਉਣ ਪਾਣੀ ਦਾ ਪ੍ਰੋਗਰਾਮ ਮੰਨ ਲਓ ਚਿੱਤਰਹਾਰ ਹੀ ਚੱਲ ਪਿਆ ਤੇ ਨਾਲ ਹੀ ਉਹ ਬਜ਼ੁਰਗਾਂ ਨੇ ਉੱਠ ਕੇ ਤੁਰ ਪੈਣਾ, ਦੁੱਧ ਫਿਰ ਮੈਨੂੰ ਬਾਹਰ ਹੀ ਫੜਾ ਦਿਓ ਮੰਜੇ ਕੋਲ, ਹੈ ਨਾ। ਸੋ ਗੱਲ ਇਹ ਆ ਤੇ ਬਾਹਰੋਂ ਬੈਠੇ ਹੋ ਇਹਨੂੰ ਹੌਲੀ ਕਰ ਲਓ, ਸਾਰੇ ਪਿੰਡ ਨੂੰ ਸੁਣਾਇਆ ਤੁਸੀਂ। ਇਹਦੀ ਕੀ ਗੱਲ, ਆਵਾਜ਼ ਹੌਲੀ ਨਹੀਂ ਹੁੰਦੀ, ਇਹ ਇੰਨਾ ਉੱਚੀ ਚਲਾਉਣਾ ਜ਼ਰੂਰੀ। ਸੰਧਾਲੀਆ ਸਾਹਿਬ ਇਹਨਾਂ ਦਿਨਾਂ 'ਚ ਨਾ ਜਦੋਂ ਗਰਮੀ ਪੂਰੀ ਹੁੰਦੀ ਸੀ, ਜਦੋਂ ਫਰਾਟੇ ਪੱਖੇ ਨਵੇਂ ਆਏ ਆ, ਆਵਾਜ਼ ਬੜੀ ਉਹਨਾਂ ਦੀ। ਟੀਵੀ ਵੀ ਪਹਿਲਾਂ ਤਾਂ ਇੱਕ ਜਗਾੜ ਜੀ ਤਾਰ ਕਰਕੇ ਉਹਦੇ ਐਕਸਟੈਂਸ਼ਨ ਵਾਇਰ ਜਿਹਨੂੰ ਤੁਸੀਂ ਕਹਿੰਦੇ ਹੋ ਅੱਜ ਕੱਲ੍ਹ ਨਾ, ਕਿ ਅੱਜ ਕੱਲ੍ਹ ਤਾਂ ਬੜੀ ਇੱਦਾਂ ਕਰਕੇ ਆਉਂਦੀ ਹੈ, ਉਹ ਜਗਾੜ ਜਿਹਾ ਕਰਕੇ 4 ਥਾਵਾਂ ਦੇ ਉੱਤੇ ਟੇਪਾਂ ਲਪੇਟ ਕੇ ਉਹ ਐਕਸਟੈਂਸ਼ਨ ਵਾਇਰ ਬਣਾਉਣੀ, ਫਿਰ ਪੱਖੇ ਤੋਂ ਥੋੜ੍ਹਾ ਜਿਹਾ ਗਾਂਹ ਕਰਕੇ ਸਟੂਲ ਦੇ ਉੱਤੇ ਰੱਖ ਕੇ ਛੋਟਾ ਟੀਵੀ ਲਾਉਣਾ, ਫਿਰ ਪੱਖੇ ਦੀ ਆਵਾਜ਼ ਦੇ ਵਿੱਚ ਉਹਦੀ ਆਵਾਜ਼ ਚੱਕਣੀ ਪੈਣੀ। ਉਹ ਤਾਂ ਮਸਾਂ ਸੁਣਨੀ, ਜਾਣੀ ਪੂਰਾ ਜ਼ੋਰ ਲਾ ਕੇ ਸੁਣਨੀ ਕਿ ਭਾਈ ਉਹ ਕਹਿੰਦੇ ਕੀ ਆ। ਫਿਲਮ ਜਦੋਂ ਦੇਖਣੀ ਕਿਤੇ ਤੇ ਬਾਹਰ ਕੰਧ ਤੋਂ ਬਾਹਰ ਵਾਲੇ ਪਾਸਿਆਂ ਨੂੰ ਐਨ ਸਹੀ ਸੁਣਦੇ ਹੁੰਦੇ, ਉਹ ਕਹਿੰਦੇ ਯਾਰ ਇਹ ਖਰੇ ਬੋਲੇ ਹੋ ਗਿਆ ਸਾਰਾ। ਨਹੀਂ ਇਹ ਗੱਲ ਹੈਗੀ ਖੈਰ, ਪਰ ਚਲੋ ਮੈਨੂੰ ਲੱਗਦਾ ਹੁੰਦਾ ਵੀ ਉਹ ਫਿਰ ਵੀ ਠੀਕ ਸੀ ਕੰਮ। ਪਤਾ ਕਿਉਂ? ਉਹਦੇ 'ਚ ਇਹ ਸੀ ਵੀ ਮੋਬਾਇਲ ਹੈ ਨਹੀਂ ਸੀ, ਤੇ ਜੇ ਸ਼ਾਮ ਨੂੰ ਬੰਦਾ ਬੈਠਾ ਤੇ ਉਹ ਜਿਹੜੀ 4 ਦੀਵਾਰੀ ਹੈ ਨਾ ਉਹਦੇ ਵਿੱਚ ਜਿਹੜੇ 4 ਜੀ ਬੈਠੇ ਉਹਨਾਂ 'ਚ ਹੀ ਸੀ, ਉਹ ਉਦੋਂ ਬਾਹਰ ਨਹੀਂ ਸੀ। ਜੇ ਮੰਨ ਲਓ ਟੈਲੀਵਿਜ਼ਨ 'ਤੇ ਕੁਛ ਚੱਲੀ ਵੀ ਜਾਂਦਾ ਤੇ ਪਤਾ ਹੈ ਵੀ ਯਾਰ ਇਹ ਇਹਨਾਂ ਦੀ ਦੁਨੀਆ ਅਲੱਗ ਆ, ਆਪਾਂ ਨਾ ਇਹਨਾਂ 'ਚ ਐਂਟਰ ਕਰ ਸਕਦੇ ਨਾ ਇਹਨਾਂ ਨੇ ਬਾਹਰ ਆਉਣਾ। ਹੁਣ ਜਿਹੜਾ ਮੋਬਾਇਲ ਵਾਲੀ ਦੁਨੀਆ ਉਹ ਤਾਂ ਤੁਸੀਂ ਵੇਖੋ ਵੀ ਆਪਾਂ ਵਿਹੜੇ 'ਚ ਬਹਿ ਵੀ ਜਾਈਏ ਮੰਨ ਲਓ ਸ਼ਾਮ ਨੂੰ, ਤਾਂ ਵੀ 5-7 ਮਿੰਟ ਬੰਦਾ ਗੱਲਬਾਤ ਕਰਦਾ। ਇੱਕ ਅੱਧੇ ਦਾ ਉਦੋਂ ਟੜਿੰਗ ਹੋਣਾ, ਉਹਨੇ ਚੁੱਕ ਕੇ ਵੇਖਣ ਲੱਗ ਪੈਣਾ, ਉਹਦੇ ਵੱਲ ਵੇਖ ਕੇ ਦੂਜੇ ਨੇ। ਮੋਬਾਇਲ ਵੇਖਣਾ ਵੀ ਅੱਜ ਕੱਲ੍ਹ ਉਹ ਮਤਲਬ ਜਿੱਦਾਂ ਵਾਸੀ ਮਾਰਨ ਵਾਲਾ ਕੰਮ ਨਹੀਂ ਹੁੰਦਾ ਵੀ ਇੱਕ ਨੇ ਮਾਰੀ ਚੱਲ ਨਾਲ ਦੂਜਾ, ਫਿਰ ਦੂਜਾ। ਉਹ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਵਾਲੀ ਗੱਲ ਮਤਲਬ ਦੂਰ ਹੋ ਗਿਆ। ਅੱਜ ਕੱਲ੍ਹ ਮੋਬਾਇਲ ਨੂੰ ਵੇਖ ਕੇ ਹਰੇਕ ਮੋਬਾਇਲ ਫੜ ਲੈਂਦਾ। ਸੰਧਾਲੀਆ ਸਾਹਿਬ ਬੜੀ ਅਜੀਬ ਸਥਿਤੀ ਪੈਦਾ ਹੋ ਗਈ। ਮੈਂ ਜਾਣੀ ਇੱਕ ਦੇ ਮੋਬਾਈਲ ਦੀ ਘੰਟੀ ਵੱਜੇ, ਜਾਣੀ ਉਧਰ ਬੀਬੀ ਆਵਾਜ਼ਾਂ ਮਾਰਦੀ ਰਹੇ, ਪਾਪਾ ਆਵਾਜ਼ਾਂ ਮਾਰਦਾ ਰਹੇ, ਭੈਣ ਭਰਾ ਕੋਈ ਆਵਾਜ਼ਾਂ ਮਾਰਦਾ ਹੋਵੇ, ਉਹਦੀ ਗੱਲ ਸੁਣੀਏ ਨਾ ਸੁਣੀਏ। ਜਦੋਂ ਮੋਬਾਈਲ ਦੀ ਘੰਟੀ ਪਤਾ ਵੀ ਆ ਕਿ ਮੇਰੇ ਦੀ ਨਹੀਂ, ਫਿਰ ਵੀ ਇੱਕ ਵਾਰੀ ਚੱਕ ਆਖਿਆ ਮੈਂ ਖਰੇ ਮੇਰਾ ਵੱਜਿਆ। ਕੋਈ ਫੈਕਟਰੀ ਨਹੀਂ ਚੱਲਦੀ, ਕਿਸੇ DC ਦਾ ਫੋਨ ਨਹੀਂ ਆਉਣਾ, ਕੁਛ ਵੀ ਨਹੀਂ ਕੰਮ ਦਾ ਆਉਣਾ। ਇਹਦੇ ਬਾਵਜੂਦ ਵੀ ਮੈਂ ਤਾਂ ਆਪ ਦੀ ਦੱਸਦਾ, ਚਲੋ ਹੁਣ ਆਪਾਂ ਨੂੰ ਤਾਂ ਇਹਦੇ 'ਤੇ ਵਾਹ ਵੀ ਰਹਿੰਦਾ, ਖਬਰਾਂ ਦੇਖਣੀਆਂ, ਕੁਛ ਹੋ ਗਿਆ। ਜਾਣੀ ਕੀ ਸਥਿਤੀ ਹੈ ਕਿ ਤੁਸੀਂ ਹਰ 15-20 ਮਿੰਟਾਂ ਬਾਅਦ ਕੋਈ ਕੰਮ ਨਹੀਂ ਹੁੰਦਾ, ਤੁਹਾਡਾ ਹੱਥ ਆਪਣੇ ਆਪ ਇੱਥੇ ਜਾਂਦਾ, ਆਪਣੇ ਆਪ ਤੁਸੀਂ ਉਹ ਲੌਕ ਜਿਹਾ ਖੋਲ੍ਹ ਲੈਂਦੇ ਹੋ, ਕੋਈ ਗੱਲ ਨਹੀਂ ਹੁੰਦੀ। ਦੇਖੋ ਐਵੇਂ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਸਮਾਰਟਫੋਨ ਕਹਿੰਦੇ ਆ, ਉਦੋਂ ਨਹੀਂ ਪਤਾ ਲੱਗਦਾ ਵੀ ਇਹ ਸਮਾਰਟ ਕਿੱਦਾਂ। ਪਹਿਲਾਂ ਮੈਨੂੰ ਲੱਗਣਾ ਵੀ ਯਾਰ ਇਹ ਸਮਾਰਟ ਹੋ ਸਕਦਾ ਬੰਦੇ ਦੀ ਵਰਤੋਂ ਲਈ ਬਣਾਇਆ ਹੋਵੇ। ਹੁਣ ਐਂਡ 'ਤੇ ਮੈਨੂੰ ਪਤਾ ਲੱਗੀ ਗੱਲ ਵੀ ਇਹ ਸਮਾਰਟ ਉਹਨਾਂ ਨੇ ਬੇਸਿਕਲੀ ਕੰਪਨੀਆਂ ਦੀ ਜਾਂ ਜਿਹੜੇ ਲੋਕਾਂ ਦਾ ਕਾਰੋਬਾਰ ਇਹਦੇ ਥਰੂ ਚੱਲਦਾ ਉਹਨਾਂ ਲਈ ਬਣਾਇਆ। ਤੁਸੀਂ ਦੇਖੋ ਵੀ ਜਿਸ ਬੰਦੇ ਦਾ ਜੋ ਇੰਟਰਸਟ ਆ, ਮੰਨ ਲਓ ਵੀ ਇੱਕ ਬੰਦੇ ਦਾ ਇੰਟਰਸਟ ਆ ਵੀ ਮੈਂ ਨਾ ਯਾਰ ਕੋਈ ਬਿਲਡਿੰਗ ਬਣਦੀ ਵੇਖਣੀ, ਇੱਕ ਵੇਖ ਲਓ ਤੁਸੀਂ, ਦੂਜੀ ਵੇਖ ਲਓ, ਤੀਜੀ ਵੇਖ ਲਓ, ਉਦੋਂ ਬਾਅਦ ਤੁਹਾਨੂੰ ਲੱਭਣ ਦੀ ਲੋੜ ਨਹੀਂ ਆ। ਹਰ ਰੋਜ਼ ਉਹ ਤੁਹਾਡੇ ਲਈ ਆਪਣੇ ਆਪ ਲੱਭ ਕੇ ਵੀਡੀਓ ਲਿਆਊਗਾ ਵੀ ਇੱਥੇ ਆਹ ਬਿਲਡਿੰਗ ਬਣ ਗਈ, ਇੱਥੇ ਆਹ ਸੜਕ ਬਣ ਗਈ, ਇੱਥੇ ਇੱਦਾਂ ਬਣ ਗਿਆ, ਇੱਥੇ ਉੱਦਾਂ ਬਣ। ਵੀ ਮੈਂ ਗਾਹਕ ਭੱਜਣ ਨਹੀਂ ਦੇਣਾ, ਗਾਹਕ ਨਹੀਂ ਭੱਜਣ। ਤੁਸੀਂ ਮੰਨ ਲਓ ਵੀ ਅੱਜ ਤੁਸੀਂ ਆਖੋ ਵੀ ਕਿਸੇ ਨੇ ਆਖਿਆ ਵੀ ਬੀਬੀਆਂ ਵੇਖਣ ਲੱਗ ਪਈਆਂ ਵੀ ਫਲਾਨੀ ਡਿਸ਼ ਕਿੱਦਾਂ ਬਣਦੀ ਹੈ, ਇੱਕ ਦੇਖ ਲਈ ਉਹਨੇ, ਦੂਜੀ ਦੇਖ ਲਈ,
ਉਦੋਂ ਬਾਅਦ ਉਹਨੇ ਲਗਾਤਾਰ ਉਹੀ ਤੁਹਾਨੂੰ ਪਰੋਸੀ ਜਾਣਾ ਵੀ ਇਦਾਂ ਬਣਦੀ, ਹੁਣ ਆਹ ਡਿਸ਼ ਬਣਦੀ, ਵੇਖ ਲਓ ਹੁਣ ਆਹ ਡਿਸ਼ ਬਣਦੀ। ਉਹਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਦਾ ਕਿਹੜਾ ਗਾਹਕ ਆ। ਇਹ ਆ ਵੀ ਉਹ ਸਮਾਰਟਫੋਨ ਇੰਨਾ ਕੁ ਸਮਾਰਟ ਆ ਵੀ ਗਾਹਕ ਨਹੀਂ ਭੱਜਣ ਦੇਣਾ ਮੈਂ, ਤੇ ਆਪਾਂ ਉਹਦੇ ਇਸ ਟਰੈਪ 'ਚ ਫਸ ਜਾਂਦੇ ਹਾਂ। ਨਹੀਂ, ਚੰਗੇ ਤਰੀਕੇ ਫਸ ਜਾਂਦੇ ਆ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਮੈਨੂੰ ਐਂ ਲੱਗਦਾ ਕਿ ਅੱਜ ਇਮਾਨਦਾਰੀ ਦੇ ਨਾਲ ਤੁਸੀਂ ਆਪਦੇ, ਮੈਂ ਆਪਦੇ ਤੇ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ, ਅਸੀਂ ਆਪੋ ਆਪਣੇ ਘਰਾਂ 'ਚ ਨਜ਼ਰ ਮਾਰੀਏ। ਤੁਸੀਂ ਬਸ ਆਲੇ ਦੁਆਲੇ ਦੇਖਣਾ ਜਿੱਥੇ ਵੀ ਬੈਠੇ ਹੋ ਇਸ ਵੇਲੇ ਕਿ ਇਹਦੇ ਵਿੱਚੋਂ ਕਿੰਨਾ ਸਮਾਨ ਆ ਜਿਹੜਾ ਫੋਨ ਦੇ ਉੱਤੇ ਤੁਹਾਨੂੰ ਮਸ਼ਹੂਰੀ ਆ ਗਈ ਤੇ ਤੁਸੀਂ ਤਾਂ ਲਿਆ ਆ। ਅਦਰਵਾਈਜ਼ ਤੁਹਾਨੂੰ ਉਹਦੀ ਲੋੜ ਵੀ ਨਹੀਂ ਸੀ, ਤੁਸੀਂ ਉਹ ਮੰਗਾਉਣਾ ਵੀ ਨਹੀਂ ਸੀ, ਪਰ ਕਿਉਂਕਿ ਤੁਹਾਨੂੰ ਉਹ ਤੁਹਾਡੇ ਅੱਖਾਂ ਦੇ ਵਿੱਚ ਵਾਰ-ਵਾਰ ਦੇਈ ਜਾਂਦਾ। ਦੇਖੋ ਜੀ, ਹੁਣ ਮੰਜਾ ਆਪਾਂ ਬਾਣ ਵਾਲੇ ਮੰਜੇ ਤੇ ਸੌਂਦੇ ਸੀ, ਬਾਣ ਵਾਲੇ ਮੰਜੇ ਤੇ ਦਰੀ ਵਿਛਾ ਕੇ ਸੌਂਦੇ ਸੀ, ਕਦੇ ਕਦੇ ਫਿਰ ਤਲਾਈ ਤੇ ਆ ਗਏ, ਫਿਰ ਚਲੋ ਗੱਦੇ ਗੁੱਦੇ ਆ ਗਏ। ਹੁਣ ਮੈਂ ਕਹਿੰਦਾ ਕਿ ਤੁਸੀਂ ਇੱਕ ਵਾਰੀ ਮੰਜਾ ਉੱਤੇ ਭਰ ਦਿਓ ਬੈੱਡ, ਇਹ ਜੀ ਇੰਨੇ ਤਰ੍ਹਾਂ ਦਾ ਗੱਦੇ, ਇੰਨੇ ਤਰ੍ਹਾਂ ਦੇ ਇਹਦੇ ਜੀ ਪਿੱਛੇ ਛੰਗਣ ਲੱਗੇ, ਇਹਦੇ ਪਿੱਛੇ ਮੰਗਣ ਲੱਗੇ ਆ, ਇਹਦੇ ਪਿੱਛੇ ਜੀ ਐਂ ਆ, ਇਹਦੇ ਪਿੱਛੇ ਜੀ ਐਂ ਅਲਰਜੀ ਲਾਈ ਆ ਉਹਨਾਂ ਨੇ। ਜਾਣੀ ਤੁਹਾਨੂੰ 1700 ਤਰ੍ਹਾਂ ਦੇ ਬੈੱਡ ਆ ਜਾਣਗੇ ਉੱਥੇ। ਕਰਨਾ ਕੀ ਆ, ਤੁਸੀਂ ਸੌਣਾ ਹੈ। ਇਹ ਗੱਲ ਹੈਗੀ, ਉਹ ਚੱਕਰ ਤੇ ਹੈ ਨਾ ਵੀ ਮਾਰਕੀਟਿੰਗ ਦਾ ਤਰੀਕਾ, ਤੇ ਆਪਾਂ ਉਸ ਮਾਰਕੀਟਿੰਗ ਦੇ ਤਰੀਕੇ 'ਚ ਫਸ ਜਾਂਦੇ। ਇੱਕ ਆਪਾਂ ਹੋਰ ਬੇਨਤੀ ਕਰੀਏ ਕਿ ਇਹੀ ਇੱਕ ਕਾਰਨ ਆ ਜਿਹਦਾ ਕਰਕੇ ਹਰੇਕ ਦੇਸ਼ ਅੱਜ ਦੀ ਡੇਟ ਦੇ ਵਿੱਚ ਭੱਜਦਾ ਭਾਰਤ ਵਾਲੇ ਪਾਸੇ ਨੂੰ। ਲੀਡਰ ਵੀ ਚਲੋ ਆਪਾਂ ਨੂੰ ਸਮਝਾਉਂਦੇ ਆ, ਲੋਕਾਂ ਨੂੰ ਇਸ ਚੀਜ਼ ਦਾ ਵਹਿਮ ਹੋ ਗਿਆ ਵੀ ਭਾਰਤ ਪਤਾ ਨਹੀਂ ਕੀ ਸ਼ੈ ਆ। ਤੇ ਜੇ ਮੈਂ ਪੰਜਾਬੀ 'ਚ ਇੱਕ ਲਾਈਨ 'ਚ ਸਮਝਾਉਣਾ ਹੋਵੇ ਵੀ ਭਾਰਤ ਕੀ ਆ, ਭਾਰਤ ਇੱਕ ਮੰਡੀ ਹੈ ਜੀ, ਤੇ ਜਿਹੜਾ ਵਪਾਰੀ ਹੁੰਦਾ ਉਹ ਮੰਡੀ ਵੱਲ ਨੂੰ ਜਾਂਦਾ ਹੀ ਹੈ। ਸੋ ਦੁਨੀਆ 'ਚ ਬਹੁਤ ਤਰ੍ਹਾਂ ਦੇ ਵਪਾਰੀ ਆ, ਉਹਨੂੰ ਲੱਗਦਾ ਵੀ ਇੰਨੀ ਦੁਨੀਆ ਭਾਈ ਸਾਹਿਬ ਇਹ 1.5 ਅਰਬ ਨੂੰ ਪਹੁੰਚੇ ਖੜੇ ਆ, ਤੇ 1.5 ਅਰਬ ਦੇ ਵਿੱਚੋਂ ਆਪਾਂ ਨੂੰ ਤੇ 10-15% ਹੀ ਮਿਲ ਗਏ ਤੇ ਆਪਣੀਆਂ ਪੀੜ੍ਹੀਆਂ ਤਰ ਜਾਣੀਆਂ, ਹੋਰ ਆਪਾਂ ਨੂੰ ਕੀ ਚਾਹੀਦਾ। ਸੋ ਇਸ ਕਰਕੇ ਆਹ ਜਿਹੜੀ ਡਿਜੀਟਲ ਮਾਰਕੀਟਿੰਗ ਆ ਉਹ ਵੀ ਆ ਗਈ। ਫਿਰ ਉਹ ਕਹਿੰਦੇ ਵੇਚਣਾ ਕੀ ਆ, ਸੌਦਾ ਜਿਹੋ ਜਿਹਾ ਮਰਜ਼ੀ ਤੁਸੀਂ ਵੇਚ ਲਓ। ਅੱਜ ਦੀ ਡੇਟ 'ਤੇ ਖਬਰਾਂ ਵਿਕਣੀਆਂ, ਹੋਰ ਦੱਸੋ ਕੀ ਚਾਹੀਦਾ। ਤੁਸੀਂ ਸੰਧਾਲੀਆ ਸਾਹਿਬ ਦੇਖੋ, ਜਲਵਾਯੂ ਹੁੰਦਾ, ਅਫਰੀਕਾ ਦੇ ਲੋਕਾਂ ਦਾ ਰੰਗ ਕਿੱਦਾਂ ਦਾ, ਕੈਨੇਡਾ ਦੇ ਲੋਕਾਂ ਦਾ ਰੰਗ ਕਿੱਦਾਂ ਦਾ, ਪੰਜਾਬ ਦੇ ਲੋਕਾਂ ਦਾ ਰੰਗ ਕਿੱਦਾਂ ਦਾ, ਕੁਦਰਤੀ ਹੈ। ਇਹਦੇ ਬਾਵਜੂਦ ਵੀ ਸਾਨੂੰ ਪਤਾ ਕਿ ਫਰਕ ਨਹੀਂ ਇਹਨੂੰ ਬਹੁਤਾ ਪੈਣਾ। ਜੇ ਬਾਹਰ ਧੁੱਪੇ ਕੰਮ ਕਰਾਂਗੇ ਥੋੜ੍ਹਾ ਜਿਹਾ ਸਖਤ ਹੋ ਜਾਣਾ ਕੰਮ, ਅੰਦਰ ਰਹੋਗੇ ਤਾਂ ਆਲੂ ਵਾਂਗੂ ਥੋੜ੍ਹੇ ਜਿਹੇ ਛਿਲ ਜਿਹੇ ਹੋ ਜਾਓਗੇ। ਇੰਨਾ ਕੀ ਫਰਕ, 4 ਦਿਨ ਫੇਰ ਬੰਦਾ ਜਿਹੜਾ ਅੰਦਰਲੇ ਨੂੰ ਬਾਹਰ ਲੈ ਉੱਦਾਂ ਦਾ ਹੋ ਜਾਣਾ, ਜਿਹੜਾ ਅਸਲੀ ਰੂਪ 'ਚ ਆ ਜਾਣਾ ਉਹਨੇ। ਮੈਂ ਪੂਰਾ ਨਾਂ ਨਹੀਂ ਲੈਣਾ, ਫੇਅਰ ਐਂਡ ਇੱਦਾਂ ਦੀ ਇੱਕ ਕੰਪਨੀ ਹੁੰਦੀ ਸੀ, ਉਹਦੇ ਟਰੱਕਾਂ ਦੇ ਟਰੱਕ ਘਰਾਂ 'ਚ ਖੱਪ ਗਏ। ਉਹ ਮੈਂ ਤਾਂ ਕਹਿੰਦਾ ਕਿ ਜੇ ਕੋਈ ਬੰਦਾ ਕਹਿੰਦਾ ਨਾ ਕਿ ਉਹ ਫੇਅਰ ਐਂਡ ਜਿਹੜੀ ਕੰਪਨੀ ਆ ਵੀ ਉਹਦੀ ਮੋਟਰ ਤੁਹਾਨੂੰ ਲਾ ਦੇਣੇ, ਉਹ ਮੋਟਰਾਂ ਤੱਕ ਲਾਉਣ ਨੂੰ, ਪਰ ਮੈਂ ਕੋਈ ਗੋਰਾ ਹੋਇਆ ਨਹੀਂ ਦੇਖਿਆ। ਪਰ ਬਾਜ਼ਾਰ ਹੈ, ਉਹਨੇ ਸਾਨੂੰ ਦੱਸਿਆ ਜੀ ਇੰਨੇ ਹੀ ਤੁਹਾਨੂੰ ਗੋਰਾ ਕਰਨਾ, ਜਿਉਂ ਉਹਦੀ ਲੇਪ ਜੀ ਕਰਨ ਲੱਗਣਾ 3-3 ਇੰਚ ਦੀ। ਤੁਸੀਂ ਦੇਖ, ਇਹ ਹੁੰਦਾ ਵੀ ਆ, ਆਪਾਂ ਚਲੋ ਇੱਕ ਨਾਂ ਹੋਰ ਨਹੀਂ ਲੈਂਦੇ। ਪਹਿਲਾਂ ਮੈਂ ਵੇਖਿਆ ਵੀ ਹੋ ਸਕਦਾ ਮੈਨੂੰ ਆਪਣੇ ਬਚਪਨ ਦਾ ਤੇ ਚੇਤਾ ਆਉਂਦਾ, ਤੁਹਾਡਾ ਵੀ ਮੋਸਟਲੀ ਇਹੋ ਹੋਊਗਾ, ਕਿਉਂਕਿ ਜਿੰਨਾ ਕੁ ਉਹ ਦੇਸੀ ਕੰਮ ਪਿੰਡਾਂ 'ਚ ਹੁੰਦਾ ਹੈ ਨਾ, ਉਦੋਂ ਵੱਧ ਤੋਂ ਵੱਧ ਨਿਆਣਾ ਨਵਾ ਕੇ ਤੇ ਸਰੋਂ ਦਾ ਤੇਲ ਹੁੰਦਾ ਹੈ, ਪਾਊਡਰ ਵਾਲੀ ਗੱਲ ਨਹੀਂ ਹੁੰਦੀ। ਫਿਰ ਅਚਾਨਕ ਹੈ ਨਾ ਦੂਜੀ ਚੀਜ਼ ਲਾਉਣੀ, ਜਵਾਕਾਂ ਵਾਲਾ ਪਾਊਡਰ ਇੱਕ, ਮੈਂ ਉਹਦਾ ਨਾਂ ਨਹੀਂ ਲੈਂਦਾ, ਬੜਿਆਂ ਦੇ ਦਿਮਾਗ 'ਚ ਆ ਜਾਣਾ। ਫਿਰ ਹੌਲੀ ਹੌਲੀ ਉਹ ਜਵਾਕਾਂ ਵਾਲਾ ਪਾਊਡਰ ਪਿੰਡਾਂ ਥਾਵਾਂ ਤੱਕ ਚੱਲ ਗਿਆ। ਹਰੇਕ ਨੂੰ ਲੱਗਾ ਵੀ ਜੇ ਇਹਨੇ ਨਿਆਣੇ ਨੂੰ ਇਹ ਪਾਊਡਰ ਨਹੀਂ ਲਾਇਆ ਤੇ ਇਹਦੇ ਕੇਅਰ ਹੀ ਨਹੀਂ ਕੀਤੀ ਜਵਾਕ ਦੀ, ਸਮੈਲ ਹੀ ਨਹੀਂ ਆਉਣੀ ਚਾਹੀਦੀ। ਹੁਣ ਜਾ ਕੇ ਪਤਾ ਲੱਗਾ ਵੀ ਉਸ ਪਾਊਡਰ ਤੋਂ ਤੇ ਭਾਈ ਸਾਹਿਬ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ, ਤੇ ਅਖੀਰ ਜੁਰਮਾਨੇ ਤੱਕ ਹੋਏ, ਤੇ ਹੁਣ ਉਹ ਸ਼ਾਇਦ ਪਾਊਡਰ ਬੰਦ ਹੋਣ ਦੀ ਵੀ ਗੱਲ ਆ ਗਈ। ਇਹਦਾ ਮਤਲਬ ਇਹ ਹੋ ਗਿਆ ਵੀ ਜਿੱਦਣ ਕੰਪਨੀ ਵਾਲਾ ਬਣਾ ਕੇ ਵੇਚ ਕੇ ਮਾਰਕੀਟਿੰਗ ਕਰਤੀ, ਦੁਨੀਆ ਨੂੰ ਲੱਗਾ ਵੀ ਲੈ ਵੀ ਇਹਦੇ ਬਿਨਾਂ ਅਸੀਂ ਬਚਦੇ ਨਹੀਂ, ਉਨੀ ਦੇਰ ਤੱਕ ਨੁਕਸਾਨ ਹੋਣ ਵਾਲਾ ਹੋ ਚੁੱਕਾ ਹੁੰਦਾ, ਅਗਲਾ ਪੈਸੇ ਵੱਟ ਕੇ ਜਾ ਚੁੱਕਾ ਹੁੰਦਾ, ਜਿੰਨੀ ਚਿਰ ਨੂੰ ਜਾ ਕੇ ਉਹਦਾ ਪਤਾ ਲੱਗਦਾ ਵੀ ਨਹੀਂ ਯਾਰ ਇਹ ਤਾਂ ਚੀਜ਼ ਗਲਤ ਸੀ, ਤੁਹਾਨੂੰ ਕਿਹਨੇ ਕਹਿਤੀ। ਸੋ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਇਹ ਮੋਬਾਈਲਾਂ 'ਤੇ ਜਾ ਕੇ ਤੇ ਆਪਾਂ ਐਂ 2.5 ਫੁੱਟ ਵੇਖ ਲੈਂਦੇ ਵੀ ਜਿਹੜੇ ਵੀ ਭਾਈ ਸਾਹਿਬ ਭੈਣ ਜੀ ਜਾਂ ਕੋਈ ਉੱਧਰੋਂ ਉਹ ਸਾਬਣ ਵਾਲੇ ਹੀ ਲਾ ਲਓ ਵੀ ਵੱਡੇ ਸਾਰੇ, ਕੋਈ ਹੀਰੋਇਨ ਜਿਹੜੀ ਉਹ ਆਂਦੀ ਵੀ ਬਸ ਮੇਰੀ ਤੇ ਸੁੰਦਰਤਾ ਦਾ ਰਾਜ ਹੀ ਫਲਾਨਾ ਸਾਬਣ ਹੈ। ਬੰਦਾ ਪੁੱਛੇ ਵੀ ਜਿਹੜੀ 15 ਦੀ ਟਿੱਕੀ ਉੱਥੋਂ ਆਉਣ ਡਈ ਹੈ ਵੀ ਉਹ ਕਿਤੇ ਉਹ ਥੋੜ੍ਹਾ ਲਾਉਂਦੀ, ਤੁਸੀਂ ਜੀ ਉਹਦੇ ਮਗਰ ਲਾ ਕੇ ਤੇ ਸਾਬਣ ਚੁੱਕੀ ਉਹਨੇ। ਇਸ ਕਰਕੇ ਸਾਡੀ ਇਹ ਬੇਨਤੀ ਆ ਵੀ ਇਹ ਜਿਹੜੀ ਦੁਕਾਨ ਆਪਣੇ ਘਰ ਤੱਕ ਆ ਗਈ, ਇਹਦੇ ਤੋਂ ਬਚੋ। ਨਹੀਂ, ਥੋੜ੍ਹਾ ਜਿਹਾ ਬਚਾਂਗੇ ਤਾਂ ਠੀਕ ਰਹਾਂਗੇ। ਮੈਂ ਤਾਂ ਇੱਕ ਮੋਟਾ ਜਿਹਾ ਫਾਰਮੂਲਾ ਸੰਧਾਲੀਆ ਸਾਹਿਬ ਕਿ ਜਿਹੜੀ ਚੀਜ਼ ਦੀ ਲੋੜ ਹੈ ਉਹ ਤੁਹਾਨੂੰ ਘਰੇ ਬੈਠਿਆਂ ਨੂੰ ਪਤਾ। ਜਦੋਂ ਤੁਸੀਂ ਦੁਕਾਨ 'ਤੇ ਜਾਣਾ, ਸ਼ਾਪਿੰਗ ਸੈਂਟਰ ਜਾਣਾ, ਤੁਹਾਨੂੰ ਪਤਾ ਕਿ ਆਹ ਘਰ ਹੈ, ਇੱਥੇ ਖਾਣ ਦੀ ਚੀਜ਼ ਕਿਹੜੀ ਲੋੜ ਹੈ, ਹੋਰ ਲੋੜੀਂਦੀ ਚੀਜ਼ ਕੀ ਹੈ। ਜੇ ਤਾਂ ਤੁਸੀਂ ਲਿਸਟ ਬਣਾ ਕੇ ਲਗਾਏ ਆ, ਉਹੀ ਖਰੀਦ ਕੇ ਵਾਪਸ ਆ ਗਏ ਆ, ਫਿਰ ਤੁਸੀਂ ਲੁੱਟ ਨਹੀਂ ਹੋਏ। ਤਾਂ ਜੇ ਤੁਹਾਨੂੰ ਇਹ ਆਦਤ ਆ ਕਿ ਚੀਜ਼ ਉੱਥੇ ਦੇਖ ਕੇ ਲੈਣੀ, ਦੇਖਦੇ ਆ ਉੱਥੇ ਕੀ ਲੱਗਾ ਆ, ਫਿਰ ਤੁਸੀਂ ਲੁੱਟ ਹੋ ਕੇ ਆ ਗਏ। ਪੱਕੀ ਗੱਲ ਆ, ਉਹਦੀ ਲੋੜ ਨਹੀਂ, ਉਹ ਤਾਂ ਤੁਸੀਂ ਵੈਸੇ ਚਲੋ ਵੀ ਖਰੀਦ ਲੈਂਦੇ ਆ, ਲੈ ਲੈਂਦੇ ਆ, ਉਹ ਇੱਕ ਤਰ੍ਹਾਂ ਦਾ ਤੁਹਾਨੂੰ ਜਿਹੜਾ ਲਾਲਚ ਦੇ ਵਿੱਚ ਅਗਲੇ ਨੇ ਪਾਤਾ, ਤੁਸੀਂ ਉਸ ਟਰੈਪ 'ਚ ਫਸ ਗਏ। ਬਿਲਕੁਲ ਸਹੀ ਗੱਲ। ਸੋ ਇਹ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ। ਜੇ ਤੁਸੀਂ ਕਹੋ ਕਿ ਵੀ ਯਾਰ ਤੁਸੀਂ ਖਬਰਾਂ ਨਹੀਂ ਗੱਲਾਂ ਕਰਦੇ, ਹੁਣ ਅਸੀਂ ਉਦੋਂ ਬਾਅਦ ਖਬਰਾਂ ਵਾਲੇ ਪਾਸੇ ਹਾਂ। ਸ਼ੁਰੂ 'ਚ ਇੰਨੀ ਕੁ ਗੱਲ ਅਸੀਂ ਤਾਂ ਕਰਦੇ ਹੁੰਦੇ ਹਾਂ ਵੀ ਕਈ ਬੰਦੇ ਆਪਾਂ ਨੂੰ ਉਹ ਵੀ ਮਿਲਦੇ ਨੇ ਜਿਹੜੇ ਕਹਿੰਦੇ ਯਾਰ ਉਹ ਸ਼ੁਰੂ ਵਾਲੀਆਂ ਗੱਲਾਂ ਤੁਹਾਡੀਆਂ ਬੜੀਆਂ ਵਧੀਆ ਹੁੰਦੀਆਂ,
ਸੋ ਮੈਨੂੰ ਹੁੰਦਾ ਇਹੀ ਮਿਲਦੇ ਨੇ। ਹਾਂ, ਸੋ ਸਾਨੂੰ ਹੁੰਦਾ ਵੀ ਅਸੀਂ ਆਪਣਾ ਉਹ ਜਿਹੜਾ ਕੰਮ ਆ ਉਹ ਜਾਰੀ ਰੱਖੀਏ। ਹੁਣ ਚੱਲੀਏ ਖਬਰਾਂ। ਭਾਈ ਰੂਪੇ ਦੀ ਗੱਲ ਸਭ ਤੋਂ ਪਹਿਲਾਂ, ਕਿਉਂਕਿ ਜਦੋਂ ਤੁਸੀਂ ਐਵੇਂ ਸਿਆਣਪ ਦਾ ਟੀਕਾ ਜਿਹਾ ਲਾਉਣ ਲੱਗ ਪਏ ਨੇ ਨਾ ਕਿ ਆਹ ਠੀਕ ਹੋਣਾ ਚਾਹੀਦਾ, ਤੁਸੀਂ ਇੰਜ ਕਰਦੇ ਹੋ, ਤੁਸੀਂ ਇੰਜ। ਮੈਂ ਨਹੀਂ ਆਂਦਾ, ਮੈਂ ਕਿਹੜਾ ਮੋਨਾ ਮੈਂ ਤੇ ਆਪ ਉਂਗਲਾਂ ਮਾਰ ਕੇ ਫਸਿਆ ਇਹਨੂੰ, ਹੋਰ ਕਿਹੜੀ ਗੱਲ ਆ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਪੰਜਾਬ ਦੇ ਲੋਕ ਜਿੱਥੇ ਖਲੋਂਦੇ ਆ ਜਿੱਥੇ ਡਾਂਗ ਉਹ ਚੱਕ ਲੈਂਦੇ ਆ, ਮਾੜੀ ਚੀਜ਼ ਦੇ ਖਿਲਾਫ ਉਹ ਚੱਕ ਲੈਂਦੇ ਆ। ਹੁਣ ਭਾਈ ਰੂਪਾ ਨਗਰ ਪੰਚਾਇਤ ਹੈ, ਮਾਲਵੇ ਦੇ ਵਿੱਚ ਪਿੰਡ ਹੈ, ਵੱਡਾ। ਹੁਣ ਨਗਰ ਪੰਚਾਇਤ ਹੈ ਤੇ ਨਗਰ ਪੰਚਾਇਤ ਵਾਲੇ ਇਕੱਠੇ ਹੋਏ। ਆਮ ਤੌਰ ਦੇ ਉੱਤੇ ਨਗਰ ਪੰਚਾਇਤ ਜੀ ਜਾਂ ਪੰਚਾਇਤ ਮੈਂਬਰ ਕਿਉਂ ਇਕੱਠੇ ਹੁੰਦੇ? ਝਗੜਾ ਹੋ ਗਿਆ ਜੀ, ਲੜਾਈ ਹੋ ਗਈ ਜੀ, ਵੱਟ ਬੰਨੇ ਦਾ ਰੌਲਾ ਜੀ, ਜਾਂ ਪਿੰਡ ਦੇ ਵਿੱਚ ਬੀਹੀ ਦਾ ਰੌਲਾ, ਸਫਾਈ ਦਾ ਰੌਲਾ ਨਾ। ਉਹ ਭਾਈ ਰੂਪਾ ਨੇ ਨਗਰ ਪੰਚਾਇਤ ਇਕੱਠੀ ਹੁੰਦੀ ਆ, ਸਿਰ ਜੋੜ ਕੇ ਬਹਿੰਦੀ ਆ, ਪਿੰਡ ਦੇ ਮੋਤਬਰ ਸੱਜਣ ਉਹ ਵੀ ਨਾਲ ਆਉਂਦੇ ਆ, ਤੇ ਉੱਥੇ ਫਿਰ ਕੋਈ ਲੜਾਈ ਝਗੜੇ ਦਾ ਫੈਸਲਾ ਨਹੀਂ ਹੁੰਦਾ, ਤੇ ਉੱਥੇ ਵਿਚਾਰਾਂ ਹੁੰਦੀਆਂ ਕਿ ਭਾਈ ਨਸ਼ਾ ਵੱਧ ਗਿਆ, ਅਗਲੀ ਪੀੜ੍ਹੀ ਨੂੰ ਬਚਾਉਣਾ ਬੜਾ ਜ਼ਰੂਰੀ ਹੈ। ਫਿਰ ਉਹ ਮਤਾ ਪਾਉਂਦੇ ਆ, ਉਹਦੇ ਉੱਤੇ ਸਾਈਨ ਕਰਦੇ ਆ, ਹਰ ਇੱਕ ਕੌਂਸਲਰ, ਨਗਰ ਪੰਚਾਇਤ ਦਾ ਮੈਂਬਰ ਮੋਹਰ ਲਾਉਂਦਾ, ਤੇ ਉਹਦੇ ਵਿੱਚ ਲਿਖਿਆ ਜਾਂਦਾ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਕਰਦਾ ਫੜਿਆ ਗਿਆ ਪੁਲਿਸ ਦੇ ਕੋਲ, ਸਾਡੇ 'ਚੋਂ ਕੋਈ ਵੀ ਮੌਜੂਦਾ ਕੌਂਸਲਰ, ਸਾਡੇ ਪਿੰਡ ਦਾ ਕੋਈ ਵੀ ਸਾਬਕਾ ਕੌਂਸਲਰ, ਸਾਡੇ ਪਿੰਡ ਦਾ ਕੋਈ ਵੀ ਨੰਬਰਦਾਰ, ਜਾਨੀ ਜਿਹੜਾ ਮੋਹਤਵਰ ਸੱਜਣ ਹੈ, ਜਿਹਦੇ ਦਸਖਤਾਂ ਦੇ ਨਾਲ ਮੁੜ ਕੇ ਅਗਲੇ ਬੰਦੇ ਦੀ ਜ਼ਮਾਨਤ ਹੋ ਜਾਂਦੀ ਹੈ, ਜਾਂ ਥਾਣੇ ਜਾ ਕੇ ਅਗਲਾ ਕਹਿੰਦਾ ਜੀ ਮੇਰੀ ਗਰੰਟੀ ਦੇ ਉੱਤੇ ਮੁੰਡਾ ਛੱਡ ਦਿਓ, ਜਦੋਂ ਕਹੋਗੇ ਪੇਸ਼ ਕਰ ਦਿਆਂਗੇ, ਕਹਿੰਦੇ ਸਾਡੇ 'ਚੋਂ ਨਹੀਂ ਕੋਈ ਜਾਊਗਾ। ਹੋ ਸਕਦਾ 2-4 ਬੰਦੇ ਗੁੱਸੇ ਹੋਣ, ਹੋ ਸਕਦਾ ਕੋਈ ਬੰਦਾ ਮੂੰਹ ਵੱਟੇ ਕਿ ਭਾਈ ਵੋਟਾਂ ਤਾਂ ਤੁਹਾਨੂੰ ਪਾਈਆਂ ਸੀ, ਕੌਂਸਲਰ ਬਣਾਇਆ ਇਸ ਕਰਕੇ ਥੋੜੀ ਸੀ ਬਣਾਇਆ ਕਿ ਤੁਸੀਂ ਸਾਡੇ ਨਿਆਣੇ ਦੇ ਪਿੱਛੇ ਨਾ ਜਾਓ। ਉਹ ਕਹਿੰਦੇ ਜੀ ਗਲਤ ਹੈ। ਫਿਰ ਉਹਨਾਂ ਨੇ ਇੱਕ ਨਸ਼ਾ ਵਿਰੋਧੀ ਕਮੇਟੀ ਬਣਾਤੀ ਪਿੰਡ 'ਚ, ਨਾਲੇ ਵੀ ਲਿਖ ਦਿੱਤਾ ਕਿ ਕਰਾਂਗੇ ਸਭ ਕੁਝ ਕਾਨੂੰਨ ਮੁਤਾਬਕ, ਕਾਨੂੰਨ ਨੂੰ ਹੱਥ 'ਚ ਬਿਲਕੁਲ ਨਹੀਂ ਲੈਂਦੇ, ਪਰ ਨਸ਼ਾ ਵਿਰੋਧੀ ਕਮੇਟੀ ਸਾਡੀ ਓ ਆ, ਇਸ ਨਸ਼ਾ ਵਿਰੋਧੀ ਕਮੇਟੀ ਦੇ ਨਾਲ ਜੇ ਕੋਈ ਰੌਲਾ ਰੱਪਾ ਪਊਗਾ ਤੇ ਅਸੀਂ ਇਹਨਾਂ ਦੇ ਨਾਲ ਖਲੋਤੇ ਹਾਂ। ਸੰਧਾਲੀਆ ਸਾਹਿਬ ਪਿੰਡ 'ਚ ਪਹਿਰਾ ਲੱਗਣ ਲੱਗ ਪਿਆ, ਅਜੇ ਹਫ਼ਤਾ ਇੱਕ ਹੋਇਆ। ਉਹ ਕਹਿੰਦੇ ਜੀ ਪਹਿਲਾਂ ਇੱਥੇ ਚੱਲ ਮੋਟਰਸਾਈਕਲ ਲੈ ਕੇ ਆਏ ਨੂੰ, ਚੱਲ ਕੋਈ ਬੰਦਾ ਆਏ ਨੂੰ, ਕੋਈ ਬਾਹਰਲਾ ਤੁਰਿਆ ਫਿਰਦਾ ਜਿਹਦਾ ਕੰਮ ਕੋਈ ਨਹੀਂ, ਉਹ ਵੀ ਖੂੰਜੇ ਜਾਂ ਖੜ ਕੇ ਗਾਹ ਘੜੀਕੀ ਜਾਂਦਾ, ਪਤਾ ਨਹੀਂ ਲੈਣ ਆਉਂਦੇ ਸੀ, ਪਤਾ ਨਹੀਂ ਵੇਚਣ ਆਉਂਦੇ ਸੀ, ਉਹ ਵੱਖਰੀ ਗੱਲ ਹੈ। ਉਹ ਕਹਿੰਦੇ ਅਸੀਂ ਹੁਣ ਹਫ਼ਤੇ ਦੇ ਵਿੱਚ ਇਦਾਂ ਕਰਤਾ ਜਿੱਦਾਂ ਕੋਵਿਡ 'ਚ ਲੋਕਡਾਊਨ ਲੱਗਾ ਸੀ ਨਾ, ਕਹਿੰਦੇ ਪਿੰਡ ਦਾ ਬੰਦਾ ਤਾਂ ਪੱਠੇ ਲੈਣ ਜਾਂਦਾ ਦਿਸੂਗਾ, ਪਿੰਡ ਦੀ ਕੋਈ ਬੀਬੀ ਦੇ ਬੱਸੇ ਚੜ੍ਹਨ ਜਾਂਦੀ ਦਿਸੂਗੀ, ਪਿੰਡ 'ਚ ਸਾਰਿਆਂ ਨੂੰ ਪਤਾ ਹੁੰਦਾ ਕਿ ਕਿਹੜਾ ਬੰਦਾ ਕਿਹੜੇ ਕੰਮ ਚੱਲਿਆ ਤੇ ਕਿੰਨੇ ਵਜੇ ਜਾਂਦਾ। ਉਹ ਕਹਿੰਦੇ ਬਾਹਰਲਾ ਬੰਦਾ ਸਾਨੂੰ ਅਣਜਾਣ ਕੋਈ ਨਜ਼ਰ ਨਹੀਂ ਹੋਣਾ ਆਉਂਦਾ। ਹੁਣ ਸੰਧਾਲੀਆ ਸਾਹਿਬ ਜੇ ਇਹ ਬੰਦੇ ਚੱਕ ਸਕਦੇ ਆ, ਇਹ ਬੰਦੇ ਸੋਚ ਸਕਦੇ ਕਿ ਭਾਈ ਆਪਾਂ ਅਗਲੀ ਪੀੜ੍ਹੀ ਆਪਣੀ ਬਚਾਉਣੀ ਹੈ, ਤੇ ਹੋ ਸਕਦਾ ਦਿੱਕਤਾਂ ਬਹੁਤ ਆਉਣ, ਹੋ ਸਕਦਾ ਅਗਲੇ ਮੋਰੇ ਕਰਾਰੇ ਹੱਥੀਂ ਵੀ ਪੈਣ, ਹੋ ਸਕਦਾ ਪ੍ਰਸ਼ਾਸਨਿਕ ਹਲਕਿਆਂ ਵੱਲੋਂ ਮੁਸ਼ਕਲਾਂ ਆਉਣ, ਪਰ ਬੰਦਿਆਂ ਨੇ ਝੰਡਾ ਤਾਂ ਬੁਲੰਦ ਕੀਤਾ ਨਾ, ਪਿੱਠ ਤਾਂ ਥਾਪੜ ਨਹੀਂ ਬਣਦੀ ਹੈ। ਨਹੀਂ ਪੂਰੀ ਥਾਪੜ ਨਹੀਂ ਬਣਦੀ, ਮੈਨੂੰ ਲੱਗਦਾ ਕਰਨਾ ਹੀ ਪੈਣਾ ਜੀ। ਦੇਖੋ ਗੱਲ ਇਹ ਆ ਕਿ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਨਾ, ਪਹਿਲਾਂ ਪੰਜਾਬ ਦੇ ਆਮ ਘਰ ਜਿਹੜੇ ਹੁੰਦੇ ਸੀ, ਬਹੁਤਾ ਕਰਕੇ ਵਲਗਣ ਨਹੀਂ ਸੀ ਹੁੰਦਾ, ਬਾਹਰਲੀ ਕੰਧ ਜਿਹਨੂੰ ਆਪਾਂ ਕਹਿੰਦੇ, ਫਿਰ ਵਲਗਣ ਜੀ ਨਿੱਕੀ ਹੋਣ ਲੱਗ ਪਈ। ਫਿਰ ਕਹਿੰਦੇ ਯਾਰ ਬੂਹਾ ਬਾਹਰ ਨਹੀਂ ਕੋਈ ਵੀ ਲਾਉਂਦਾ, ਸ਼ਾਮ ਜਿਹਨੂੰ ਮੰਜਾ ਜਿਹਾ ਖੜਾ ਕਰਤਾ ਬਸ ਠੀਕ ਹੈ। ਫਿਰ ਆਦੇ ਨਹੀਂ ਕੋਈ ਤਖਤਾ ਨਿੱਕਾ ਮੋਟਾ ਲਾ ਲਓ, ਫਿਰ ਤਖਤਿਆਂ ਤੋਂ ਆਪਾਂ ਕੰਧਾਂ ਉੱਚੀਆਂ ਕਰਨ ਲੱਗੇ, ਫਿਰ ਕੰਧਾਂ ਉੱਚੀਆਂ ਤੋਂ ਹੌਲੀ ਫਿਰ ਕੱਚ ਲੱਗਣ ਲੱਗਾ, ਫਿਰ ਕੱਚ ਤੋਂ ਗਰਿੱਲਾਂ ਤੋਂ ਹੋਰ ਆਪਾਂ ਅੰਦਰ ਦੋਹਰੀਆਂ ਤੇਰੀਆਂ ਗਰਿੱਲਾਂ ਤੋਂ ਵੱਡੇ ਗੇਟਾਂ ਤੋਂ ਇਲੈਕਟ੍ਰੋਨਿਕ ਫੈਂਸਾਂ 'ਤੇ ਆ ਗਏ, ਆਪਾਂ ਅਲਾਰਮਾਂ 'ਤੇ ਆ ਗਏ ਵੀ ਹੁਣ ਬਾਹਰਲੀ ਬੈੱਲ 'ਤੇ ਜਿਹਨੇ ਟੂੰ ਕੀਤਾ ਉਹਦੇ ਵਿੱਚ ਵੀ ਫੋਟੋ ਘਰੇ ਦਿਸੂਗੀ, ਅਤੇ ਅੰਦਰੋਂ ਮਾਤਾ ਦੱਸ ਦੂ ਵੀ ਵੀਰਾ ਘਰੇ ਹੈ ਨਹੀਂ ਕੋਈ, ਮਾਤਾ ਨੂੰ ਵੀ ਗੇਟ ਤੱਕ ਜਾਣ ਦੀ ਲੋੜ ਨਹੀਂ। ਇਹਦੀ ਲੋੜ ਤਾਂ ਪਈ ਵੀ ਆਪਾਂ ਨੂੰ ਲੱਗਾ ਵੀ ਬਾਹਰ ਮਾਹੌਲ ਠੀਕ ਨਹੀਂ, ਅਸੀਂ ਆਪਣੇ ਆਪ ਨੂੰ ਸੇਵ ਕਰ ਲਈਏ। ਉਹਦੀ ਮੈਨੂੰ ਲੱਗਦਾ ਵੀ ਐਗਜ਼ਾਮਪਲ ਇਹੀ ਰਵੇ, ਬਸ ਉਹਦਾ ਦਾਇਰਾ ਥੋੜ੍ਹਾ ਜਿਹਾ ਖੁੱਲ੍ਹਾ ਕਰ ਲਈਏ ਵੀ ਉਹੀ ਵਾਰਡ ਜਿਹੜੀ ਆਪਾਂ ਘਰ ਚਲਾਈ ਹੈ ਜੀ, ਉਹਨੂੰ ਆਪਾਂ ਪਿੰਡ ਵਾਲੀ ਫਿਰਨੀ ਤੱਕ ਲੈ ਜਾਈਏ ਵੀ ਆਹ ਸਾਡਾ ਪਿੰਡ ਹੈ, ਇਹ ਆਪਣਾ ਘਰ ਹੈ ਜਾਂ ਆਪਣਾ ਮਹੱਲਾ ਜਾਂ ਆਪਣਾ ਏਰੀਆ, ਇਸ ਏਰੀਏ ਦੀ ਆਹ ਬਾਹਰਲੀ ਬਾਉਂਡਰੀ ਹੈ, ਅਤੇ ਹੁਣ ਇਹ ਆਪਣੀ ਅਜੇ ਆਪਾਂ ਇੱਥੇ ਵਲਗਣ ਨਹੀਂ ਕੀਤੀ, ਹੁਣ ਇੱਥੇ ਇਸ ਤਰ੍ਹਾਂ ਦੀ ਵਲਗਣ ਕਰੀਏ ਜਿੱਦਾਂ ਦੀ ਹੁਣ ਭਾਈ ਰੂਪਾ ਵਾਲਿਆਂ ਨੇ ਕੀਤੀ ਵੀ ਭਾਈ ਜੇ ਕਿਸੇ ਨੇ ਇਹੋ ਜਿਹਾ ਕੁਛ ਕੀਤਾ ਤਾਂ ਫਿਰ ਤੁਸੀਂ ਆਪਣਾ ਪੜ੍ਹਿਆ ਵਿਚਾਰ ਲਿਓ। ਹੋ ਸਕਦਾ ਕੋਈ ਇੱਕ ਲਾਵੇ, ਪਹਿਲਾਂ ਵੀ ਵੇਖੀ ਲੱਗਿਆ ਸੀ ਵੀ ਅੱਜ ਕੱਲ੍ਹ ਨਾ ਫਿਰ ਗੇਟ ਵੱਡੇ ਬਣਨ ਲੱਗ ਪਏ ਆ, ਹੋ ਸਕਦਾ ਗਾਹਾਂ ਵੀ ਕੋਈ ਜਾ ਕੇ ਦੱਸੇ ਵੀ ਹਾਂ ਬਈ ਉਹ ਨਾ ਅੱਜ ਕੱਲ੍ਹ ਫਿਰ ਪੰਚਾਇਤਾਂ ਨਾ ਇੱਦਾਂ ਦੇ ਕੰਮ ਕਰਨ ਲੱਗ ਪਈਆਂ, ਅਤੇ ਉਹ ਫਿਰ ਖਲੋਂਦੇ ਆ ਨਾਲ ਬੰਦੇ, ਅਤੇ ਫਿਰ ਕੋਈ ਉਹੋ ਜਿਹੀ ਗੱਲ ਨਹੀਂ ਹੁੰਦੀ, ਇੱਕ ਕਰੂਗਾ, ਦੂਸਰਾ ਕਰੂਗਾ, ਤੀਸਰਾ ਕਰੂਗਾ। ਜਦੋਂ ਹੌਲੀ ਲੋਕ ਜਾਗਰੂਕ ਹੋ ਜਾਣਗੇ ਅਤੇ ਫਿਰ ਜਿਹੜੇ ਬੰਦੇ ਇਸ ਕੰਮ ਦੇ ਵਿੱਚ ਪਏ ਆ ਉਹਨਾਂ ਨੂੰ ਤਾਂ ਡਰ ਹੋਊਗਾ ਕਿਸੇ ਵੇਲੇ ਜਿਹੜੇ ਬੰਦੇ ਬੰਦ ਕਰਨਾ ਚਾਹੁੰਦੇ ਹੁੰਦੇ ਉਹ ਇਸ ਕਰਕੇ ਨਹੀਂ ਕਰਦੇ ਯਾਰ ਲੋਕ ਪਤਾ ਨਹੀਂ ਸਾਥ ਦੇਣ ਨਾ ਦੇਣ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਲੋਕ ਨਹੀਂ ਚਾਹੁੰਦੇ ਉਹਨਾਂ ਦੇ ਵੀ ਹੌਸਲੇ ਵਧਣਗੇ। ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਅਸੀਂ ਬਿਲਕੁਲ ਨਹੀਂ ਕਿਸੇ ਨੂੰ ਕਹਿੰਦੇ ਕਿ ਕਾਨੂੰਨ ਹੱਥ ਚਲਾਓ, ਅਸੀਂ ਨਹੀਂ ਕਹਿੰਦੇ ਕੋਈ ਬੰਦਾ ਫੜੋ ਤੋਂ ਉਹਦਾ ਕਟਾਪਾ ਚੜੋ, ਉਹਨੂੰ ਪੁਲਿਸ ਨੂੰ ਫੜਾਓ, ਪੁਲਿਸ ਦੇ ਉੱਤੇ ਤੁਸੀਂ ਇਕੱਠੇ ਹੋਵੋਗੇ ਆਟੋਮੈਟਿਕਲੀ ਦਬਾਅ ਹੋਏਗਾ ਕਿ ਭਾਈ ਅਸੀਂ ਪੂਰੀ ਕਾਰਵਾਈ ਕਰਨੀ ਹੈ ਜਿੰਨੀ ਉਸ ਬੰਦੇ ਦੇ ਖਿਲਾਫ ਬਣਦੀ ਹੈ। ਮੈਨੂੰ ਯਾਦ ਆਉਂਦਾ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸੀ, ਅਕਾਲੀ ਭਾਜਪਾ ਦੀ ਸਰਕਾਰ ਸੀ, ਉਦੋਂ ਵੀ ਖਬਰਾਂ ਆਉਂਦੀਆਂ ਸੀ ਕਿ ਭਾਈ ਆ ਮੁੰਡਾ ਇੱਥੇ ਸੂਈ ਵਿੱਚੇ ਰਹਿ ਗਈ ਆ,
ਆ ਦੇਖੋ ਜੀ ਇੱਥੇ ਡਿੱਗਿਆ ਫਿਰਦਾ ਹੈ, ਅੱਜ ਹੀ ਟੀਕਾ ਲਾਇਆ ਬਿਸੁੱਧ ਹੋ ਗਿਆ, 8 ਘੰਟੇ ਬੰਦਾ ਉੱਠਿਆ ਹੈ। ਫਿਰ ਕੈਪਟਨ ਸਾਹਿਬ ਤੇ ਚੰਨੀ ਸਾਹਿਬ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣ ਗਏ। ਉਹਦੇ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੂੰ 1.25 ਸਾਲ ਤੋਂ ਉੱਪਰ ਹੋ ਗਿਆ, ਆਮ ਆਦਮੀ ਪਾਰਟੀ ਵੱਲੋਂ ਚੀਫ ਮਿਨਿਸਟਰ ਬਣੇ। ਇਹ ਤਿੰਨ ਹੀ ਧਿਰਾਂ ਸੀ ਮੁੱਖ, ਤਿੰਨਾਂ ਦੀਆਂ ਸਰਕਾਰਾਂ 'ਚ ਹੀ ਆ ਖਬਰਾਂ, ਨਸ਼ੇ ਦੀ ਓਵਰਡੋਜ਼ ਦੇ ਕਰਕੇ ਮੁੰਡਾ ਮਰਿਆ। ਆ ਦੇਖੋ ਜੀ, ਇੱਕ ਮਾਂ ਦੇ 2 ਪੁੱਤ ਸੀ, ਇੱਕ ਪਹਿਲਾਂ ਨਸ਼ੇ ਦੀ ਭੇਟ ਚੜ੍ਹ ਗਿਆ ਸੀ, ਦੂਜਾ ਹੁਣ ਚੜ੍ਹ ਗਿਆ। ਇਹਦਾ ਮਤਲਬ ਹੈ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਤੇ ਹੈ ਕਿ ਭਾਈ ਤੁਸੀਂ ਨਸ਼ਾ ਰੋਕੋ, ਨਹੀਂ ਰੁਕ ਪਾ ਰਿਹਾ। ਸਾਰੀਆਂ ਸਰਕਾਰਾਂ ਪੰਜਾਬ ਦੇ ਲੋਕਾਂ ਨੇ ਬਦਲ ਕੇ ਦੇਖ ਲਈਆਂ। ਓਵਰਡੋਜ਼ ਦੇ ਕਰਕੇ ਮੌਤਾਂ ਅੱਜ ਵੀ ਹੁੰਦੀਆਂ। ਤੁਹਾਨੂੰ ਯਾਦ ਹੋਣਾ, ਆ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਜਦੋਂ ਗਏ ਸੀ ਇੱਕ ਜਗ੍ਹਾ ਦੇ ਉੱਤੇ, ਉੱਥੇ ਇੱਕ ਬੰਦੇ ਨੇ ਕਿਹਾ ਸੀ ਜੀ ਨਸ਼ੇ ਤੇ ਕਾਬੂ ਪਾਓ ਮਾਨ ਸਾਹਿਬ, ਤੇ ਉਹ ਕਹਿੰਦੇ ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ, ਲੱਗਿਓ ਗੰਭੀਰਤਾ ਨਾਲ ਰਿਜ਼ਲਟ ਆਉਣਗੇ। ਕਦ ਆਉਣਗੇ ਪਤਾ ਨਹੀਂ, ਪਰ ਜਦੋਂ ਇੱਕ ਮੁੱਖ ਮੰਤਰੀ ਨੂੰ ਬੰਦਾ ਮੂਹਰੇ ਖੜ ਕੇ ਆਵਾਜ਼ ਦਿੰਦਾ ਨਾ ਕਿ ਭਾਈ ਇਹ ਮਸਲਾ ਵੱਡਾ। ਹੁਣ ਜੇ ਤਾਂ ਪੰਜਾਬ ਦੇ ਪਿੰਡਾਂ ਦੇ ਲੋਕ ਗਏ ਖੜ, ਬੰਦਾ ਕਾਹਦੇ ਲਈ ਡਰਦਾ ਯਾਰ, ਕੋਈ ਹੱਡ ਗੋਡਾ ਤੋੜੂਗਾ, ਕਾਹ ਤੋਂ ਦੁਸ਼ਮਣੀਆਂ ਮੁੱਲ ਲੈਣੀਆਂ। ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਦੋਂ ਘਰ ਉੱਪਰਲੇ ਪਾਸਿਓਂ ਦੀ ਪੁੜੀ ਆ ਜਾਣੀ ਆ, ਪੈਸੇ ਫੋਨ ਤੋਂ ਟਰਾਂਸਫਰ ਹੋ ਜਾਣੇ ਤੁਹਾਡੇ ਘਰੋਂ ਹੀ, ਤੇ ਉਹ ਪੁੜੀ ਕਦੋਂ ਤੁਹਾਡੇ ਘਰ ਦੇ ਕਿਹੜੇ ਜੀਅ ਦੇ ਅੰਦਰ ਚਲੇ ਜਾਣੀ ਆ, ਕੁਝ ਸਮਝ ਨਹੀਂ ਆਉਣੀ। ਹੁਣ ਦੁਸ਼ਮਣ ਤਾਂ ਘਰੇ ਵੀ ਬੈਠਾ, ਦੁਸ਼ਮਣ ਤਾਂ ਬਾਹਰ ਵੀ ਬੈਠਾ। ਜੇ ਪੰਜਾਬ ਦੇ ਪਿੰਡਾਂ ਦੇ ਲੋਕ ਸੰਧਾਲੀਆ ਸਾਹਿਬ ਹੋ ਗਏ ਇਕੱਠੇ, ਵੱਟ ਬੰਨੇ ਦੀ ਲੜਾਈ ਵੀ ਲੜਦੇ ਹੀ ਆ, ਰੈਲੀਆਂ ਰੋਡ ਸ਼ੋਅ ਦੇ ਵਿੱਚ ਵੀ ਜਾਂਦੇ ਆ, ਡੋਰ ਟੂ ਡੋਰ ਪ੍ਰਚਾਰ ਵੀ ਲੀਡਰਾਂ ਦੇ ਲਈ ਕਰਦੇ ਆ। ਜੇ ਆਹ ਮੁੱਦਾ ਸਭ ਤੋਂ ਉੱਪਰ ਆ ਗਿਆ, ਕੋਈ ਵੱਡੀ ਗੱਲ ਨਹੀਂ, ਨਸ਼ਾ ਬੰਦ ਹੋ ਜਾਵੇ। ਕਿਉਂਕਿ ਜਦੋਂ ਲੀਡਰਾਂ ਨੂੰ ਐ ਲੱਗਦਾ ਨਾ ਕਿ ਲੋਕਾਂ ਦਾ ਮੁੱਦਾ ਬਣ ਗਿਆ, ਜਦੋਂ ਲੋਕਾਂ ਨੂੰ ਐ ਲੱਗਦਾ ਕਿ ਭਾਈ ਲੋਕ ਹੁਣ ਇਸ ਮੁੱਦੇ ਤੇ ਇਕੱਠੇ ਹੋ ਗਏ, ਉਹਨਾਂ ਨੇ ਬਖਸ਼ਣਾ ਨਹੀਂ, ਉਦੋਂ ਫਿਰ ਲੀਡਰ ਤੁਰੰਤ ਡਿਸੀਜਨ ਲੈਂਦੇ ਆ, ਉਦੋਂ ਲੀਡਰ ਫਿਰ ਤੁਰੰਤ ਸਾਰਾ ਕੰਮ ਕਰਦੇ ਆ। ਪਰ ਸਰਕਾਰਾਂ ਬਹੁਤੀਆਂ ਸਫਲ ਨਹੀਂ ਹੋ ਸਕੀਆਂ। ਜਿਹੜੀ ਮਰਜ਼ੀ ਸਰਕਾਰ ਸੀ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦੇ ਤੇ ਲੋਕਾਂ ਦਾ ਉੱਠਣਾ ਲਾਜ਼ਮੀ ਹੈ। ਜੇ ਉਹ ਉੱਠਣਗੇ ਫਿਰ ਦਬਾਅ ਪੈਣਾ, ਤੇ ਦਬਾਅ ਦੀ ਰਾਜਨੀਤੀ ਲੋਕਤੰਤਰ 'ਚ ਕੰਮ ਬੜਾ ਕਰਦੀ ਹੈ। ਚਲੋ ਆਸ ਕਰਦੇ ਹਾਂ ਵੀ ਇਸ ਪਾਸੇ ਵੀ ਗੱਲ ਹੁਣ ਤੁਰੂਗੀ। ਅਗਲੀ ਗੱਲ ਕਰੀਏ ਤੇ ਮੇਰਾ ਖਿਆਲ ਇੱਕ ਪਿਛਲੇ ਦਿਨੇ ਵੀ ਥੋੜ੍ਹੀ ਜਿਹੀ ਗੱਲ ਚੱਲੀ ਸੀ, ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤੋਰੀ ਸੀ, ਹੁਣ ਹਰਸਿਮਰਤ ਬਾਦਲ ਹੋਰਾਂ ਨੇ ਵੀ ਉਹੀ ਗੱਲ ਕੀਤੀ। ਮਤਲਬ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੋਂ ਇਹ ਗੱਲ ਆ ਰਹੀ ਹੈ ਕਿ ਵੀ ਜੰਮੂ ਕਸ਼ਮੀਰ ਦੇ ਵਿੱਚ, ਕਿਉਂਕਿ ਹੁਣ ਗਾਂ ਉਹ ਕਹਿੰਦੇ ਵੀ ਆਪਾਂ ਐਕਸਪੈਂਸ਼ਨ ਕਰਨੀ ਹੈ, ਕਿਉਂਕਿ ਉਹਨੂੰ 3 ਹਿੱਸਿਆਂ 'ਚ ਵੰਡ ਦਿੱਤਾ, ਗਾਂ ਹੁਣ ਵੋਟਾਂ ਵੀ ਪੈਣੀਆਂ, ਵੀ ਉੱਥੇ ਸਿੱਖ ਭਾਈਚਾਰੇ ਦੀਆਂ ਵੋਟਾਂ ਸੀ, ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਸੀ, ਸੋ ਉਹਨਾਂ ਦੇ ਲਈ ਉੱਥੇ 2 ਸੀਟਾਂ ਰਾਖਵੀਆਂ ਕੀਤੀਆਂ ਜਾਣ ਕਿ ਵੀ ਉਹਨਾਂ ਸੀਟਾਂ ਤੋਂ ਸਿਰਫ ਜਿਹੜਾ ਕੋਈ ਸਿੱਖ ਕੈਂਡੀਡੇਟ ਆ ਉਹੀ ਖੜਾ ਹੋ ਸਕਦਾ, ਤਾਂ ਜੋ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਨੁਮਾਇੰਦਗੀ ਸੀ ਸਿੱਖਾਂ ਦੀ ਉਹਨੂੰ ਬਰਕਰਾਰ ਰੱਖਿਆ ਜਾਵੇ। ਹੁਣ ਇਹ ਉੱਦਾਂ ਹੀ ਆ ਜਿੱਦਾਂ ਪਹਿਲਾਂ ਹਰਿਆਣੇ ਦੀ ਗੱਲ ਚੱਲਦੀ ਸੀ, ਦਿੱਲੀ ਦੀ ਗੱਲ ਚੱਲਦੀ ਸੀ, ਉੱਦਾਂ ਹੀ ਜੰਮੂ ਕਸ਼ਮੀਰ ਦੇ ਵਿੱਚ ਵੀ ਇਹ ਵੀ ਆਪਾਂ ਨੂੰ ਪਤਾ ਵੀ ਉੱਥੇ ਸਿੱਖ ਭਾਈਚਾਰਾ ਪਹਿਲਾਂ ਤੋਂ ਰਹਿੰਦਾ ਆਉਂਦਾ, ਹੁਣ ਵੀ ਰਹਿੰਦਾ। ਇਹ ਡਿਮਾਂਡ ਜਿਹੜੀ ਚੁੱਕੀ ਆ, ਤੇ ਕਹਿੰਦੇ ਆ ਵੀ ਚਿੱਠੀ ਪੱਤਰ ਜਿਹੜਾ ਵੀ ਉਹ ਗ੍ਰਹਿ ਮੰਤਰੀ ਸਾਹਿਬ ਤੱਕ ਵੀ ਪਹੁੰਚਦਾ ਕੀਤਾ। ਮੈਨੂੰ ਲੱਗਦਾ ਕਿ ਵੀ ਜੇ ਇਹਨੂੰ ਸੁਹਿਰਦਤਾ ਨਾਲ ਬੀਜੇਪੀ ਜਾਂ ਦੂਸਰੇ ਪਾਸੇ ਵੋਟਾਂ ਵਾਲੀ ਰਾਜਨੀਤੀ ਦੇ ਹਿਸਾਬ ਨਾਲ ਬੀਜੇਪੀ ਵਿਚਾਰ ਲਵੇ ਤੇ ਹੋ ਸਕਦਾ ਗੱਲ ਬਣ ਵੀ ਜਾਵੇ। ਸੰਧਾਲੀਆ ਸਾਹਿਬ, ਮੈਨੂੰ ਬਹੁਤਾ ਪਤਾ ਨਹੀਂ, ਸ਼ਾਇਦ ਗਿਆਨ ਦੀ ਘਾਟ ਹੋਵੇ ਕਿ ਭਾਰਤ ਦੇ ਵਿੱਚ ਕਿਸੇ ਹੋਰ ਸੂਬੇ ਦੇ ਵਿੱਚ ਧਰਮ ਦੇ ਆਧਾਰ ਦੇ ਉੱਤੇ ਕੁਝ ਸੀਟਾਂ ਰਾਖਵੀਆਂ ਹੈਗੀਆਂ। ਮੈਨੂੰ ਬਹੁਤਾ ਨਹੀਂ ਪਤਾ, ਜੇ ਹੋਈਆਂ ਤਾਂ ਟਿੱਪਣੀਆਂ ਆ ਜਾਣੀਆਂ। ਮੈਨੂੰ ਯਾਦ ਆਉਂਦਾ, ਠੀਕ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮੰਗ ਕੀਤੀ, ਵਧੀਆ। ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਮੰਗ ਅੱਗੇ ਗਏ, ਠੀਕ ਹੈ, ਤੁਹਾਡਾ ਲੋਕਤੰਤਰ ਦੇ ਵਿੱਚ ਤੁਹਾਡਾ ਹੱਕ ਬਣਦਾ, ਤੁਸੀਂ ਮੰਗ ਕਰੋ। ਇਹਦੇ ਨਾਲ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਅਕਾਲੀ ਦਲ ਰਿਹਾ ਹੈ। ਸੰਘਰਸ਼ ਬੜਾ ਵੱਡਾ, ਕੋਈ ਬੰਦਾ 1 ਮਿੰਟ ਦੇ ਬੋਲ ਕੇ ਡਿਨਾਈ ਥੋੜ੍ਹੀ ਕਰ ਸਕਦਾ ਹੈ। ਦੁਬਾਰਾ ਅਕਾਲੀ ਦਲ ਉਸ ਪੋਜੀਸ਼ਨ 'ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਅਸੀਂ ਨੁਮਾਇੰਦਗੀ ਕਰਦੇ ਹਾਂ। ਦੂਸਰੇ ਪਾਸੇ ਤੁਹਾਨੂੰ ਯਾਦ ਹੋਣਾ ਸੰਧਾਲੀਆ ਸਾਹਿਬ ਕਿ ਇੱਕ ਸਮਾਂ ਇੱਦਾਂ ਦਾ ਆ ਗਿਆ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ 5 ਸਾਲ ਨਹੀਂ ਸੀ ਕੱਢਦੀ, 1.5 ਸਾਲ ਬਾਅਦ ਟੁੱਟ ਗਈ, 2.5 ਸਾਲ ਬਾਅਦ ਟੁੱਟ ਗਈ। ਲੋਕ ਵੋਟਾਂ ਪਾਉਂਦੇ ਸੀ, ਸਰਕਾਰ ਬਣਾ ਦਿੰਦੇ ਸੀ, ਕਾਰਜਕਾਲ ਨਹੀਂ ਸੀ ਪੂਰਾ ਹੁੰਦਾ। ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਐਕਟਿਵ ਹੋਏ ਆ, ਉਹਦੇ ਤੋਂ ਬਾਅਦ ਸਰਕਾਰਾਂ ਟਰਮ ਵੀ ਪੂਰੀ ਕਰਨ ਲੱਗੀਆਂ, 2 ਵਾਰ ਵੀ ਸਰਕਾਰਾਂ ਬਣ ਗਈਆਂ। ਤੁਹਾਨੂੰ ਯਾਦ ਹੋਣਾ ਜਦੋਂ 7 'ਚ ਸਰਕਾਰ ਬਣੀ ਹੈ, ਉਹਦੇ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਪ ਮੁੱਖ ਮੰਤਰੀ ਵੀ ਬਣੇ, ਅਕਾਲੀ ਦਲ ਦੇ ਪ੍ਰਧਾਨ ਵੀ ਬਣ ਗਏ ਸੀ। ਉਹ ਬਾਰ-ਬਾਰ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਅਕਾਲੀ ਦਲ ਹੁਣ ਖੇਤਰੀ ਪਾਰਟੀ ਨਹੀਂ। ਉਹ ਹਰਿਆਣੇ 'ਚ ਚੋਣਾਂ ਲੜਨ ਲੱਗ ਪਏ ਸੀ, ਦਿੱਲੀ 'ਚੋਂ ਪੁਰਾਣੀ ਚੋਣਾਂ ਲੜਦੇ ਸੀ। ਉਹਨਾਂ ਨੇ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਜਦੋਂ ਅਕਾਲੀ ਦਲ ਦੇ ਲੀਡਰ ਹੁੰਦੇ ਸੀ, ਉਹਨਾਂ ਨੇ ਉੱਤਰ ਪ੍ਰਦੇਸ਼ ਭੇਜੇ ਤੇ ਸੀਟਾਂ ਮੰਗੀਆਂ ਸੀ ਕਿ ਸਾਨੂੰ 15 ਸੀਟਾਂ ਦਿਓ। ਉਹਨਾਂ ਨੇ ਰਾਜਸਥਾਨ ਦੇ ਵਿੱਚ ਵੀ ਕਿਹਾ ਸੀ ਅਸੀਂ ਇਲੈਕਸ਼ਨ ਲੜਾਂਗੇ। ਉਹ ਜੰਮੂ ਕਸ਼ਮੀਰ ਵਾਲੇ ਪਾਸੇ ਵੀ ਉਹਨਾਂ ਨੇ ਸਰਗਰਮ ਕਰ ਲਿਆ ਸੀ ਬਹੁਤ ਸਾਰੀਆਂ ਧਿਰਾਂ ਨੂੰ। ਹੁਣ ਅਕਾਲੀ ਦਲ ਦੇ ਲਈ ਉਦੋਂ ਐਂ ਲੱਗਦਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ। ਉਹਨਾਂ ਨੂੰ ਲੱਗਦਾ ਕਿ ਭਾਈ ਕੁਝ ਸੀਟਾਂ ਹਰਿਆਣੇ 'ਚੋਂ ਜਿੱਤੀਏ, ਕੁਝ ਦਿੱਲੀ 'ਚੋਂ ਜਿੱਤੀਏ, ਕੁਝ ਯੂਪੀ 'ਚੋਂ ਜਿੱਤੀਏ, ਕੁਝ ਰਾਜਸਥਾਨ ਤੋਂ, ਭਾਵੇਂ 2 ਹੀ ਹੋਣ, ਪਰ ਘੱਟੋ ਘੱਟ ਸਾਡੀ ਤਾਕਤ ਦੇਸ਼ ਦੇ ਵਿੱਚ ਵਧੇ। ਪਰ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੋਚਣ ਦੀ ਲੋੜ ਹੈ ਕਿ ਇੱਕ ਤਾਂ ਉਹ ਸਮਾਂ ਸੀ
ਤੇ ਦੂਜਾ ਅੱਜ ਸਮਾਂ ਆ ਗਿਆ, ਅੱਜ ਆਪਾਂ ਕੇਂਦਰ 'ਚ ਵੀ ਨਹੀਂ, ਅੱਜ ਆਪਾਂ ਪੰਜਾਬ 'ਚ ਵੀ ਨਹੀਂ, MLA ਵੀ ਆਪਣੇ ਤਿੰਨਾਂ ਦੇ ਵਿੱਚੋਂ ਵੀ ਇੱਕ ਭਾਈ ਸਾਹਿਬ ਦਾ ਪਤਾ ਨਹੀਂ ਹੁੰਦਾ ਕਿ ਉਹ ਤੁਹਾਡੇ ਕਿਹੜੇ ਸਟੈਂਡ ਦੇ ਨਾਲ ਸਹਿਮਤ ਹੋਣ ਤੇ ਕਿਹੜੇ ਸਟੈਂਡ ਦੇ ਨਾਲ ਸਹਿਮਤ ਨਾ ਹੋਣ। ਠੀਕ ਹੈ, ਮੰਗ ਕੀਤੀ ਬਹੁਤ ਵਧੀਆ, ਪਰ ਉਸ ਮੰਗ ਨੂੰ ਬੂਰ ਤਾਂ ਪੈ ਸਕਣਾ, ਉਹ ਮੰਗ ਪ੍ਰਭਾਵਸ਼ਾਲੀ ਤਾਂ ਸਾਬਿਤ ਹੋ ਸਕਣੀ ਹੈ ਜਿਨ੍ਹਾਂ ਨੇ ਉਹ ਫੈਸਲਾ ਕਰਨਾ ਹੈ, ਜੇ ਉਹਨਾਂ ਨੂੰ ਲੱਗੂਗਾ ਕਿ ਤੁਸੀਂ ਕਿਸੇ ਤਰ੍ਹਾਂ ਦੀ ਤਾਕਤ ਦੇ ਵਿੱਚ ਸਿਆਸੀ ਤੌਰ ਤੇ ਹੈਗੇ ਆ, ਕਿ ਤੁਹਾਡੀ ਕਦੇ ਉਹਨਾਂ ਨੂੰ ਲੋੜ ਪੈ ਸਕਦੀ ਹੈ, ਇਸ ਕਰਕੇ ਅਕਾਲੀ ਦਲ ਪੈਰਾਂ ਸਿਰ ਦੁਬਾਰਾ ਛੇਤੀ ਹੋਵੇ। ਮੈਨੂੰ ਲੱਗਦਾ ਇਹਦਾ ਇੱਕ ਐਂਗਲ ਮੇਰੇ ਦਿਮਾਗ 'ਚ ਇਹ ਵੀ ਆਉਂਦਾ ਸੀ ਵੀ ਚਲੋ ਅਕਾਲੀ ਦਲ ਨੇ ਡਿਮਾਂਡ ਕੀਤੀ ਕਿਉਂਕਿ ਅਕਾਲੀ ਦਲ ਮੰਨਦਾ ਵੀ ਆਪਾਂ ਨੁਮਾਇੰਦਾ ਜਮਾਤ ਹਾਂ। ਹੋ ਸਕਦਾ ਕਿਸੇ ਬੰਦੇ ਨੂੰ ਇਹ ਲੱਗਦਾ ਹੋਵੇ ਵੀ ਸ਼ਾਇਦ ਅਕਾਲੀ ਦਲ ਆਪਣੇ ਲਈ ਸੀਟਾਂ ਮੰਗ ਰਿਹਾ, ਆਪਣੇ ਲਈ ਨਹੀਂ ਮੰਗੀਆਂ ਜਾ ਰਹੀਆਂ, ਉਹ ਸਿੱਖ ਭਾਈਚਾਰੇ ਲਈ ਮੰਗੀਆਂ ਜਾ ਰਹੀਆਂ। ਹੁਣ ਮੈਂ ਤਾਂ ਹੀ ਜ਼ਿਕਰ ਕੀਤਾ ਸੀ ਵੀ ਜੇ ਕਿਤੇ ਮੰਨ ਲਓ BJP ਦੇ ਦਿਮਾਗ 'ਚ ਇਹ ਗੱਲ ਆਉਂਦੀ ਵੀ ਯਾਰ ਅੱਛਾ ਸਿੱਖ ਭਾਈਚਾਰਾ ਹੈ ਤੇ ਹੈ ਉੱਥੇ, ਕੱਲ੍ਹ ਨੂੰ ਜੇ ਮੰਨ ਲਓ ਆਪਾਂ ਜਦੋਂ ਸਿੱਖਾਂ ਦੇ ਹਲਕਿਆਂ 'ਚ ਜਾ ਕੇ ਕੋਈ ਕਿਤਾਬਚਾ ਜਾਰੀ ਕਰਦੇ ਹਾਂ ਜਾਂ ਉੱਥੇ ਜਾ ਕੇ ਜ਼ਿਕਰ ਕਰਦੇ ਹਾਂ ਵੀ ਸਿੱਖ ਭਾਈਚਾਰੇ ਲਈ BJP ਸਰਕਾਰ ਨੇ ਜਾਂ ਪ੍ਰਧਾਨ ਮੰਤਰੀ ਸਾਹਿਬ ਨੇ ਆਹ ਕੁਛ ਕੀਤਾ, ਉਹਦੇ 'ਚ ਇਹ ਵੀ ਚੀਜ਼ ਇੱਕ ਐਡ ਕੀਤੀ ਜਾ ਰਹੀ ਹੈ ਵੀ ਯਾਰ ਸਿੱਖ ਭਾਈਚਾਰੇ ਦੇ ਲਈ ਉੱਥੇ 2 ਰਾਖਵੀਆਂ ਸੀਟਾਂ ਨੇ। ਹੁਣ ਜੇ ਮੰਨ ਲਓ 2 ਰਾਖਵੀਆਂ ਸੀਟਾਂ ਹੋਣ, ਕਿਸੇ ਨੇ ਇਹ ਥੋੜ੍ਹਾ ਕਹਿਣਾ ਵੀ ਹਾਂ ਵੀ ਉੱਥੇ ਸਿਰਫ 2 ਅਕਾਲੀ ਦਲ ਦੇ ਬੰਦੇ ਖਲੋਣਗੇ ਜੀ। ਅਕਾਲੀ ਦਲ 2 ਬੰਦੇ ਖੜੇ ਕਰ ਲਵੇ, 2 ਸਿੱਖ ਕਾਂਗਰਸੀ ਖੜੇ ਕਰ ਲੈਣ, 2 BJP ਵਾਲੇ ਖੜੇ ਕਰ ਲੈਣ। ਜੇ ਕੋਈ ਉੱਥੋਂ ਦੀ ਖੇਤਰੀ ਪਾਰਟੀ ਹੋਵੇ ਉਹ ਕਹਿਣ ਜੀ ਅਸੀਂ ਆਪਣੇ ਵਾਲੇ ਪਾਸਿਓਂ 2 ਸਿੱਖ ਖੜੇ ਕਰਦੇ ਹਾਂ, ਤਾਂ ਮਤਲਬ ਇਹ ਹੋ ਗਿਆ ਕਿ ਵੀ ਇੱਕ ਕੁਝ ਹਲਕੇ ਹੋਣਗੇ ਜਿਨ੍ਹਾਂ ਹਲਕਿਆਂ ਦੇ ਵਿੱਚ ਸਿਰਫ ਸਿੱਖ ਕੈਂਡੀਡੇਟ ਹੋ ਸਕਦਾ, ਤੇ ਜੇ ਉਹਨਾਂ ਸਿੱਖ ਕੈਂਡੀਡੇਟ ਦੇ ਵਿੱਚੋਂ ਕੋਈ ਵੀ ਜਿੱਤੇ, ਕਿਸੇ ਵੀ ਪਾਰਟੀ ਦਾ ਜਿੱਤੂਗਾ ਤੇ ਸਿੱਖ ਹੀ ਨਾ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਜਿਹੜੀ ਨੁਮਾਇੰਦਗੀ ਹੈ ਉਹ ਗੱਲ ਤੁਸੀਂ ਠੀਕ ਕਹੀ ਵੀ ਉਹ ਪਤਾ ਨਹੀਂ ਹੈ ਕਿ ਵੀ ਧਰਮ ਦੇ ਹਿਸਾਬ ਨਾਲ ਹੈ ਜਾਂ ਨਹੀਂ ਹੈ, ਜਾਂ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਅਕਾਲੀ ਦਲ ਉਹਦੇ ਵਿੱਚ ਉਹ ਜਿਹੜੇ ਕਹਿ ਲਓ ਕਿ ਵੀ ਉੱਥੋਂ ਦੇ ਜੰਮੂ ਕਸ਼ਮੀਰ ਦੇ ਪੰਡਤ ਨੇ ਜਾਂ ਜਿਹੜੇ ਉੱਥੋਂ ਦੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਹਿਸਾਬ ਨਾਲ ਰਾਖਵੀਂ ਕਰਨ ਦੀ ਮੰਗ ਕਰ ਰਿਹਾ, ਉਹ ਉਸ ਤਰ੍ਹਾਂ ਗੱਲ ਬਹਿੰਦੀ ਹੈ ਨਹੀਂ ਬਹਿੰਦੀ ਆਪਾਂ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ। ਪਰ ਜਿਸ ਐਂਗਲ ਤੋਂ ਗੱਲ ਚੱਲਦੀ ਹੈ ਕਿ ਵੀ ਯਾਰ ਜੇ ਘੱਟ ਗਿਣਤੀ ਭਾਈਚਾਰਾ ਹੈ ਜਾਂ ਘੱਟ ਗਿਣਤੀਆਂ ਦੀ ਗੱਲ ਹੁੰਦੀ ਹੈ ਦੇਸ਼ ਦੇ ਵਿੱਚ, ਉਹਨਾਂ ਨੂੰ ਕਿਤੇ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ, ਇਸ ਤਰੀਕੇ ਦਿੱਤੀ ਜਾ ਸਕਦੀ ਹੈ, ਹੋ ਸਕਦਾ ਡਿਬੇਟ ਦਾ ਵਿਸ਼ਾ ਬਣ ਜੇ ਕੱਲ੍ਹ ਨੂੰ, ਕੀ ਪਤਾ ਹੋ ਵੀ ਜਾਵੇ। ਚਲੋ ਦੇਖਦੇ ਹਾਂ ਜੀ ਕਹਾਣੀ ਕਿੱਧਰ ਜਾਂਦੀ ਹੈ। ਉਧਰ ਸੁਨੀਲ ਜਾਖੜ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਰਾਜਪਾਲ ਸਾਹਿਬ ਬਨਵਾਰੀ ਲਾਲ ਪੁਰੋਹਿਤ ਸਾਹਿਬ ਤੋਂ ਸਮਾਂ ਲੈਂਦੇ ਆ, ਕੁੰਡਾ ਖੜਕਾਉਂਦੇ ਆ ਕਿ ਰਾਜਪਾਲ ਸਾਹਿਬ ਹੜ੍ਹਾਂ ਤੇ ਗੱਲ ਕਰਨੀ ਹੈ। ਕਾਫਲੇ ਦਾ ਕਾਫਲਾ ਜਾਂਦਾ ਹੈ, ਜਾਖੜ ਸਾਹਿਬ ਦੇ ਨਾਲ ਬੰਦੇ ਬਹੁਤ ਸੀ, ਮੋਹਰਿਓਂ ਚਾਹ ਦਾ ਵੀ ਪਤੀਲਾ ਅਗਲਿਆਂ ਨੇ ਧਰਿਆ ਸੀ। ਜਾਖੜ ਸਾਹਿਬ ਨੇ ਉੱਥੇ ਜਾ ਕੇ ਕਿਹਾ ਜੀ ਹੜ੍ਹਾਂ ਦੇ ਕਰਕੇ ਰਾਜਪਾਲ ਸਾਹਿਬ ਬੜਾ ਔਖਾ, ਤੁਸੀਂ ਵੀ ਵਿਹਨੇ ਹੋ ਅੱਜ ਕੱਲ੍ਹ। ਤੇ ਦੂਸਰਾ ਉਹ ਕਹਿੰਦੇ ਜੀ ਅਸੀਂ ਆ ਕੁਝ ਭਾਰਤੀ ਜਨਤਾ ਪਾਰਟੀ ਵੱਲੋਂ ਹੜ੍ਹ ਪੀੜਤਾਂ ਦੇ ਲਈ ਕੀਤਾ, ਉਹਨਾਂ ਨੇ ਆਪਣੀ ਰਿਪੋਰਟ ਦਿੱਤੀ, ਕੋਈ ਮਾੜੀ ਗੱਲ ਨਹੀਂ ਰਿਪੋਰਟ ਦਿੱਤੀ, ਜੇ ਕਰਕੇ ਕੰਮ ਕੋ ਬੰਦਾ ਰਿਪੋਰਟ ਦਿੰਦਾ ਹੈ। ਫਿਰ ਉਹ ਕਹਿੰਦੇ ਜੀ ਦੇਖੋ ਹੜ੍ਹ ਆਏ ਰਾਜਪਾਲ ਸਾਹਿਬ, ਕੋਈ ਗੱਲ ਨਹੀਂ, ਕੁਦਰਤੀ ਕਰੋਪੀ ਹੈ, ਕੋਈ ਰੋਕ ਨਹੀਂ ਸਕਦਾ, ਪਰ ਸਰਕਾਰ ਵੀ ਅਸਫਲ ਸਿੱਧ ਹੋਈ ਹੈ। ਉਹ ਕਹਿੰਦੇ ਜੀ ਅਸੀਂ ਰੌਲਾ ਪਾਉਂਦੇ ਸੀ ਬਰਸਾਤ ਤੋਂ ਪਹਿਲਾਂ ਕਿ ਪ੍ਰਬੰਧ ਕਰ ਲਏ, ਨਹਿਰਾਂ ਸਾਫ਼ ਨੇ, ਚੋ ਸਾਫ਼ ਨੇ, ਦਰਿਆਵਾਂ ਦੇ ਬੰਨੇ ਕੰਢੇ ਨਹਿਰਾਂ ਦੇ ਜਿਹੜੇ ਸੈੱਟ ਕਰ ਲਏ, ਉਹ ਕਹਿੰਦੇ ਸਰਕਾਰ ਜਵਾਬ ਨਹੀਂ ਸੀ ਦਿੰਦੀ। ਇੱਕ ਤਾਂ ਕਹਿੰਦੇ ਜੀ ਸਰਕਾਰ ਨੇ ਗਲਤੀ ਕੀਤੀ ਉੱਥੇ, ਦੂਸਰਾ ਜਾਖੜ ਸਾਹਿਬ ਕਹਿੰਦੇ ਹੁਣ ਵੀ ਜਦੋਂ ਕਿਤੇ ਜਾ ਕੇ ਆਉਨੇ ਆ ਸਰਕਾਰੀ ਅਧਿਕਾਰੀਆਂ ਦੀ ਤੇ ਸਰਕਾਰ ਦੀ ਬਸ ਹਾਜ਼ਰੀ ਹੈ ਇਕੱਲੀ, ਲੋਕਾਂ ਨੂੰ ਪ੍ਰੈਕਟੀਕਲੀ ਕੋਈ ਬਹੁਤਾ ਫਾਇਦਾ ਫੂਦਾ ਨਹੀਂ ਉਹਨਾਂ ਨੇ ਦਿੱਤਾ ਤੇ ਲੋਕ ਤੰਗ ਨੇ। ਤੇ ਰਾਜਪਾਲ ਸਾਹਿਬ ਨੂੰ ਬੇਨਤੀ ਵੀ ਉਹਨਾਂ ਨੇ ਕਰ ਦਿੱਤੀ ਕਿ ਤੁਸੀਂ ਰਾਜਪਾਲ ਸਾਹਿਬ ਕੇਂਦਰ ਸਰਕਾਰ ਦੇ ਨੁਮਾਇੰਦੇ ਹੋ, ਕੇਂਦਰ ਸਰਕਾਰ ਨੂੰ ਬੇਨਤੀ ਕਰੋ ਕਿ ਥੋੜ੍ਹਾ ਜਿਹਾ ਸੂਬਾ ਸਰਕਾਰ ਦਾ ਹੱਥ ਹੋੜ ਫੜਨ, ਲੋਕਾਂ ਨੂੰ ਥੋੜ੍ਹੀ ਜਿਹੀ ਸਹਾਇਤਾ ਮਿਲੇ। ਫਸਲ ਵੀ ਨਹੀਂ ਕਹਿੰਦੇ ਜੀ ਅਗਲੀ ਬੀਜੀ ਜਾਣੀ, ਲੋਕਾਂ ਦੇ ਘਰ ਟਹਿ ਗਏ, ਜਾਣੀ ਜਿੰਨੇ ਕਿ ਇਸ਼ੂ ਹੜ੍ਹਾਂ ਤੋਂ ਬਾਅਦ ਪੈਦਾ ਹੋਏ ਹੈ, ਜਾਖੜ ਸਾਹਿਬ ਨੇ ਸਾਰੇ ਦੇ ਸਾਰੇ ਇਸ਼ੂ ਜਿਹੜੇ ਡਿਸਕਸ ਕੀਤੇ ਰਾਜਪਾਲ ਸਾਹਿਬ ਦੇ ਨਾਲ। ਪਰ ਇੱਥੇ ਇੱਕ ਬੜੀ ਕਮਾਲ ਦੀ ਗੱਲ ਜਿਹੜੀ ਦੇਖਣ ਵਾਲੀ ਸੀ, ਕਮਾਲ ਦੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਅਸ਼ਵਨੀ ਸ਼ਰਮਾ ਸਾਹਿਬ ਦਾ ਚਰਚਾ ਚੱਲਦਾ ਸੀ ਕਿ ਬਹੁਤਾ ਤੁਰੇ ਨਹੀਂ ਨਾਲ। ਮੈਂ ਅਜੇ ਤੱਕ ਉਹਨਾਂ ਦੀ ਜਾਖੜ ਸਾਹਿਬ ਦੇ ਨਾਲ ਫੋਟੋ ਨਹੀਂ ਦੇਖੀ ਜਦੋਂ ਦੇ ਉਹਨਾਂ ਨੇ ਪ੍ਰਧਾਨਗੀ ਛੱਡੀ ਆ ਤੇ ਜਾਖੜ ਸਾਹਿਬ ਨੇ ਪ੍ਰਧਾਨਗੀ ਲਈ ਆ। ਆਪਾਂ ਨਹੀਂ ਕਿੰਨੇ ਗੁੱਸੇ ਆ, ਪਰ ਜਾਖੜ ਸਾਹਿਬ ਦੇ ਨਾਲ ਕਿਉਂਕਿ BJP ਪੰਜਾਬ 'ਚ ਕਿੰਨੀ ਕੁ ਸਰਗਰਮ ਸੀ ਪਹਿਲਾਂ ਸਾਰਿਆਂ ਨੂੰ ਪਤਾ ਹੈ, ਕਿੰਨੀ ਕੁ ਤਾਕਤ ਦੇ ਵਿੱਚ ਸਾਰਿਆਂ ਨੂੰ ਪਤਾ ਹੈ। ਹੁਣ ਜਾਖੜ ਸਾਹਿਬ ਦੇ ਨਾਲ ਕੇਵਲ ਸਿੰਘ ਢਿੱਲੋਂ ਸਾਹਿਬ ਸੀ, ਬਲਵੀਰ ਸਿੰਘ ਸਿੱਧੂ ਹੋਰੀ ਸੀ, ਗੁਰਪ੍ਰੀਤ ਸਿੰਘ ਕਾਂਗੜ ਹੋਰੀ ਸੀ, ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਸਨ, ਪਰਮਿੰਦਰ ਸਿੰਘ ਬਰਾੜ ਸਾਹਿਬ ਸਨ, ਅਰਵਿੰਦ ਖੰਨਾ ਸਾਹਿਬ ਸੀ। ਇਹ ਸਾਰੇ ਲੀਡਰ ਉਹ ਨੇ ਜਿਹੜੇ ਕੁਝ ਸਮਾਂ ਪਹਿਲਾਂ ਤੱਕ ਕਾਂਗਰਸ ਪਾਰਟੀ ਦੇ ਵਿੱਚ ਸੀ ਤੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ 'ਚ ਨੇ। ਉਹਨਾਂ ਦਾ ਸਰਗਰਮ ਹੋਣਾ ਕੋਈ ਮਾੜਾ ਥੋੜ੍ਹੀ ਹੈ, ਪਰ ਮੈਨੂੰ ਲੱਗਦਾ ਜਿੱਥੋਂ ਤੱਕ ਮੈਂ ਫੋਟੋ ਪਛਾਣ ਸਕਿਆ ਸ਼ਾਇਦ ਜੀਵਨ ਗੁਪਤਾ ਹੋਰੀ ਤੇ ਤੀਕਸ਼ਣ ਸੂਦ ਨੇ, ਜੀਵਨ ਗੁਪਤਾ ਸਾਹਿਬ ਤੇ ਇਧਰਲੇ ਪਾਸੇ ਰਾਕੇਸ਼ ਰਠੌਰ, ਉਹ ਜਲੰਧਰ ਦੇ ਮੇਅਰ ਹੁੰਦੇ ਸੀ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ, ਫਿਰ ਉਸ ਤੋਂ ਬਾਅਦ ਜਨਰਲ ਸਕੱਤਰ ਵੀ ਉਹਨਾਂ ਨੂੰ ਲਾਇਆ। ਇਹ 2-3 ਹੀ ਵੱਡੇ ਲੀਡਰ ਸੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਲੀਡਰ ਸੀ। ਕੀ ਜਿਹੜੇ ਕਿਉਂਕਿ ਜੈਨਿੰਦਰ ਕੌਰ ਕੈਪਟਨ ਸਾਹਿਬ ਦੀ ਧੀ ਉਹ ਵੀ ਉੱਥੇ ਗਏ ਹੋ ਸੀ, ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਦੀ ਧੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਉਹ ਵੀ ਨਾਲ ਮੌਜੂਦ ਸਨ, ਹੋਰ ਕਈ ਬੰਦੇ ਮੈਂ ਭੁੱਲ ਗਿਆ ਹੋਊਗਾ ਨਾਮ। ਹੁਣ ਇਹਨਾਂ ਦੇ ਵਿੱਚੋਂ ਬਹੁਤੇ ਬੰਦੇ ਉਹ ਆ ਜਿਨ੍ਹਾਂ ਨੂੰ ਅਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੰਬਾ ਸਮਾਂ ਨਹੀਂ ਹੋਇਆ। ਹੁਣ
ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਲੰਧਰ ਦੇ ਵਿੱਚ ਕਾਲੀਆ ਸਾਹਿਬ ਨੇ, KD ਭੰਡਾਰੀ ਹੋ ਰਹੀ ਹੈ, ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਬੰਦੇ ਨੇ, ਪਠਾਨਕੋਟ ਵਾਲੇ ਪਾਸੇ ਹੈਗੇ ਆ, ਲੁਧਿਆਣੇ ਦੇ ਵਿੱਚ ਨੇ, ਉਹ ਸਾਰੇ ਬੰਦੇ ਨਾਲ ਕਿਉਂ ਨਹੀਂ ਸੀਗੇ? ਕਿ ਜਿਹੜੇ ਬੰਦੇ ਨੇੜੇ ਸੀ ਜਾਂ ਜਿਹੜੇ ਬੰਦੇ ਚੰਡੀਗੜ੍ਹ ਦੇ ਵਿੱਚ ਮੌਜੂਦ ਸੀ, ਹੋ ਸਕਦਾ ਕਿ ਉਹਨਾਂ ਨੂੰ ਸੱਦ ਲਿਆ ਹੋਵੇ, ਜਾਂ ਪੁਰਾਣੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਅਜੇ ਤਾਲਮੇਲ ਬਿਠਾਉਣਾ ਬਾਕੀ ਹੈ। ਉਹ ਸਾਰੀਆਂ ਚੀਜ਼ਾਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ, ਪਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਮੂਹਰਲੀ ਕਤਾਰ ਦੇ ਵਿੱਚ ਸਾਬਕਾ ਕਾਂਗਰਸੀ ਵੱਧ ਨਜ਼ਰ ਆ ਰਿਹਾ। ਇਹ ਨਾ ਰੋਗੀ ਗੱਲ ਚੱਲਣ ਲੱਗ ਪਈ। ਆਪਾਂ ਅੱਗੇ ਵੀ ਜ਼ਿਕਰ ਕੀਤਾ ਹੈ, ਐਂਡ ਸੋਸ਼ਲ ਮੀਡੀਆ ਜ਼ਰੂਰ ਚੈੱਕ ਕਰਦੇ ਹੋਣਗੇ ਸਾਰੇ ਲੀਡਰ ਜੀ। ਮੈਂ ਵੀ ਫਰੋਲਣ ਦੀ ਕੋਸ਼ਿਸ਼ ਕੀਤੀ ਤੇ ਵਿੱਚ ਟਿੱਪਣੀਆਂ ਪਤਾ ਕੀ ਆਉਂਦੀਆਂ, ਉਹ ਕਹਿੰਦੇ ਜੀ ਵਧੀਆ ਹੋ ਗਿਆ ਕਾਂਗਰਸ ਪਾਰਟੀ ਚੋਂ ਲੀਡਰ ਲੈ ਗਈ BJP। ਆਪਾਂ ਜਿਹੜੇ ਬੰਦੇ ਨੇ ਟਿੱਪਣੀਆਂ ਕੀਤੀਆਂ ਹੋਣਗੀਆਂ, ਮੇਰਾ ਖਿਆਲ ਉਹਨਾਂ ਤੋਂ ਅੰਦਾਜ਼ਾ ਲੱਗਦਾ ਹੋਊਗਾ ਵੀ ਉਹ ਵੀ ਕੁਝ ਹੋ ਸਕਦਾ ਕਾਂਗਰਸ ਦੇ ਹੋਣ, ਕੁਝ ਕਾਂਗਰਸ ਦੇ ਵਿਰੋਧੀ ਵੀ ਹੋਣ ਜਾਂ BJP ਦੇ ਵਿਰੋਧੀ ਵੀ ਹੋਣ। ਉਹਨਾਂ ਦਾ ਕਹਿਣ ਤੋਂ ਭਾਵ ਇਹ ਸੀ ਕਿ ਵੀ ਕਾਂਗਰਸ ਪਾਰਟੀ ਨੂੰ ਕਿਹੜੀ ਚੀਜ਼ ਨੇ ਮਾਰਿਆ ਸੀ? ਧੜੇਬੰਦੀ ਨੇ, ਵੀ ਇਹ ਇਕੱਠੇ ਨਹੀਂ ਹੋ ਸਕਦੇ, ਵੀ ਜਿੱਥੇ ਚੱਲ ਗਏ ਉੱਥੇ ਇਹਨਾਂ ਨੇ ਧੜੇਬੰਦੀ ਕਰਨੀ ਹੈ। ਕਾਂਗਰਸ ਪਾਰਟੀ 'ਚ ਹੁਣ ਵੀ ਹੈਗੀ ਜਿਹੜੇ ਬਚ ਗਏ, ਮਗਰ ਜਿਹੜੇ ਚੱਲ ਗਏ ਉੱਥੇ ਜਾ ਕੇ ਉਹੀ ਕੰਮ ਕਰ ਰਹੇ। ਇਸ ਤੋਂ ਗੱਲ ਪਹਿਲਾਂ ਇਹ ਤਾਂ ਗੱਲ ਪਤਾ ਲੱਗਦੀ ਸੀ ਨਾ, BJP 'ਚ ਭਾਵੇਂ ਉਹ ਜਿੰਨੇ ਕਿ ਵੀ ਲੀਡਰ ਸੀ, ਪੁਰਾਣੇ ਸੀ, ਪਹਿਲੇ ਸੀ, ਉਹ ਜਿੱਥੇ ਕਿਤੇ ਵੀ ਹੁੰਦੇ ਸੀ ਇਕੱਠੇ ਹੁੰਦੇ ਸੀ। ਉਹਦੇ 'ਚ ਆਪਾਂ ਨੂੰ ਕਦੇ ਕੋਈ ਬਹੁਤੀ ਧੜੇਬੰਦੀ ਨਜ਼ਰ ਨਹੀਂ ਆਈ ਸੀ, ਹੈ ਨਾ। ਪਰ ਹੁਣ ਜਾਖੜ ਸਾਹਿਬ ਦੇ ਪ੍ਰਧਾਨ ਬਣਨ ਤੋਂ ਬਾਅਦ ਜਾਂ ਜਿੰਨੇ ਵੀ ਕਾਂਗਰਸ ਪਾਰਟੀ ਦੇ ਲੀਡਰ ਹੋਰ ਜਾ ਰਹੇ ਨੇ ਕਾਂਗਰਸ ਪਾਰਟੀ ਜਾਂ ਗਏ ਨੇ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਵੀ ਇਸ ਮੁਲਾਕਾਤ ਤੋਂ ਬਾਅਦ ਲਗਭਗ ਉਹ ਤਸਵੀਰ ਹੁਣ ਕਲੀਅਰ ਆਉਣ ਲੱਗ ਪਈ ਵੀ ਯਾਰ ਇਹਦਾ ਮਤਲਬ ਇੱਥੇ ਵੀ ਹੁਣ ਜਿਹੜਾ ਧੜੇਬੰਦੀ ਵਾਲਾ ਰੋਹ ਕਾਂਗਰਸ ਪਾਰਟੀ ਸੀਗਾ ਉਹ BJP ਨੂੰ ਲੱਗ ਗਿਆ। ਹੁਣ ਇਹ ਚਰਚਾ ਜੇ ਸੋਸ਼ਲ ਮੀਡੀਆ 'ਤੇ ਚੱਲਦੀ ਆ ਤੇ ਹੌਲੀ ਹੌਲੀ ਲੋਕਾਂ 'ਚ ਵੀ ਚੱਲੂਗੀ, ਤੇ ਜੇ ਲੋਕਾਂ 'ਚ ਚੱਲਦੀ ਆ ਤੇ ਉਹ ਕਿਤੇ ਨਾ ਕਿਤੇ ਉੱਧਰੋਂ ਕਿਸੇ ਨਾ ਕਿਸੇ ਲੀਡਰ ਦੇ ਮੂੰਹ 'ਤੇ ਗੱਲ ਨਿਕਲਦੀ ਹੋਊਗੀ ਨਾ ਵੀ ਮਹਾਰਾਜ BJP ਪਾਰਟੀ ਕੀ ਸੀ, ਡਿਸਿਪਲਿਨ ਦੀ ਗੱਲ ਚੱਲਦੀ ਸੀ, ਅਨੁਸ਼ਾਸਨ ਦੀ ਗੱਲ ਚੱਲਦੀ ਸੀ। ਜਦੋਂ ਡਾਂਗਾਂ ਦੀ ਗੱਲ ਚੱਲਦੀ ਸੀ ਉਦੋਂ ਬੰਦੇ ਹੋਰ ਸੀਗੇ, ਜਦੋਂ ਹੁਣ ਕਹਿੰਦੇ ਵੀ ਗਾਂ ਕੁਛ ਰਾਜ ਭਾਗ ਦੀ ਗੱਲ ਚੱਲਦੀ ਆ ਉਦੋਂ ਬੰਦੇ ਹੋਰ ਆਣ ਕੇ ਕਬਜ਼ਾ ਕਰੀ ਜਾਂਦੇ ਨੇ। ਆਪਾਂ ਨਹੀਂ ਆਂਦੇ ਵੀ ਉਹਦੇ 'ਚ ਕੋਈ ਉਹਨਾਂ ਦਾ ਕੋਈ ਰੇੜਕਾ ਹੈ ਜਾਂ ਕੀ ਹੈ ਕੀ ਨਹੀਂ ਹੈ, ਪਰ ਇਹ ਜੇ ਚਰਚਾ ਚੱਲਣ ਲੱਗ ਪਈ ਆ ਤੇ ਇਹਦੀ ਗੱਲ ਉੱਪਰ ਤੱਕ ਵੀ ਜਾਂਦੀ ਹੋਊਗੀ, ਹਾਈ ਕਮਾਂਡ ਤੱਕ ਵੀ, ਤੇ ਕੋਈ ਨਾ ਕੋਈ ਗੱਲ ਪਹੁੰਚਾਉਂਦੇ ਹੋਣਗੇ। ਤੇ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਆ ਵੀ ਜਿਹੜੀ ਹਾਈ ਕਮਾਂਡ ਆ ਜਾਂ BJP ਆ ਜਾਂ ਜਿਹੜੀ ਪੁਰਾਣੀ ਕਹਿ ਲਓ RSS ਦੀ ਆਪਾਂ ਗੱਲ ਕਰ ਲਈ, ਉਹ ਆਪਣੇ ਪੁਰਾਣੇ ਬੰਦਿਆਂ ਦਾ ਮਾਣ ਸਨਮਾਨ ਪੂਰਾ ਕਰਦੇ ਹੁੰਦੇ ਆ। ਕਿਸੇ ਵੇਲੇ ਇੱਦਾਂ ਤਾਂ ਨਹੀਂ ਹੁੰਦਾ ਉਹ ਯਾਰ ਬਾਊ ਜੀ ਕੋਈ ਨਹੀਂ ਜਾ ਲੈਣ ਦਿਓ, ਕੁਛ ਬਣਨ ਤੇ ਦਿਓ। ਖੱਟਰ ਸਾਹਿਬ ਨੂੰ ਪਹਿਲਾਂ ਕਿਹੜਾ ਕੋਈ ਜਾਣਦਾ ਸੀ, ਮੁੱਖ ਮੰਤਰੀ ਬਣੇ ਨੇ ਨਾ। ਜੋਗੀ ਸਾਹਿਬ ਬਾਰੇ ਕਿਹੜਾ ਕਿਸੇ ਨੂੰ ਪਤਾ ਸੀ ਜੀ, ਹੈ ਨਾ। ਇਹ ਨਾ ਹੋਵੇ ਬਾਅਦ ਦੇ ਵਿੱਚ ਮੌਕੇ ਦੇ ਉੱਪਰ ਐਂਡ ਦੇ ਅਗਲੇ ਆਖਣ ਵੀ ਨਹੀਂ ਯਾਰ ਠੀਕ ਹੈ, ਜਿੱਦਾਂ ਜੋ ਦਾ ਲੱਗਦਾ ਸੀ ਆਪਾਂ ਲਾ ਲਿਆ, ਤੁਹਾਡਾ ਮਾਣ ਸਤਿਕਾਰ ਵੀ ਕਰਾਂਗੇ, ਦਿਲ ਨਾ ਛੱਡੋ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ, BJP ਨੇ ਆਪਣੀ ਜਿਹੜੀ ਪੁਰਾਣੀ ਪੰਜਾਬ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਮੌਕੇ ਬਹੁਤ ਦਿੱਤੇ ਕਿ ਤੁਸੀਂ ਅਕਾਲੀਆਂ ਦੇ ਨਾਲ ਰਹਿ ਕੇ ਕੰਮ ਕਰੋ, ਅਕਾਲੀਆਂ ਤੋਂ ਬਿਨਾਂ ਕਰਕੇ ਦੇਖੋ, ਪਰ ਬਹੁਤ ਜ਼ਿਆਦਾ ਜੇ ਚੰਗੇ ਨਤੀਜੇ ਕਹੀਏ ਤਾਂ ਆ ਨਹੀਂ ਸਕੇ। BJP ਦੇ ਸੀਨੀਅਰ ਲੀਡਰ ਵੀ ਪੰਜਾਬ 'ਚ ਆਪਣੇ ਦਮ ਤੇ ਸੀਟਾਂ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਹੁਣ BJP ਸਾਰੀ ਉਮਰ ਉਹਨਾਂ ਦੇ ਸਿਰ ਤੇ ਨਹੀਂ ਖੇਡ ਸਕਦੀ। 23 ਸੀਟਾਂ ਤੇ ਵਿਧਾਨ ਸਭਾ ਤੇ 3 ਲੋਕ ਸਭਾ ਸੀਟਾਂ ਥੋੜ੍ਹੀ ਖੇਡ ਸਕਦੀ। ਉਹਨਾਂ ਨੇ ਅੱਗੇ ਵਧਣਾ। ਮੈਨੂੰ ਲੱਗਦਾ ਜਾਖੜ ਸਾਹਿਬ ਪੱਕੀ ਗੱਲ ਹੈ ਕਿ ਇਸ ਗੱਲ ਦੀ ਸ਼ਾਦੀ ਲੈ ਕੇ ਆਏ ਹੋਣਗੇ ਕਿ ਭਾਈ ਜੇ ਮੈਨੂੰ ਪ੍ਰਧਾਨ ਬਣਾਉਣਾ ਤਾਂ ਕੰਮ ਨੂੰ ਆਪਣੇ ਤਰੀਕੇ ਕਰਨ ਦਿਓ। ਮੈਂ ਉਹ ਤਾਂ ਨਜ਼ਰ ਵੀ ਆ ਰਿਹਾ ਤੇ ਉਹ ਇੰਪਲੀਮੈਂਟ ਹੋਣ ਲੱਗ ਪਈਆਂ ਚੀਜ਼ਾਂ। ਬਾਕੀ ਕਿਉਂਕਿ ਰਾਜਪਾਲ ਸਾਹਿਬ ਦੇ ਕੋਲ ਹੜ੍ਹਾਂ ਦੇ ਮੁੱਦੇ ਤੇ ਗਏ ਸੀ, ਮੈਨੂੰ ਲੱਗਦਾ ਇੱਕ ਚੀਜ਼ ਮੈਂ ਹੁਣੇ ਉਹ ਜ਼ਿਕਰ ਇਹਦੇ 'ਚ ਕਰਨ ਲੱਗਾ ਸੀ ਵੀ ਤੁਸੀਂ ਦੇਖੋ ਵੀ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖੀਏ ਤੇ ਗਵਰਨਰ ਸਾਹਿਬ ਦਾ ਜਿਹੜਾ ਆਫਿਸ ਆ ਉਹ ਹੌਲੀ ਹੌਲੀ ਇੱਕ ਦੂਸਰਾ ਸੱਤਾ ਦਾ ਕੇਂਦਰ ਨਹੀਂ ਬਣਦਾ ਜਾ ਰਿਹਾ। ਕਾਂਗਰਸ ਪਾਰਟੀ ਵੱਲੋਂ ਇਕੱਠੇ ਹੋ ਕੇ ਚਲੋ ਜੀ ਉੱਥੇ, BJP ਵੱਲੋਂ ਚਲੋ ਜੀ ਉੱਥੇ, ਅਕਾਲੀ ਦਲ ਦਾ ਵਫਦ ਜਾ ਰਿਹਾ ਚਲੋ ਜੀ ਉੱਥੇ, ਜਾਂ ਕਈ ਵਾਰਾਂ ਜੀ ਹੋਰ ਫਲਾਨੀਆਂ ਜਥੇਬੰਦੀਆਂ ਜਾ ਰਹੀਆਂ ਜੀ ਚਲੋ ਜੀ ਉੱਥੇ। ਜਿਵੇਂ ਹੁਣ ਤਾਂ ਗਵਰਨਰ ਸਾਹਿਬ ਆਪ ਵੀ ਫੀਲਡ 'ਚ ਜਾ ਕੇ ਦੇਖ ਰਹੇ ਨੇ। ਨਹੀਂ ਪੂਰੀ ਤਰ੍ਹਾਂ ਦੇਖ ਰਿਹਾ। ਪਟਿਆਲੇ ਤੋਂ ਬਾਅਦ ਉਹ ਜਲੰਧਰ ਗਏ ਆ। ਜਲੰਧਰ ਦਾ ਵੀ ਇੱਕ ਖਾਸ ਖੇਤਰ ਹੈਗਾ ਸ਼ਾਹਕੋਟ ਵਾਲੇ ਪਾਸੇ, ਜਿੱਥੇ ਹੜ੍ਹ ਆਏ ਆ, ਹੜ੍ਹਾਂ ਦੇ ਕਰਕੇ ਨੁਕਸਾਨ ਹੋਇਆ। ਪਰ ਗਵਰਨਰ ਸਾਹਿਬ ਨੇ ਬਿਲਕੁਲ ਟੋਨ ਚੇਂਜ ਕੀਤੀ ਆ, ਉੱਥੇ ਨਜ਼ਰੀਆ ਬਦਲਿਆ ਲੱਗਦਾ ਹੈ। ਬੋਲਾਂ ਦੇ ਵਿੱਚ ਕੁਝ ਨਰਮੀ ਹੈ, ਕੜਵੜਾਹਟ ਨਹੀਂ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਨੇ ਤਾਂ ਕਈ ਕੁਝ ਆਖਿਆ ਸੀ। ਗਵਰਨਰ ਸਾਹਿਬ ਨੂੰ ਪੱਤਰਕਾਰਾਂ ਦਾ ਕੰਮ ਹੈ ਪੁੱਛਣਾ। ਗਵਰਨਰ ਸਾਹਿਬ ਨੂੰ ਪੁੱਛਿਆ ਜੀ, ਕਹਿੰਦੇ ਜੀ ਹੜ੍ਹਾਂ ਦੇ ਕਰਕੇ ਨੁਕਸਾਨ ਬਹੁਤ ਹੋਇਆ, ਜ਼ਿਆਦਾ ਨੁਕਸਾਨ ਹੈ। ਉਹਨਾਂ ਨੇ ਪੁੱਛਿਆ ਜੀ ਮੁੱਖ ਮੰਤਰੀ ਸਾਹਿਬ ਨਾਲ ਫਿਰ ਕਿੱਦਾਂ? ਉਹ ਕਹਿੰਦੇ ਜੀ ਮੇਰੇ ਬੇਟੇ ਸਮਾਨ ਹੈ, ਸਾਡੀ ਉਮਰ ਦਾ ਫਰਕ ਦੇਖੋ। ਭਗਵੰਤ ਮਾਨ ਹੋਰਾਂ ਨੂੰ ਮੁੱਖ ਮੰਤਰੀ ਨੇ ਸੰਵਿਧਾਨਕ ਤੌਰ ਤੇ ਵੀ ਉਹਨਾਂ ਦਾ ਸਤਿਕਾਰ ਹੈ, ਤੇ ਉਹ ਵੀ ਮੇਰੇ ਪੁੱਤਰਾਂ ਵਰਗੇ ਹਨ ਭਗਵੰਤ ਮਾਨ ਹੋਰੀ। ਚੰਗਾ ਲੱਗਿਆ ਕਿ ਭਾਈ ਠੀਕ ਹੈ, ਆਪਾਂ ਤਾਂ ਕਈ ਦਿਨਾਂ ਦੇ ਕਹਿੰਦੇ ਹਾਂ ਕਿ ਆਪਸ ਵਿੱਚ ਲੜਨ ਦਾ ਕੀ ਫਾਇਦਾ। ਬਾਕੀ ਉਹ ਕਹਿੰਦੇ ਜੀ ਇੱਕ ਗੱਲ ਹੈਗੀ ਹੈ, ਭਗਵੰਤ ਮਾਨ ਮੇਰੇ ਪੁੱਤਰਾਂ ਸਮਾਨ ਹੈ, ਪਰ ਭਗਵੰਤ ਮਾਨ ਹੋਰੀ ਵਿਧਾਨ ਸਭਾ ਦੇ ਵਿੱਚ ਮੇਰੇ ਬਾਰੇ ਜਿਹੜੇ ਸ਼ਬਦ ਬੋਲਦੇ ਆ ਨਾ, ਉਹ ਪੰਜਾਬ ਦੀ ਸੰਸਕ੍ਰਿਤੀ ਦਾ ਹਿੱਸਾ ਨਹੀਂ। ਉਹ ਕਹਿੰਦੇ ਪੰਜਾਬੀ ਇੱਦਾਂ ਕਿੱਥੇ, ਪੰਜਾਬੀ ਭਾਸ਼ਾ ਬੜੀ ਅਮੀਰ ਹੈ, ਪੰਜਾਬੀ ਭਾਸ਼ਾ ਬੜੀ ਪਿਆਰੀ ਹੈ, ਪੰਜਾਬ ਦੇ ਲੋਕ ਤਾਂ ਇਹਦਾ ਕਰਦੇ ਹੀ ਨਹੀਂ। ਇਸ ਕਰਕੇ ਕਹਿੰਦੇ ਜੀ ਉਹ ਸ਼ਬਦ ਕਿਉਂ ਬੋਲਦੇ ਆ ਇੱਦਾਂ ਮੈਨੂੰ ਨਹੀਂ ਪਤਾ।
ਕਾਨੂੰਨ ਕਹਿੰਦੇ ਜੀ ਮੈਂ ਕਹਿੰਦੇ ਸੰਵਿਧਾਨ ਦੀ ਸਹੁੰ ਚੁੱਕੀ ਆ ਕਿ ਮੈਂ ਸੰਵਿਧਾਨ ਦੀ ਰਾਖੀ ਕਰੂੰਗਾ, ਤੇ ਕਹਿੰਦੇ ਜਦੋਂ ਮੈਂ ਸਹੁੰ ਚੁੱਕ ਕੇ ਆਇਆ ਤੇ ਮੈਂ ਇੱਕ ਵੀ ਕੰਮ ਇਦਾਂ ਦਾ ਨਹੀਂ ਹੋਣ ਦਊਂਗਾ ਜਿਹੜਾ ਸੰਵਿਧਾਨ ਤੋਂ ਬਾਹਰ ਹੋਵੇ। ਜਾਣੀ ਪਹਿਲਾਂ ਨਰਮ ਵੀ ਹੋ ਗਏ, ਬਾਅਦ ਵਿੱਚ ਆਪਣੀ ਅਸਲੀ ਗੱਲ ਵੀ ਦੱਸ ਗਿਆ। ਫਿਰ ਉਹ ਕਹਿੰਦੇ ਜੀ ਮੇਰੇ ਤੇ ਦਖਲਅੰਦਾਜ਼ੀ ਦਾ ਦੋਸ਼ ਲੱਗਦਾ। ਉਹ ਕਹਿੰਦੇ ਆ ਲਓ ਤੁਸੀਂ ਪੱਤਰਕਾਰ ਹੋ, ਮੈਂ ਵੀ ਪੱਤਰਕਾਰ ਰਿਹਾ, ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ ਕਿ ਇੱਕ ਚੀਜ਼ ਸਾਬਿਤ ਕਰ ਦੇਣ ਕਿ ਮੈਂ ਸਰਕਾਰ ਦੇ ਕੰਮਾਂ 'ਚ ਦਾਇਰੇ ਤੋਂ ਬਾਹਰ ਜਾ ਕੇ ਕੋਈ ਦਖਲਅੰਦਾਜ਼ੀ ਕੀਤੀ ਹੋਵੇ, ਇੱਕ ਦੱਸ ਦੇਣ। ਕਹਿੰਦੇ ਮੈਂ ਕੋਈ ਦਖਲਅੰਦਾਜ਼ੀ ਨਹੀਂ ਕਰਦਾ, ਮੈਂ ਤਾਂ ਕਹਿੰਦਾ ਕੰਮ ਚੰਗੇ ਤਰੀਕੇ ਚੱਲੇ ਪਰ ਕਨਸਟੀਟਿਊਸ਼ਨ ਦੇ ਮੁਤਾਬਿਕ ਚੱਲੇ, ਸੰਵਿਧਾਨ ਦੇ। ਹੁਣ ਆ ਜਦੋਂ ਸਾਰੀਆਂ ਚੀਜ਼ਾਂ ਉਹਨਾਂ ਨੇ ਕਹਿ ਦਿੱਤੀਆਂ, ਕਹਿੰਦੇ ਜੀ ਮੈਨੂੰ ਕਦੇ ਕਹਿੰਦੇ ਨਾਗਪੁਰੋਂ ਆਇਆ, ਕਦੇ ਕਹਿੰਦੇ ਜੀ ਨਾਗਾਲੈਂਡ ਵਾਲੇ ਪਾਸਿਓਂ। ਉਹ ਕਹਿੰਦੇ ਇਦਾਂ ਦੀ ਗੱਲ ਨਹੀਂ ਹੈਗੀ, ਮੈਂ ਤਾਂ ਪ੍ਰਤੀਨਿਧ ਹਾਂ, ਮੈਨੂੰ ਤਾਂ ਜਿਹੜੀਆਂ ਡਿਊਟੀਆਂ ਦਿੱਤੀਆਂ ਸਾਡੇ ਕਨਸਟੀਟਿਊਸ਼ਨ ਨੇ ਉਹ ਨਿਭਾ ਰਿਹਾ, ਪਰ ਮੈਂ ਗਲਤ ਕੰਮ ਕੋਈ ਨਹੀਂ ਹੋਣ ਦੇਣਾ। ਮੈਂ ਹੁਣੇ ਕਹਿਣਾ ਦਖਲਅੰਦਾਜ਼ੀ ਵਾਲੀ ਗੱਲ ਕੋਈ ਨਹੀਂ, ਜਿੱਥੇ ਕਾਨੂੰਨ ਦੇ ਖਿਲਾਫ ਜਾਂਦੇ ਆ ਉੱਥੇ ਆਪਾਂ ਡਾਂਗ ਚੱਕ ਲੈਣੀ। ਗੱਲ ਤਾਂ ਦੇਖੋ ਠੀਕ ਹੈ ਗਵਰਨਰ ਸਾਹਿਬ ਦੀ, ਹੁਣ ਜੋ ਉਹਨਾਂ ਦੇ ਅਧਿਕਾਰ ਨੇ ਉਸ ਅਧਿਕਾਰ ਦੇ ਹਿਸਾਬ ਨਾਲ ਹੀ ਅਗਲੇ ਕੰਮ ਕਰ ਰਹੇ ਨੇ ਨਾ। ਹੁਣ ਇੱਕ ਚੀਜ਼ ਮੈਂ ਵੀ ਸੋਚਦਾ ਸੀ ਵੀ ਅਧਿਕਾਰ ਤੇ ਮੇਰਾ ਖਿਆਲ ਹਰੇਕ ਪੋਸਟ ਤੇ ਹੁੰਦੇ ਆ ਨਾ, ਫਰਕ ਇਹ ਹੁੰਦਾ ਵੀ ਤੁਸੀਂ ਕਦੋਂ ਕਿੱਦਾਂ ਦੇ ਵਰਤਨੇ ਆ। ਹੁਣ ਜਿਹੜੀ ਡਿਬੇਟ ਮੇਰਾ ਖਿਆਲ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਛੇੜੀ ਸੀ, ਉਹ ਕਹਿੰਦੇ ਵੀ ਇਸ ਤੋਂ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਜੋ ਕੁਛ ਕਿਵੇਂ ਚੱਲਦਾ ਰਿਹਾ, ਉਦੋਂ ਕਿੰਨੀਆਂ ਕੁ ਚਿੱਠੀਆਂ ਆਉਂਦੀਆਂ ਸੀ, ਉਹਨਾਂ ਦਾ ਜਵਾਬ ਹੋਵੇ। ਤੇ ਜਿਹੜਾ ਇਸ ਤੋਂ ਪਹਿਲਾਂ ਜਦੋਂ ਸੁਪਰੀਮ ਕੋਰਟ ਤੱਕ ਕੇਸ ਗਿਆ ਸੀ, ਉਦੋਂ ਮੇਰਾ ਖਿਆਲ ਮੀਡੀਆ 'ਚ ਵੀ ਉਹ ਜ਼ਿਕਰ ਕੀਤਾ ਸੀ ਉਹਨਾਂ ਨੇ, ਤਾਂ ਮੇਰਾ ਖਿਆਲ ਉਦੋਂ ਪੂਰੇ ਦੇਸ਼ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਕਿੱਥੇ-ਕਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਤੇ ਕਿੱਥੇ-ਕਿੱਥੇ ਦੂਸਰੀਆਂ ਸਰਕਾਰਾਂ ਨੇ। ਫਿਰ ਉਹ ਕਹਿੰਦੇ ਜਿੱਥੇ ਬੀਜੇਪੀ ਦੀ ਸਰਕਾਰ ਉੱਥੋਂ ਵਾਲੇ ਗਵਰਨਰ ਸਾਹਿਬ ਦੀਆਂ ਚਿੱਠੀਆਂ ਕਿੰਨੀਆਂ ਆਉਂਦੀਆਂ ਨੇ, ਜਿੱਥੇ ਨਹੀਂ ਸਰਕਾਰ ਹੈਗੀ ਉੱਥੋਂ ਵਾਲੇ ਗਵਰਨਰ ਸਾਹਿਬ ਦੀਆਂ ਚਿੱਠੀਆਂ ਕਿੰਨੀਆਂ ਆਉਂਦੀਆਂ ਨੇ, ਵੀ ਕੀ ਸੰਵਿਧਾਨਕ ਅਹੁਦਿਆਂ ਦੇ ਵਿੱਚ ਵੱਖੋ-ਵੱਖ ਥਾਂ ਦੇ ਉੱਪਰ ਫਰਕ ਆ, ਵੀ ਜਿੱਥੇ ਸਰਕਾਰ ਦੂਸਰੀ ਉੱਥੋਂ ਦੇ ਗਵਰਨਰ ਸਾਹਿਬ ਕੋਲ ਅਚਾਨਕ ਪਾਵਰਾਂ ਵੱਧ ਜਾਂਦੀਆਂ, ਜਿੱਥੇ ਸਰਕਾਰ ਦੂਜੀ ਉੱਥੇ ਗਵਰਨਰ ਸਾਹਿਬ ਕੋਲ ਪਾਵਰਾਂ ਘੱਟ ਜਾਂਦੀਆਂ। ਹੁਣ ਜੇ ਗੱਲਾਂ ਵਾਲੇ ਪਾਸੇ ਜਾਇਆ ਜਾਵੇ ਤਾਂ ਮੁੱਖ ਮੰਤਰੀ ਸਾਹਿਬ ਕੋਲ ਵੀ ਬਹੁਤ ਨੇ ਜੀ। ਹੁਣੇ ਤੁਸੀਂ ਗਵਰਨਰ ਸਾਹਿਬ ਦੀ ਗੱਲ ਵੀ ਸੁਣਾ ਦਿੱਤੀ ਆ ਵੀ ਉਹਨਾਂ ਕੋਲੇ ਆਪਣੀਆਂ ਗੱਲਾਂ ਨੇ, ਆਪਣੇ ਤਰਕ ਨੇ, ਵੀ ਤੁਸੀਂ ਦੱਸੋ ਵੀ ਮੈਂ ਗਲਤ ਕਿੱਥੇ ਹਾਂ। ਉਹ ਮੈਨੂੰ ਹੀ ਲੱਗਦਾ ਹੁੰਦਾ ਹੈ ਕਿ ਜਦੋਂ ਆਪਾਂ ਸੰਵਿਧਾਨਕ ਤਾਣੇ ਬਾਣੇ ਨੂੰ ਵੇਖਦੇ ਨਾ, ਤੇ ਉਹ ਅੱਡੋ ਅੱਡ ਨਹੀਂ ਹੈਗਾ, ਉਹ ਆਪਸ ਇੱਕ ਦੂਜੇ 'ਚ ਫਸਿਆ ਜੀ। ਵੀ ਜੇ ਕੇਂਦਰ ਸਰਕਾਰ ਹੈ ਉਹਦੀਆਂ ਕੁਝ ਸ਼ਕਤੀਆਂ ਨੇ ਪਰ ਫਰਜ਼ ਵੀ ਨੇ, ਰਾਸ਼ਟਰਪਤੀ ਸਾਹਿਬ ਕੋਲ ਕੁਝ ਅਧਿਕਾਰ ਨੇ ਪਰ ਨਾਲ ਕੁਝ ਨਾ ਕੁਝ ਦਾਇਰੇ ਵੀ ਨੇ, ਸੇਮ ਰਾਜਪਾਲ ਸਾਹਿਬ ਗਵਰਨਰ ਸਾਹਿਬ ਨੇ, ਵੀ ਜੇ ਉਹਨਾਂ ਕੋਲ ਅਧਿਕਾਰ ਨੇ ਪਰ ਕੁਝ ਫਿਰ ਉਹ ਵੀ ਸੀਮਾਵਾਂ ਵੀ ਤੈਅ ਹੁੰਦੀਆਂ। ਮੈਨੂੰ ਲੱਗਦਾ ਵੀ ਉਹ ਜਿਹੜੀਆਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਹੱਦਾਂ ਸਰਹੱਦਾਂ ਫਸੀਆਂ ਹਨ, ਜੇ ਤੇ ਉਹ ਪਿਆਰ ਨਾਲ ਚੱਲਦੀਆਂ ਰਹਿਣ ਤੇ ਵੜਦੀਆਂ ਨਹੀਂ, ਤੇ ਜਿੱਥੇ ਕਿਤੇ ਕੰਮ ਥੋੜ੍ਹਾ ਜਿਹਾ ਉਹੋ ਜਿਹਾ ਹੋਵੇ ਉੱਥੇ ਫਿਰ ਐਸੀਆਂ ਉਲਝਦੀਆਂ ਨੇ ਵੀ ਫਿਰ ਉਹ ਜਿਹੜੇ ਸਲਾਹਕਾਰ ਉਹ ਵੀ ਐਂ ਦੇਖੋ ਜੀ ਸੰਵਿਧਾਨ ਦੇ ਹਿਸਾਬ ਨਾਲ ਤਾਂ ਨਹੀਂ ਬਣਦਾ, ਪਰ ਹੁਣ ਇੱਥੇ ਕੀਤਾ ਵੀ ਕੀ ਜਾ ਸਕਦਾ। ਉਹ ਮੈਨੂੰ ਲੱਗਦਾ ਵੀ ਇਹ ਘੁੰਡੀ ਦਾ ਫਾਇਦਾ ਜਾਂ ਨੁਕਸਾਨ ਜਿੱਥੇ ਵੀ ਹੁੰਦਾ ਹੋਊਗਾ ਭੁਗਤਦੇ ਤਾਂ ਲੋਕ ਹੀ ਨੇ। ਪਰ ਚੰਗਾ ਹੋਇਆ ਗਵਰਨਰ ਸਾਹਿਬ ਦੇ ਬੋਲਾਂ 'ਚ ਨਰਮੀ ਹੈ, ਹੋ ਸਕਦਾ ਇੱਦਾਂ ਉੱਧਰੋਂ ਵੀ ਕੰਮ ਨਰਮ ਹੋ ਜਾਵੇ ਤਾਂ ਪੰਜਾਬ ਦਾ ਕੋਈ ਮਸਲਾ ਹੀ ਹੱਲ ਹੋ ਜਾਏ। ਪਿਛਲੇ ਦਿਨੀ ਸਾਬਕਾ ਵਿੱਤ ਮੰਤਰੀ ਪੰਜਾਬ ਭਾਜਪਾ ਦੇ ਮੌਜੂਦਾ ਲੀਡਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਜਦੋਂ ਵਿਜੀਲੈਂਸ ਦੇ ਕੋਲ ਪੇਸ਼ ਹੋ ਕੇ ਆਏ, 4-5 ਘੰਟੇ ਅਗਲਿਆਂ ਨੇ ਉੱਥੇ ਸਵਾਲ ਜਵਾਬ ਕੀਤੇ। ਉਹਨਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਤਾਂ 3 ਵਾਰੀ ਕਿਹਾ ਸੀ ਕਿ ਭਗਵੰਤ ਜਿੰਨਾ ਜ਼ੋਰ ਲੱਗਦਾ ਹੈ ਤੂੰ ਲਾ ਲੈ, ਜੋ ਤੇਰੇ ਕੋਲ ਇਹ ਹੁੰਦਾ ਹੈ ਕਰ ਲੈ, ਤੇਰੇ ਕਿਤੇ ਮਨ ਦੇ ਵਿੱਚ ਨਾ ਰਹੇ ਕਿ ਤੂੰ ਮਨਪ੍ਰੀਤ ਨੂੰ ਬਰਬਾਦ ਨਹੀਂ ਕਰ ਸਕਿਆ। ਹੁਣ ਜਦੋਂ 3 ਵਾਰੀ ਉਹਨਾਂ ਨੇ ਕਿਹਾ, ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਭਾਈ ਮੈਂ ਟੋਲ ਨਹੀਂ ਆਪਣੇ ਕੋਲੋਂ ਦਿੰਨਾ, ਮੈਂ ਹੋਟਲ ਦੇ ਬਿੱਲ ਕੋਲੋਂ ਦਿੰਨਾ, ਮੈਂ ਰੇਲ ਗੱਡੀਆਂ ਦੇ ਖਰਚ ਕੋਲੋਂ ਦਿੰਨਾ, ਹਵਾਈ ਟਿਕਟਾਂ ਕੋਲੋਂ ਲਾਉਣਾ, ਮੈਂ ਸੋਚਿਆ ਵੀ ਨਹੀਂ ਕਦੇ, ਤੇ ਇਹ ਮੈਨੂੰ ਵੈਸੇ ਹੀ ਤੰਗ ਕਰ ਰਹੀ ਹੈ। ਚਲੋ ਸਾਰਿਆਂ ਨੂੰ ਐਂ ਲੱਗਿਆ, ਚਲੋ ਉਦੋਂ ਮੁੱਖ ਮੰਤਰੀ ਸਾਹਿਬ ਨੇ ਬਿਆਨ ਕੀ ਦੇਣਾ ਸੀ, ਰਾਜਾ ਵੜਿੰਗ ਸਾਹਿਬ ਵੀ ਟੁੱਟ ਕੇ ਪੈ ਗਿਆ ਸੀ ਬਾਅਦ 'ਚ ਜਨਾਬ ਕਰਕੇ। ਹੁਣ ਭਗਵੰਤ ਮਾਨ ਸਾਹਿਬ ਨੇ ਟਵੀਟ ਕੀਤਾ ਹੈ ਮੁੱਖ ਮੰਤਰੀ ਹੋਰਾਂ ਨੇ। ਉਹ ਟਵੀਟ ਦੇ ਵਿੱਚ ਕੀ ਕਹਿੰਦੇ ਆ, ਉਹ ਕਹਿੰਦੇ ਮਨਪ੍ਰੀਤ ਸਿੰਘ ਬਾਦਲ ਜੀ ਚੰਗਾ ਕੀਤਾ, ਸਮਝਣਾ ਹੀ ਬੋਲਣਾ ਚਾਹੀਦਾ, ਜੀ ਸ਼ਬਦ ਲਾਉਣਾ ਚਾਹੀਦਾ ਹੈ। ਕਦੇ ਇਕੱਠੇ ਇੱਕ ਪਾਰਟੀ ਦੇ ਵਿੱਚ ਹੁੰਦੇ ਸੀ, ਇਕੱਠੇ ਹੀ ਬਹੁਤ ਸਾਰੀ ਜਗ੍ਹਾ ਦੇ ਉੱਤੇ ਗਏ ਨੇ ਮਨਪ੍ਰੀਤ ਸਿੰਘ ਬਾਦਲ ਸਾਹਿਬ ਤੇ ਭਗਵੰਤ ਸਿੰਘ ਮਾਨ ਜੀ। ਉਹ ਕਹਿੰਦੇ ਜੀ ਦੇਖੋ ਮਨਪ੍ਰੀਤ ਸਿੰਘ ਬਾਦਲ ਜੀ ਬਹੁਤੇ ਆਪਣੇ ਇਮਾਨਦਾਰੀ ਦੀਆਂ ਉਦਾਹਰਨਾਂ ਨਾ ਦਿਓ, ਦੁਹਾਈਆਂ ਨਾ ਦਿਓ, ਸਬੂਤ ਨਾ ਦਿਓ, ਮੈਨੂੰ ਤੁਹਾਡੇ ਕਿੰਨੂਆਂ ਦੇ ਬਾਗ ਦੇ ਕੱਲੇ ਬੂਟੇ ਦਾ ਪਤਾ, ਕੱਲੇ ਕਿੰਨੂ ਦਾ ਵੀ ਪਤਾ। ਹੁਣ ਤੁਸੀਂ ਦੇਖੋ ਪਤਾ ਨਹੀਂ ਇਹ ਰੌਲਾ ਉਹਨਾਂ ਨੇ ਕਿੰਨੂ ਸ਼ਬਦ ਕਿਉਂ ਵਰਤਿਆ, ਕਿੰਨੂਆਂ ਤੇ ਸਬਸਿਡੀ ਵੀ ਸ਼ਾਇਦ ਮਿਲਦੀ ਹੁੰਦੀ ਹੈ, ਕਈ ਕੁਛ ਹੁੰਦਾ। ਚਲੋ ਆਪਾਂ ਉਧਰ ਨਹੀਂ ਚੱਲਦੇ। ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਅੰਦਾਜ਼ ਦੇ ਵਿੱਚ ਹੀ, ਉਹ ਕਹਿੰਦੇ ਜੀ ਤੁਸੀਂ ਸ਼ਾਇਰੀ ਬਹੁਤ ਕਰਦੇ ਹੋ। ਫਿਰ ਉਹਨਾਂ ਨੇ ਕਾਫਲਾ ਕਿਉਂ ਲੁੱਟਾ ਇੱਧਰਲੇ ਪਾਸੇ ਨੂੰ ਗੱਲ ਤੋਰ ਲਈ, ਤੇ ਨਾਲ ਕਹਿੰਦੇ ਜਵਾਬ ਦੀ ਉਡੀਕ 'ਚ ਰਹੂੰਗਾ। ਹੁਣ ਜਿਸ ਤਰੀਕੇ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਟਵੀਟ ਆ ਗਿਆ, ਇਹ ਗੇੜ ਮੁੱਕਣਾ ਨਹੀਂ, ਤੇ ਗੇੜ ਸੰਧਾਲੀਆ ਸਾਹਿਬ ਉਹਨਾਂ ਸਿੱਧਾ ਵੀ ਨਹੀਂ ਜਿੰਨਾ ਉਦਣ ਦੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਜਾਪਦਾ ਸੀ।
ਨਹੀਂ ਉਹ ਸਿੱਧਾ ਨਹੀਂ। ਦੂਜੀ ਗੱਲ ਇਹ ਦੇਖੋ ਨਾ ਵੀ ਇੰਨੇ ਦਿਨ ਜਦੋਂ ਟਵੀਟ ਜਾਂ ਉੱਧਰੋਂ ਸਾਹਮਣੇ ਕੋਈ ਗੱਲ ਜਵਾਬ ਆਇਆ ਨਹੀਂ ਨਾ, ਤੇ ਚਰਚਾ ਇਹ ਚੱਲਣ ਲੱਗ ਪਈ ਸੀ ਵੀ ਸ਼ਾਇਦ ਹੁਣ ਮੁੱਖ ਮੰਤਰੀ ਸਾਹਿਬ ਇਹਦੇ 'ਤੇ ਨਾ ਬੋਲਣ ਜੀ। ਪਰ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਚੇਚਾ ਟਵੀਟ ਕੀਤਾ ਤੇ ਗੱਲ ਉਹਨਾਂ ਨੇ ਇਹ ਵੀ ਲੱਭੀ ਮੈਨੂੰ ਕੱਲੇ ਕਿੰਨੂਆਂ ਦਾ ਵੀ ਪਤਾ, ਤੇ ਉਦੋਂ ਬਾਅਦ ਐਂਡ ਤੇ ਕਿਸੇ ਵੇਲੇ ਹੁੰਦਾ ਨਾ ਵੀ ਗੱਲ ਕਰਕੇ ਤੇ ਛੱਡ ਦੇਣੀ ਵੀ ਹਾਂਜੀ ਕੋਈ ਗੱਲ ਨਹੀਂ, ਵਕਤ ਦੇਖੇਗਾ ਜਾਂ ਸਮਾਂ ਸਭ ਕੁਝ ਦੱਸੇਗਾ, ਹੈ ਨਾ। ਉਹਦੇ 'ਚ ਹੁੰਦਾ ਵੀ ਇੱਕ ਬੰਦੇ ਨੇ ਆਪਣੀ ਗੱਲ ਕਹੀ, ਦੂਜੇ ਨੇ ਆਪਣੀ ਕਹਿਤੀ, ਫਿਰ ਤੁਸੀਂ ਗੱਲ ਮੁੱਕਦੀ ਕਰ ਦਿੰਦੇ। ਪਰ ਜਿਹੜਾ ਉਹਨਾਂ ਨੇ ਉਹ ਅਖੀਰ ਦੇ ਵਿੱਚ ਉਹਨਾਂ ਦੇ ਕਿਹਾ ਵੀ ਤੁਹਾਡੇ ਅੰਦਾਜ਼ ਦੇ ਵਿੱਚ ਸ਼ੇਰ ਵੀ ਅਰਜ਼ਿਆ ਤੇ ਵੀ ਉਹ ਰਹਿਬਰੀ ਦਾ ਸਵਾਲ ਹੈ ਕਰਕੇ, ਤੇ ਅਖੀਰ ਤੇ ਕਿਹਾ ਕਿ ਜਵਾਬ ਦੀ ਵੀ ਉਡੀਕ ਰਹੂਗੀ। ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਵਾਲੇ ਪਾਸੋਂ ਇਹ ਆ ਵੀ ਉਧਰੋਂ ਜੇ ਫੁੱਲ ਟਾਸ ਆਈ ਸੀ ਤੇ ਇਧਰੋਂ ਵੀ ਆਪਾਂ ਛਿੱਕਾ ਮਾਰ ਦਿੱਤਾ, ਹੁਣ ਅਗਲੀ ਦੇਖੋ ਬਾਲ ਤੇ ਕੀ ਹੁੰਦਾ। ਫੁੱਲ ਟਾਸ ਤੇ ਮਾੜੀ ਜਿਹੀ ਦਿਸ਼ਾ ਦਿਖਾਉਣੀ ਹੁੰਦੀ ਹੈ, ਐ ਚੱਲ ਕੇ ਬੰਦਾ ਫਿਰ ਉਹ ਕਹਿੰਦਾ ਹੁਣ ਨਹੀਂ ਰੁਕਣੀ ਯਾਰ। ਹਾਂ, ਮਤਲਬ ਇਹ ਹੈ ਵੀ ਇਹਨੂੰ ਕੋਈ ਇਹ ਨਾ ਸਮਝੇ ਵੀ ਇਹ ਜਿਹੜੀ ਤਕਰਾਰ ਸੀਗੀ ਜਾਂ ਟਕਰਾਅ ਸੀਗਾ ਵੀ ਇਹ ਮੁੱਕ ਗਿਆ। ਉਹ ਇੱਕ ਤਰ੍ਹਾਂ ਨਾਲ ਜੇ ਇੱਕ ਪਾਸਿਓਂ ਸ਼ੁਰੂ ਹੋਇਆ ਸੀ ਤੇ ਦੂਸਰੇ ਪਾਸਿਓਂ ਵੀ ਉਸੇ ਤਰ੍ਹਾਂ ਸ਼ੁਰੂ ਹੋ ਗਿਆ। ਪਰ ਇੱਕ ਗੱਲ ਆ, ਜੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਵਿੱਚੋਂ ਕੁਝ ਨਿਕਲਦਾ, ਜਿਹੜਾ ਕੇਸ ਮਨਪ੍ਰੀਤ ਬਾਲ ਸਾਹਿਬ ਕਹਿੰਦੇ ਮੇਰੇ 'ਤੇ ਨਜਾਇਜ਼ ਪਾਤਾ ਜਾਂ ਪੁੱਛਗਿੱਛ ਹੋ ਗਈ, ਫਿਰ ਹੋ ਸਕਦਾ ਕਿ ਵੀ ਕੱਲ੍ਹ ਨੂੰ ਜਵਾਬ ਦੇਣਾ ਮਨਪ੍ਰੀਤ ਬਾਲ ਸਾਹਿਬ ਲਈ ਔਖਾ ਹੋ ਜੇ। ਤੇ ਜੇ ਮੰਨ ਲਓ ਕਿ ਸੱਚੀ ਮੁੱਚੀ ਕੁਛ ਨਹੀਂ ਨਿਕਲਦਾ, ਇਸ ਤੋਂ ਪਹਿਲਾਂ ਆਪਾਂ ਕਈ ਦੇਖੇ ਕੇਸ ਉਹਦੇ ਵਿੱਚ ਕੋਈ ਪੁੱਛਗਿੱਛ ਹੁੰਦੀ ਹੈ, ਫਿਰ ਉਸ ਤੋਂ ਬਾਅਦ ਠੰਡੇ ਬਸਤੇ 'ਚ ਗੱਲ ਪੈ ਜਾਂਦੀ ਹੈ, ਤੇ ਫਿਰ ਹੋ ਸਕਦਾ ਕਿ ਇਸ ਗੱਲ ਨੂੰ ਮਨਪ੍ਰੀਤ ਬਾਲ ਸਾਹਿਬ ਰੱਖਣ ਮਨ ਦੇ ਵਿੱਚ, ਕਿਉਂਕਿ ਉਹਨਾਂ ਨੇ ਪਹਿਲੀਆਂ ਵੀ ਰੱਖੀਆਂ। ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਦੋਂ ਉਹਨਾਂ ਨੇ ਕਈ ਪਿਛਲੀਆਂ ਤਾਰਾਂ ਵੀ ਜੋੜੀਆਂ ਸੀਗੀਆਂ, ਕਿਹੜੇ ਵੇਲੇ ਦੀ ਉਹ ਗੱਡੀ 'ਚ ਟੋਲ ਪਲਾਜ਼ਾ ਦੇਣ ਦਾ ਹੈ ਨਾ, ਟੋਲ ਪਲਾਜ਼ੇ ਦੇ ਪੈਸੇ ਦੇਣ ਤੱਕ ਦੀ ਉਹਨਾਂ ਨੂੰ ਘਟਨਾ ਯਾਦ ਸੀ। ਇਹਦਾ ਮਤਲਬ ਆਉਣ ਵਾਲੇ ਦਿਨਾਂ ਤੱਕ ਉਹ ਇਹਨਾਂ ਗੱਲਾਂ ਨੂੰ ਦਿਲ 'ਚ ਤੇ ਰੱਖਣਗੇ। ਫਿਰ ਜੇ ਸਮਾਂ ਆ ਗਿਆ ਇਹਦੇ 'ਚੋਂ ਕੁਛ ਨਾ ਨਿਕਲਿਆ ਤੇ ਫਿਰ ਹੁਣ ਫੁੱਲ ਟਾਸ ਆਈ, ਹੋ ਸਕਦਾ ਜ਼ਿਆਦਾ ਜ਼ੋਰ ਨਾਲ ਵੀ ਆਵੇ। ਨਹੀਂ, ਵੱਧ ਜ਼ੋਰ ਨਾਲ ਵੀ ਸੰਧਾਲੀਆ ਸਾਹਿਬ ਆ ਸਕਦੀ ਹੈ। ਉਧਰਲੇ ਪਾਸੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ, ਉਹਨਾਂ ਨੂੰ ਰਾਜ ਸਭਾ ਦੇ ਵਿੱਚੋਂ ਤਾਂ ਸਸਪੈਂਡ ਕੀਤਾ ਕਿ ਤੁਸੀਂ ਨਹੀਂ ਵੜ ਸਕਦੇ ਸਾਰਾ ਸੈਸ਼ਨ, ਤੁਸੀਂ ਸਭਾਪਤੀ ਦੇ ਨਾਲ ਪੈਸੇ ਔਰ ਬਾਹਰ ਬਹਿ ਜਾਂਦੇ ਆ ਕੇ ਦਿਨ ਰਾਤ ਦਾ ਧਰਨਾ ਉਹਨਾਂ ਨੇ ਸ਼ੁਰੂ ਕੀਤਾ ਕਿ ਵਿਰੋਧੀ ਧਿਰਾਂ ਦੀ ਆਵਾਜ਼ ਜਿਹੜੀ ਹੈ ਬੰਦ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਦੇ ਕੋਲ ਗਏ, ਰਾਘਵ ਚੱਡਾ ਸਾਹਿਬ ਵੀ ਬੈਠੇ ਸੀ ਕਾਲੇ ਰੰਗ ਦੇ ਕੱਪੜੇ ਪਾ ਕੇ, ਕਿਉਂਕਿ ਰੋਸ ਪ੍ਰਗਟ ਕਰਨਾ ਹੁੰਦਾ ਨਾ। ਸਾਰਾ ਵਿਰੋਧੀ ਧਿਰ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਕਾਲੇ ਰੰਗ ਦੇ ਕੱਪੜੇ ਪਾ ਕੇ ਗਿਆ ਸੀ ਮਣੀਪੁਰ ਦੇ ਮੁੱਦੇ ਦੇ ਉੱਤੇ। ਮੁੱਖ ਮੰਤਰੀ ਸਾਹਿਬ ਗਏ, ਇੱਕ ਮੋਰਲ ਸਪੋਰਟ ਹੁੰਦੀ ਨਾ ਕਿ ਦੇਖੋ ਜੀ ਗਲਤ ਹੋਇਆ, ਤੇ ਉੱਥੇ ਮੁੱਖ ਮੰਤਰੀ ਸਾਹਿਬ ਨੇ ਕਈ ਕੁਛ ਆਖਿਆ। ਉਹ ਕਹਿੰਦੇ ਜੀ ਦੇਖੋ ਪਹਿਲੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਮਣੀਪੁਰ ਦੇ ਵਿੱਚ ਕਹਿੰਦੇ ਜੀ ਰਾਸ਼ਟਰਪਤੀ ਰਾਜ ਲਾਇਆ ਜਾਵੇ। ਦੇਖੋ ਇੱਕ ਗੱਲ ਬੜੀ ਕਲੀਅਰ ਹੈ ਸੰਧਾਲੀਆ ਸਾਹਿਬ ਕਿ ਜੋ ਕੁਝ ਮਣੀਪੁਰ ਦੇ ਵਿੱਚ ਇਸ ਵੇਲੇ ਹੋ ਰਿਹਾ, ਕਿਉਂਕਿ ਅਜੇ ਤੱਕ ਵੀ ਉੱਥੇ ਰੋਜ਼ ਗੋਲੀਆਂ ਚੱਲਦੀਆਂ, ਉੱਥੇ ਰੋਜ਼ ਘਰਾਂ ਨੂੰ ਅੱਗ ਲਾਈ ਜਾਂਦੀ ਹੈ, ਚਾਹੇ ਉਹ ਥੋੜ੍ਹੇ ਆ ਚਾਹੇ ਬਹੁਤ ਹੈ। ਇਹ ਕੇਂਦਰ ਸਰਕਾਰ ਵੀ ਮੰਨਦੀ ਹੈ, ਸੂਬਾ ਸਰਕਾਰ ਵੀ, ਵਿਰੋਧੀ ਧਿਰਾਂ ਵੀ, ਕਿ ਮਣੀਪੁਰ ਦੇ ਵਿੱਚ ਸ਼ਾਂਤੀ ਬਹਾਲ ਹੋਣੀ ਚਾਹੀਦੀ ਹੈ। ਇਹ ਵੀ ਪਤਾ ਲੱਗਿਆ ਕਿ ਦੋਏ ਭਾਈਚਾਰਿਆਂ ਦੇ ਜਿਹੜੇ ਮੁੱਖ ਨੁਮਾਇੰਦੇ ਆ, ਕੇਂਦਰ ਸਰਕਾਰ ਉਹਨਾਂ ਦੇ ਸੰਪਰਕ 'ਚ ਹੈ। ਹੁਣ ਵਿਰੋਧੀ ਧਿਰਾਂ ਨੇ ਕਹਿਤਾ ਕਿ 29 ਤੇ 30 ਜੁਲਾਈ ਨੂੰ ਸਾਡੇ ਮੈਂਬਰ ਪਾਰਲੀਮੈਂਟ ਜਿਹੜਾ ਇੰਡੀਆ ਗੱਠਜੋੜ ਹੈ ਉਹ ਜਾਣਗੇ ਮਣੀਪੁਰ ਜਾ ਕੇ ਤੇ ਉੱਥੇ ਪੀੜਤਾਂ ਦੇ ਨਾਲ ਮੁਲਾਕਾਤ ਕਰਕੇ ਆਉਣਗੇ। ਰਾਹੁਲ ਗਾਂਧੀ ਸਾਹਿਬ ਪਹਿਲਾਂ ਜਾ ਆਏ ਆ। ਹੁਣ ਆਲੇ ਦੁਆਲੇ ਦੇ ਜਿਹੜੇ ਮਣੀਪੁਰ ਦੇ ਭਾਰਤ ਦੇ ਸੂਬੇ ਨੇ ਉੱਥੇ ਵੀ ਰੈਲੀਆਂ ਨਿਕਲਣ ਲੱਗ ਪਈਆਂ, ਲੋਕ ਡਰੇ ਹੋਏ ਨੇ, ਔਰਤਾਂ ਦੀ ਇੱਜ਼ਤ ਬਹੁਤੀ ਜ਼ਿਆਦਾ ਮਹਿਫੂਜ਼ ਉੱਥੇ ਲੱਗਦੀ ਨਹੀਂ। ਤੇ ਇਹ ਸਥਿਤੀ 2023 ਦੇ ਵਿੱਚ ਕਿਸੇ ਦੇ ਵੀ ਗਲੋਂ ਥੱਲੇ ਨਹੀਂ ਉਤਰ ਰਹੀ। ਜੇ ਅੱਜ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਤਾਂ ਠੀਕ ਪਾਉਂਦੀਆਂ ਕਿ ਭਾਈ ਸਭ ਤੋਂ ਪਹਿਲਾਂ ਉੱਥੇ ਕੰਮ ਕਰੋ, ਪਰ ਜਿਸ ਤਰੀਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਰਾਸ਼ਟਰਪਤੀ ਰਾਜ ਦੀ ਗੱਲ ਕੀਤੀ ਕਿ ਉੱਥੇ ਰਾਸ਼ਟਰਪਤੀ ਰਾਜ ਲਾ ਦਿਓ। ਹੁਣ ਸੰਧਾਲੀਆ ਸਾਹਿਬ, ਰਾਸ਼ਟਰਪਤੀ ਰਾਜ ਦਾ ਸਿੱਧੇ ਤੌਰ ਦੇ ਉੱਤੇ ਮਤਲਬ ਤਾਂ ਕੇਂਦਰ ਸਰਕਾਰ ਦੇ ਅਧੀਨ ਆ ਜਾਣਾ, ਤੇ ਸਰਕਾਰ ਤਾਂ ਉੱਥੇ ਇਸ ਵੇਲੇ ਵੀ ਉਸੇ ਪਾਰਟੀ ਦੀ ਹੈ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਵੀ ਹੈ। ਜਾਣੀ ਲੋਕਤੰਤਰ ਮਜ਼ਬੂਤ ਕਿਸ ਤਰੀਕੇ ਹੋਵੇ, ਕਿਉਂਕਿ ਪੰਜਾਬ ਨੇ ਤਾਂ ਰਾਸ਼ਟਰਪਤੀ ਰਾਜ ਦਾ ਸੇਕ ਬਹੁਤ ਸਹਿਣ ਕੀਤਾ। ਰਾਸ਼ਟਰਪਤੀ ਰਾਜ ਲੋਕਤੰਤਰ ਦੇ ਲਈ ਕਿਸੇ ਵੀ ਤਰੀਕੇ ਠੀਕ ਨਹੀਂ ਹੁੰਦਾ। ਆਰਜ਼ੀ ਤੌਰ ਦੇ ਉੱਤੇ ਚਲੋ ਪ੍ਰਬੰਧ ਮੰਨਿਆ ਕਿ ਕਈ ਵਾਰੀ ਕਰਨਾ ਪੈਂਦਾ, ਪਰ ਸਥਿਤੀ ਉਧਰ ਨੂੰ ਜਾਣ ਦੀ ਜਗ੍ਹਾ ਦੇ ਉੱਤੇ ਜੇ ਫੌਰੀ ਤੌਰ ਦੇ ਉੱਤੇ ਠੋਸ ਹੱਲ ਕੋਈ ਲੱਭ ਲਿਆ ਜਾਵੇ ਤਾਂ ਮੈਨੂੰ ਲੱਗਦਾ ਚੰਗਾ। ਮੈਨੂੰ ਲੱਗਦਾ ਹੁੰਦਾ ਕਈ ਵਾਰ ਨਾ ਲੀਡਰ ਵੀ ਇੱਧਰੋਂ ਉੱਧਰੋਂ ਸੁਣੇ ਬਿਆਨ ਅੱਗੇ ਤੋਰ ਦਿੰਦੇ ਆ ਜੀ। ਇਹ ਗੱਲ ਤੁਹਾਡੀ ਠੀਕ ਹੈ ਵੀ ਰਾਸ਼ਟਰਪਤੀ ਰਾਜ ਲਾ ਕੇ ਵੀ ਤੇ ਰਾਜ ਉਹਨਾਂ ਦਾ ਹੀ ਰਹਿਣਾ ਜਿਹਨਾਂ ਦਾ ਹੋਣਿਆ। ਪਰ ਹਾਂ ਇੰਨਾ ਜ਼ਰੂਰ ਹੈ ਵੀ ਤਬਦੀਲੀ ਇਹ ਹੋ ਸਕਦੀ ਵੀ ਚੁਣੀ ਹੋਈ ਸਰਕਾਰ ਪਾਸੇ ਹੋ ਜਾਊਗੀ, ਰਾਸ਼ਟਰਪਤੀ ਰਾਜ ਮੰਨ ਲਓ 6 ਮਹੀਨੇ ਲੱਗਾ ਰਿਹਾ, ਉਸ ਤੋਂ ਬਾਅਦ ਫਿਰ ਵਧਾ ਦੇਣਗੇ, ਸਾਲ ਲਾ ਲੈਣਗੇ ਵੱਡੀ ਆ। ਹੁਣ ਜਿਹੜੇ ਬਰੇਨ ਸਿੰਘ ਹੋਰੀ ਆ ਮੇਰਾ ਖਿਆਲ ਫਰਵਰੀ 'ਚ ਮੁੱਖ ਮੰਤਰੀ ਬਣੇ ਆ ਜੀ, ਤੇ ਉਦੋਂ ਬੀਜੇਪੀ ਨੂੰ ਲੱਗਦਾ ਵੀ ਲੈ ਵੀ ਮਨੀਪੁਰ ਅਸੀਂ ਜਿੱਤ ਲਿਆ। ਉਹਨਾਂ ਨੂੰ ਇਹ ਜਾਪਦਾ ਹੋਊਗਾ ਵੀ ਇੱਕ ਰਾਸ਼ਟਰਪਤੀ ਰਾਜ ਲੱਗ ਗਿਆ, ਸਾਲ ਖੰਡ ਕਿਤੇ ਹੋਰ ਹੋ ਗਿਆ, ਸਾਲ ਬਾਅਦ ਵੋਟਾਂ ਫੇਰ ਪੈਣਗੀਆਂ, ਦੁਬਾਰਾ ਫਿਰ ਮੌਕਾ ਮਿਲੂਗਾ, ਉਦੋਂ ਪਤਾ ਨਹੀਂ ਬੀਜੇਪੀ ਉਹ ਜਿੱਤ ਪਾਉਂਦੀ ਕਿ ਨਹੀਂ ਜਿੱਤ ਪਾਉਂਦੀ। ਇਹਦੇ 'ਚੋਂ ਇਹ ਸਿਆਸਤ ਤੇ ਜ਼ਰੂਰ ਸਿਆਸਤਦਾਨਾਂ ਦੀ ਸਮਝ ਆਉਂਦੀ ਹੈ ਵੀ ਅੱਛਾ ਯਾਰ ਇੱਕ ਵਾਰ ਫਿਰ ਮੌਕਾ ਮਿਲੂਗਾ ਕੁਰਸੀ ਮਿਲਣ ਦਾ ਜਾਂ ਕਿਸੇ ਕੋਲੋਂ ਕੁਰਸੀ ਖੋਹਣ ਦਾ। ਪਰ ਉਹਦੇ 'ਚ ਉਹ ਜਿਹੜੇ ਲੋਕ ਉੱਥੇ ਜਿਹੜੇ ਫਿਲਹਾਲ ਫਸੇ ਨੇ, ਮਰੇ ਨੇ, ਮਰ ਰਹੇ ਨੇ, ਜਾਂ ਜਿਹੜੇ ਤੰਗ ਨੇ, ਪਰੇਸ਼ਾਨ ਨੇ, ਡਰੇ ਨੇ, ਉਹਨਾਂ ਦਾ ਇਲਾਜ ਕਿੱਦਾਂ ਹੋ ਜਾਊਗਾ, ਮੈਨੂੰ ਲੱਗਦਾ ਇਹਦੇ ਬਾਰੇ ਵੀ ਸੋਚਣਾ ਚਾਹੀਦਾ। ਦੂਜੀ ਗੱਲ ਇਹ ਵੀ ਆ ਵੀ ਮੇਰਾ ਖਿਆਲ ਹੁਣ ਤਾਂ ਇਸ ਚੀਜ਼ ਦੀ ਡਿਬੇਟ ਵੀ ਵੱਖਰੀ ਚੱਲਣ ਲੱਗ ਪਈ ਨਾ। ਜੇ ਮੁੱਖ ਮੰਤਰੀ ਸਾਹਿਬ ਇੱਥੇ ਗਏ ਆ ਤੇ ਉਧਰ ਰਾਹੁਲ ਗਾਂਧੀ ਸਾਹਿਬ ਭਾਵੇਂ ਪਾਰਲੀਮੈਂਟ 'ਚ ਹੈ ਨਹੀਂ,
ਪਰ ਰਾਹੁਲ ਗਾਂਧੀ ਸਾਹਿਬ ਕੋਲ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਚੰਗੀ ਮੇਰਾ ਖਿਆਲ ਸਰਗਰਮੀ ਦੇ ਵਿੱਚ ਗਾਂਹ ਜਿਹੜੀ ਗੱਲ ਇਹ ਕਹਿ ਦਿੱਤੀ ਆ ਵੀ ਇਹ ਤਾਂ ਜੀ ਅੱਗ ਲਾਉਣ ਦੇ ਵਿੱਚ, ਖਾਸ ਕਰਕੇ ਬੀਜੇਪੀ ਨੂੰ ਉਹਨਾਂ ਨੇ ਕਿਹਾ ਵੀ ਅੱਗ ਲਾਉਣ ਦੇ ਵਿੱਚ ਤਾਂ ਮਹਾਰਾਜ ਇਹਨਾਂ ਨੂੰ ਕੋਈ ਹਰਜ ਹੀ ਨਹੀਂ ਹੈਗਾ, ਇਹਦਾ ਜਿੱਥੇ ਮਰਜ਼ੀ ਚਾਹੁਣ ਉੱਥੇ ਅੱਗ ਲਾ ਦੇਣਗੇ। ਮੈਨੂੰ ਪੰਜਾਬ ਹਰਿਆਣੇ ਦੀ ਵੀ ਗੱਲ ਉਹਨਾਂ ਨੇ ਕਰ ਲਈ ਵੀ ਇੱਥੇ ਵੀ ਜੇ ਇਹਨਾਂ ਨੂੰ ਕਿਤੇ ਸਭ ਕੁਝ ਸਾੜਨਾ ਪੈ ਜਾਵੇ ਤੇ ਸਾੜ ਦੇਣਗੇ, ਸਿਰਫ ਸੱਤਾ ਚਾਹੀਦੀ ਹੈ। ਹੁਣ ਮਤਲਬ ਇਹ ਆ ਵੀ ਜੇ ਤੇ ਆਪਾਂ ਹਰੇਕ ਚੀਜ਼ ਦਾ ਐਂਗਲ ਇਹੀ ਰੱਖਣਾ ਵੀ ਯਾਰ ਕਿਸੇ ਨਾ ਕਿਸੇ ਤਰ੍ਹਾਂ ਕੁਛ ਮਾਹੌਲ ਜਿਹਾ ਬਣ ਜੇ, ਉਸ ਮਾਹੌਲ ਜਿਹੇ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਕਿਸੇ ਨਾ ਕਿਸੇ ਪਾਸੇ ਇੱਧਰ ਆ ਜਾਣ, ਫਿਰ ਤੇ ਕੰਮ ਚੱਲੀ ਜਾਣਾ। ਹੁਣ ਜੇ ਮੰਨ ਲਓ ਰਾਹੁਲ ਗਾਂਧੀ ਸਾਹਿਬ ਨੇ ਇਹ ਗੱਲ ਕਹੀ ਵੀ ਹਾਂ ਵੀ ਇਹ ਤਾਂ ਲੋਕ ਸੜਦੇ ਸੜ ਜਾਣ, ਸੱਤਾ ਚਾਹੀਦੀ, ਕੱਲ੍ਹ ਨੂੰ ਹੋ ਸਕਦਾ ਬੀਜੇਪੀ ਵਾਲੇ ਪਾਸਿਓਂ ਕੋ ਆ ਜਾਵੇ ਵੀ ਮਹਾਰਾਜ ਜੋ ਤੁਸੀਂ ਕਰਦੇ ਰਹੇ ਅਸੀਂ ਉਹ ਨਹੀਂ ਕਰਦੇ, ਇੰਨੀ ਗੱਲ ਹੀ ਕਹਿਣੀ ਜੀ। ਉਹਦਾ ਫਿਰ ਕੀ ਜਵਾਬ ਦੇ ਦੇਣਗੇ ਉਹ? ਮਤਲਬ ਇਹ ਵੀ ਇਹ ਰਾਹ ਉਹੀ ਆ ਵੀ ਜੋ ਪਹਿਲਾਂ ਮੰਨ ਲਓ ਕੁਝ ਦਹਾਕੇ ਪਹਿਲਾਂ ਹੋਇਆ ਹੁਣ ਉਹ ਚੱਲ ਰਿਹਾ। ਅਗਲੇ ਆਖਣੇ ਤੁਸੀਂ ਨਹੀਂ ਕੀਤਾ ਸੀ, ਉਹ ਕਹਿੰਦੇ ਅਸੀਂ ਨਹੀਂ ਕੀਤਾ ਸੀ, ਤੁਸੀਂ ਕਿਉਂ ਕਰਦੇ ਹੋ, ਅਸੀਂ ਕਰਕੇ ਵਿਖਾਵਾਂਗੇ। ਇਹ ਹੋਗਾ ਇੱਕ ਦੂਸਰੇ ਦੇ ਨਾਲ ਬਹਿਸ ਬਸਈਆ। ਪਰ ਸਵਾਲ ਇਹ ਆ ਵੀ ਜਿਹੜੇ ਲੋਕ ਵਿਚਾਰੇ ਵੇਂਦੇ ਇਹਨਾਂ ਦੇ ਮੂੰਹ ਵੱਲ ਨੂੰ, ਉਹਨਾਂ ਦਾ ਹੱਲ ਕੀ ਹੈ? ਉਹ ਤਾਂ ਕਿਤੇ ਨਜ਼ਰ ਨਹੀਂ ਆਉਂਦਾ। ਸੰਧਾਲੀਆ ਸਾਹਿਬ, ਮੈਨੂੰ ਇਹ ਮਹਿਸੂਸ ਹੁੰਦਾ ਕਿ ਦੇਸ਼ ਦੇ ਵਿੱਚੋਂ ਆਵਾਜ਼ ਉਸ ਪੱਧਰ ਤੇ ਉੱਠ ਨਹੀਂ ਸਕੀ ਮਣੀਪੁਰ ਵਾਲੇ ਮੁੱਦੇ ਤੇ। ਸਿਆਸੀ ਪਾਰਟੀਆਂ ਵੀ ਵਕਤ ਲੰਘਾਉਂਦੀਆਂ, ਚਿੱਠੀ ਪਾਤੀ, ਰੋਸ ਪ੍ਰਦਰਸ਼ਨ ਕਰਤਾ, ਪ੍ਰੈਸ ਕਾਨਫਰੰਸ ਕਰਤੀ, ਮੰਗ ਪੱਤਰ ਦੇਤਾ। ਇਹ ਥੋੜੀ ਕੋਈ ਗੱਲ ਹੁੰਦੀ ਹੈ। ਤੁਹਾਡੇ ਸਾਹਮਣੇ ਇੱਕ ਸੂਬੇ ਦੇ ਵਿੱਚ ਲੱਖਾਂ ਲੋਕ ਨੇ, ਉਹ ਰਾਤ ਨੂੰ ਜਦੋਂ ਘਰ ਦਾ ਕੁੰਡਾ ਲਾ ਕੇ ਸੌਂਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਸਵੇਰੇ ਉੱਠਣਾ ਕਿ ਨਹੀਂ ਉੱਠਣਾ। ਘਰ ਬਣਾਇਆ, ਰੀਝਾਂ ਨਾਲ ਬਣਾਏ ਜਾਂਦੇ ਘਰ, ਔਖੇ ਹੋ ਕੇ ਬਣਾਏ ਜਾਂਦੇ ਆ ਘਰ। ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਕਿਹੜਾ ਘਰ ਅੱਗ ਦੇ ਹਵਾਲੇ ਕਰ ਦਿੱਤਾ ਜਾਊਗਾ। ਔਰਤਾਂ ਲੀੜੇ ਕੱਪੜੇ ਪਾ ਕੇ ਘਰੋਂ ਬਾਹਰ ਨਿਕਲਦੀਆਂ ਤਾਂ ਪਤਾ ਨਹੀਂ ਹੁੰਦਾ ਕਿ ਕਦੋਂ ਉਤਾਰ ਦਿੱਤੇ ਜਾਣੇ ਆ ਜਾਂ ਉਤਾਰਨ ਦੇ ਲਈ ਮਜਬੂਰ ਕਰ ਦਿੱਤਾ ਜਾਣਾ ਹੈ। ਇਹ ਕੋਈ ਛੋਟੀ ਗੱਲ ਥੋੜੀ ਹੈ। ਅਸੀਂ ਅੱਜ ਤੱਕ ਕੀ ਸੁਣਦੇ ਸੀ ਕਿ ਭਾਰਤ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਕੀ ਹੋਇਆ ਤੇ ਆਹ ਕੀ ਹੋਈ ਜਾਂਦਾ ਹੈ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਜਿਹੜਾ ਉਹ ਦੋ ਔਰਤਾਂ ਨੂੰ ਨਿਰਵਸਤਰ ਕਰਨ ਦੀ ਘਟਨਾ ਸਾਹਮਣੇ ਆਈ ਸੀ, ਹੁਣ CBI ਨੇ ਉਹਦੀ ਜਾਂਚ ਕਰਨੀ ਹੈ। ਕੇਂਦਰ ਸਰਕਾਰ ਨੇ ਉਧਰਲੇ ਪਾਸੇ ਨੂੰ ਕੰਮ ਤੁਰਤੀ ਕਿ CBI ਜਾਂਚ ਕਰੂਗੀ। ਸਮਾਬੱਧ ਕਰੋ, ਦਹਾਕੇ ਨਾ ਲੱਗਣ, ਸਾਲ ਨਾ ਲੱਗਣ, ਮਹੀਨੇ ਹੀ ਲੱਗਣ, 1 ਜਾਂ 2 ਜਾਂ 3, ਇਹਦੇ ਤੋਂ ਜ਼ਿਆਦਾ ਨਾ ਲੱਗਣ। ਕਿਉਂਕਿ ਤੱਤੇ ਘਾਹ ਜਿਹੜੀ ਸਜ਼ਾ ਮਿਲ ਜਾਣੀ ਨਾ, ਉਹਦੇ ਨਾਲ ਦੀ ਰੀਸ ਕੋਈ ਨਹੀਂ। ਉਹਦੇ ਤੋਂ ਫਿਰ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਮਿਲਦੀ ਹੈ। ਤੇ ਜੇ ਤੱਤੇ ਘਾਹ ਸਜ਼ਾ ਨਹੀਂ ਮਿਲਦੀ, ਜੇ 84 ਵਾਲੇ ਕੇਸ ਵਾਂਗੂ ਰਿੜਕਦਾ ਹੀ ਰਹਿਣਾ ਕੰਮ 39 ਸਾਲ, ਫਿਰ ਤਾਂ ਬਹੁਤ ਸਾਰੇ ਲੋਕ ਰੱਬ ਨੂੰ ਪਿਆਰੇ ਹੋ ਜਾਂਦੇ। ਤੇ ਸਾਨੂੰ ਨਹੀਂ ਪਤਾ ਕਿ ਜਦੋਂ ਬੰਦਾ ਦੁਨੀਆ ਤੋਂ ਚਲੇ ਜਾਂਦਾ ਤੇ ਉਹਦੇ ਤੋਂ ਬਾਅਦ ਉਹਨੂੰ ਇਨਸਾਫ ਦੇਖਣ ਦਾ ਕਦੇ ਮੌਕਾ ਮਿਲਦਾ ਵੀ ਹੈ ਕਿ ਨਹੀਂ। ਇਹ ਗੱਲ ਸਹੀ ਆ। ਤੁਸੀਂ ਦੇਖੋ, ਜੇ ਉਹ ਆਪਾਂ ਹੁਣ ਵਿਰੋਧੀ ਧਿਰਾਂ ਦੀ ਗੱਲ ਕਰਦੇ ਆ, ਉਹ ਆਂਦੇ ਵੀ ਹੁਣ ਇਕੱਠੀਆਂ ਹੋ ਗਈਆਂ, ਅਸੀਂ ਨਾ ਆਪਣਾ ਇੰਡੀਆ ਰੱਖ ਲਿਆ ਜੀ। ਉਹ ਪਹਿਲੇ 1-2 ਦਿਨ ਤੇ ਮੇਰਾ ਖਿਆਲ ਹੋ ਸਕਦਾ ਬੀਜੇਪੀ ਨੂੰ ਜਾਪਿਆ ਹੋਇਆ ਵੀ ਯਾਰ ਅੱਛਾ ਇਹਨਾਂ ਹੁਣ ਨਾ ਇੰਡੀਆ ਰੱਖ ਲਿਆ। ਉਹਨਾਂ ਨੂੰ ਲੱਗਿਆ ਹੋਇਆ ਵੀ ਯਾਰ NDA ਵਰਸਸ ਇੰਡੀਆ, ਜਦੋਂ ਅਸੀਂ ਭਾਸ਼ਣਾਂ 'ਚ ਕਹਾਂਗੇ ਕਿ NDA को वोट डालेंगे ਜਾਂ ਇੰਡੀਆ ਕੇ ਸਾਥ हैं आप, ਲੋਕ ਕਹਿਣਗੇ ਇੰਡੀਆ ਹੈ ਨਾ। ਮੈਨੂੰ ਲੱਗਦਾ ਹੁਣ ਉਸ ਨਾਂ ਦੇ ਦੁਆਲੇ ਜ਼ਿਆਦਾ ਹੋ ਗਏ। ਹੁਣ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਮੈਂ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਨਾਮ ਬਦਲਣ ਨਾਲ ਕਿਤੇ ਬੰਦੇ ਥੋੜ੍ਹਾ ਬਦਲ ਜਾਂਦੇ ਵੀ ਹੁਣ ਜੇ ਤੁਸੀਂ ਇਹ ਕਹੋ ਕਿ ਵੀ ਇੰਡੀਆ ਜਿਹੜਾ ਉਹ ਅਸੀਂ ਨਾਂ ਰੱਖ ਲਿਆ ਜਾਂ ਉਸ ਨਾਂ ਦੇ ਪਿੱਛੇ ਲੁਕ ਜਾਵਾਂਗੇ ਤੇ ਕੀ ਪੁਰਾਣੇ ਪਾਪ ਜਿਹੜੇ ਜੀ ਉਹ ਧੁੱਪ ਜਾਣਗੇ ਜਾਂ ਫਿਰ ਉਹ ਬੰਦੇ ਬਦਲ ਜਾਣਗੇ। ਹੁਣ ਮੈਨੂੰ ਲੱਗਦਾ ਵੀ ਉਹ ਜਿਸ ਨਾਂ ਨੂੰ ਰੱਖ ਕੇ ਤੇ ਅੱਗੇ ਵਧਣ ਦੀ ਕੋਸ਼ਿਸ਼ 'ਚ ਸੀਗੀਆਂ ਵਿਰੋਧੀ ਧਿਰਾਂ, ਹੁਣ ਪਹਿਲਾਂ ਤੇ ਉਸ ਨਾਂ ਵਾਲੀ ਧਾਰ ਨੂੰ ਖੁੰਡਾ ਕਰਨ ਵਾਲੇ ਪਾਸੇ ਬੀਜੇਪੀ ਦੀ ਲੀਡਰਸ਼ਿਪ ਤੁਰ ਪਈ। ਹੁਣ ਹੋ ਸਕਦਾ ਕਿ ਵੀ ਇਸ ਡਿਬੇਟ ਦੇ ਵਿੱਚੋਂ ਲੋਕਾਂ ਲੱਗੇ ਵੀ ਯਾਰ ਕਿਤੇ ਨਾਂ ਵਾਲੀ ਗੱਲ ਨਾ ਬਣੇ, ਕਿਉਂਕਿ ਇਹ ਗੱਲ ਹੁੰਦੀ ਆ ਆਮ ਤੌਰ 'ਤੇ, ਕੁਝ ਪਤਾ ਨਹੀਂ ਹੁੰਦਾ ਕਦੋਂ ਕਿਹੜਾ ਨਾਅਰਾ ਚੱਲ ਜੇ। ਜਦੋਂ 2014 'ਚ ਮੋਦੀ ਸਾਹਿਬ ਆਉਂਦੇ ਨੇ, ਉਦੋਂ ਅੱਛੇ ਦਿਨ ਆਨੇ ਵਾਲੇ ਹੈ ਹੀ ਚੱਲ ਗਿਆ ਸੀ। ਸ਼ਾਈਨਿੰਗ ਇੰਡੀਆ ਇੱਕ ਵਾਰੀ ਤੁਰਿਆ ਸੀ। ਸ਼ਾਈਨਿੰਗ ਇੰਡੀਆ ਜਦੋਂ ਤੁਰਿਆ ਸੀ, ਉਹ ਤਾਂ ਉਦੋਂ ਬਾਅਦ ਸ਼ਾਈਨ ਨਹੀਂ ਹੋਇਆ ਸੀ, ਮਿੱਟੀ ਹੋ ਗਿਆ। ਪਰ ਅੱਛੇ ਦਿਨ ਆਨੇ ਵਾਲੇ ਹੈ ਦੀ ਉਡੀਕ 'ਚ 2014 ਤੋਂ 24 ਲੈ ਜਾਂਦਾ ਭਾਰਤ ਵਾਲਿਆਂ ਨੇ। ਹੁਣ ਗਾਂਹ ਵੇਖੋ ਕੀ ਕਈ ਕੁਛ ਹੁੰਦਾ ਸੀ, ਗਰੀਬੀ ਹਟਾਓ ਕਿਹੜਾ ਨਹੀਂ ਚੱਲਿਆ, ਹਟ ਗਈ। ਮੋਦੀ ਹੈ ਤਾਂ ਮੁਮਕਿਨ ਹੈ, ਯਾਨੀ ਸਾਰਾ ਕੋਈ ਹਰ ਇੱਕ ਬੰਦਾ ਕੋਸ਼ਿਸ਼ ਕਰਦਾ। ਮਤਲਬ ਉਹਨਾਂ ਨੂੰ ਇਹ ਆ ਵੀ ਕਿਤੇ ਇਹ ਨਾ ਹੋਵੇ ਵੀ NDA ਵਰਸਸ ਇੰਡੀਆ ਆ ਗਏ ਵੀ NDA ਕੋ ਵੋਟ ਡਾਲेंगे ਕਿ ਇੰਡੀਆ ਕੋ ਡਾਲेंगे। ਮਤਲਬ ਹੁਣ ਉਹਨਾਂ ਨੂੰ ਇਹ ਆ ਵੀ ਇਹਦੀ ਧਾਰ ਖੁੰਡੀ ਕਰ ਲਈਏ। ਹੁਣ ਜੇ ਤੇ ਮੈਨੂੰ ਲੱਗਦਾ ਹੁੰਦਾ ਵੀ ਤਿਕੜਮਾਂ ਇੱਥੇ ਕਿਤੇ ਘੁੰਮਦੀਆਂ ਰਹਿਣੀਆਂ, ਟੇਬਲਾਂ ਦੇ ਦੁਆਲੇ, ਨਾਅਰਿਆਂ ਦੇ ਦੁਆਲੇ, ਸੋਸ਼ਲ ਮੀਡੀਆ ਜਾਂ ਮੀਡੀਆ ਦੇ ਦੁਆਲੇ, ਫਿਰ ਉਹ ਜਿੱਦਾਂ ਤੁਸੀਂ ਕਿਹਾ ਵੀ ਉਹ ਮਣੀਪੁਰ ਵਾਲੇ ਲੋਕ ਜਿਹੜੇ, ਗੱਲ ਠੀਕ ਹੈ ਵੀ ਜੇ ਕੋਈ ਵਿਚਾਰਾ ਹੁਣ ਸੁੱਤਾ ਤੇ ਉਹਨੂੰ ਇਹ ਨਹੀਂ ਪਤਾ ਵੀ ਸਵੇਰੇ ਕੀ ਹੋਣਾ, ਉਹਨਾਂ ਲਈ ਤਾਂ ਨਹੀਂ ਕੁਝ ਵੀ ਹੋਊਗਾ। ਨਹੀਂ, ਮੁਸ਼ਕਿਲ ਹੋ ਜਾਂਦਾ ਹੈ। ਸੰਧਾਲੀਆ ਸਾਹਿਬ, ਉੱਧਰ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਪੰਜਾਬ ਵਾਲੀ, ਪਿਛਲੇ ਦਿਨੀ ਰਾਜਪਾਲ ਸਾਹਿਬ ਵੀ ਗਏ ਸੀ, ਬੜੀ ਚਰਚਾ ਦੇ ਵਿੱਚ ਆਈ। ਇਹਦੇ ਤੋਂ ਪਹਿਲਾਂ ਵੀ ਇੱਕ ਵਾਰੀ BSF ਵਾਲਿਆਂ ਨੇ ਬੇਨਤੀਆਂ ਕੀਤੀਆਂ ਸੀ। ਹੁਣ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਸੀ ਤੇ ਉਹਦੇ ਤੇ ਸੁਣਵਾਈ ਹੋਈ। ਉਹਦੇ ਤੇ ਕੀ ਸੀ ਕਿ ਜਿਹੜਾ ਬਾਰਡਰ ਹੈ ਉਹਦੇ ਨਾਲ 5 ਕਿਲੋਮੀਟਰ ਉਰਲੇ ਪਾਸੇ ਨੂੰ, ਪੰਜਾਬ ਵਾਲੇ ਪਾਸੇ ਨੂੰ, ਕਹਿੰਦੇ ਜੀ ਕੋਈ ਮਾਈਨਿੰਗ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਨੂੰ ਸੱਦ ਲਿਆ ਸੀ, BSF ਵਾਲਿਆਂ ਨੂੰ ਸੱਦ ਲਿਆ ਸੀ। ਕੇਂਦਰ ਦੀ ਸਰਕਾਰ ਨੇ ਉੱਥੇ ਆਪਣਾ ਪੱਖ ਰੱਖਿਆ। ਉਹ ਕਹਿੰਦੇ ਜੀ ਦੇਖੋ, ਉਹ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਪੰਜਾਬ ਵਾਲਾ ਬਾਰਡਰ ਹੈ,
ਉਹਦੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਨੇੜੇ ਸਰਹੱਦ ਦੇ ਜਦੋਂ ਮਾਈਨਿੰਗ ਹੁੰਦੀ ਹੈ ਜਾਇਜ਼ ਔਰ ਨਾਜਾਇਜ਼, ਉੱਥੇ ਉਹ ਕਹਿੰਦੇ ਜੀ ਬਹੁਤ ਸਾਰੇ ਬੰਦੇ ਜਦੋਂ ਕੰਮ ਕਰਦੇ ਆ ਤੇ ਉਹਨਾਂ ਦੇ ਵਿੱਚ ਕਈ ਸ਼ੱਕੀ ਬੰਦੇ ਵੀ ਹੁੰਦੇ ਆ, ਉਹ ਫਿਰ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਲਿਪਤ ਵੀ ਜਾਪਦੇ ਹੁੰਦੇ ਆ। ਉਹ ਕਹਿੰਦੇ ਜੀ ਅਸੀਂ ਸੂਬਾ ਸਰਕਾਰ ਨੂੰ ਕਈ ਵਾਰੀ ਆਖਿਆ, ਪਰ ਸੂਬਾ ਸਰਕਾਰ ਉਹਨਾਂ ਨੂੰ ਫੜਨ ਦੇ ਲਈ, ਉਹਨਾਂ ਦੀ ਪੁਣਛਾਣ ਕਰਨ ਦੇ ਲਈ ਸਾਨੂੰ ਬਹੁਤੀ ਗੰਭੀਰ ਜਾਪੀ ਨਹੀਂ। ਬਾਰਡਰ ਸਿਕਿਉਰਿਟੀ ਫੋਰਸ ਜਿਹਦਾ ਭਾਰਤ ਦੇ ਵਿੱਚ ਜ਼ਿੰਮਾ ਹੀ ਇਹ ਹੈ ਕਿ ਭਾਰਤ ਦਾ ਜਿਹੜਾ ਵੀ ਬਾਰਡਰ ਕਿਸੇ ਹੋਰ ਦੇਸ਼ ਦੇ ਨਾਲ ਲੱਗਦਾ ਉਸ ਬਾਰਡਰ ਦੀ ਰੱਖਿਆ ਕਰਨੀ ਹੈ, ਉਹ ਬਾਰਡਰ ਸਿਕਿਉਰਿਟੀ ਫੋਰਸ ਵਾਲੇ ਕਹਿੰਦੇ ਜੀ ਅਸੀਂ ਤਾਂ ਪਹਿਲਾਂ ਹੀ ਆਖਿਆ। ਉਹਨਾਂ ਨੇ 3 ਨਵੇਂ ਮੁੱਦੇ ਚੁੱਕੇ। ਉਹ ਕਹਿੰਦੇ ਜੀ ਬਹੁਤ ਡੂੰਘੇ ਮਾਈਨਿੰਗ ਵਾਲੇ ਨੇ ਟੋਏ ਪਾਤੇ ਆ, ਤੇ ਜਦੋਂ ਡੂੰਘੇ ਟੋਏ ਪੈ ਗਏ ਆ ਤੇ ਜਦੋਂ ਮੀਂਹ ਪੈਂਦਾ, ਬਰਸਾਤਾਂ ਹੁੰਦੀਆਂ, ਕਿਉਂਕਿ ਰਾਵੀ ਦਰਿਆ ਭਾਰਤ ਤੇ ਪਾਕਿਸਤਾਨ ਦੀ ਹੱਦ ਦੇ ਨਾਲ ਤੁਰਦਾ, ਉਹ ਕਦੇ ਕੰਡਿਆਲੀ ਤਾਰ ਤੋਂ ਪਰਲੇ ਪਾਸੇ, ਕਦੇ ਕੰਡਿਆਲੀ ਤਾਰ ਤੋਂ ਉਰਲੇ ਪਾਸੇ। ਉਹ ਕਹਿੰਦੇ ਜਦੋਂ ਬਹੁਤ ਡੂੰਘੇ ਟੋਏ ਪੈ ਗਏ, ਅੰਨੇ ਵਾਹ ਮਾਈਨਿੰਗ ਕੀਤੀ ਆ, ਤਾਂ ਰਾਵੀ ਦਰਿਆ ਦਾ ਕਈ ਜਗ੍ਹਾ ਤੇ ਰੁੱਖ ਹੀ ਬਦਲ ਕੇ ਭਾਰਤ ਵਾਲੇ ਪਾਸੇ ਨੂੰ ਆ ਗਿਆ, ਤੇ ਉਹਦੇ ਨਾਲ ਕਹਿੰਦੇ ਜੀ ਕੰਡਿਆਲੀ ਤਾਰ ਨੂੰ ਵੀ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ। ਹੁਣ ਕੰਡਿਆਲੀ ਤਾਰ ਬੜੀ ਔਖੀ ਲੱਗਦੀ ਹੈ, ਉੱਤੇ ਬਹੁਤ ਪੈਸਾ ਲੱਗਾ, ਉਹਦੇ ਤੋਂ ਬਾਅਦ ਬਹੁਤ ਸਾਰੀਆਂ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਵੀ ਹੋਈਆਂ, ਤਕਨੀਕ ਨਾਲ ਕਰੀ ਜਾਂਦੇ ਆ, ਵੱਖਰੀ ਗੱਲ ਹੈ। ਤੀਸਰੀ ਗੱਲ ਉਹ ਕਹਿੰਦੇ BSF ਵਾਲੇ, ਉਹ ਕਹਿੰਦੇ ਜੀ ਜਦੋਂ ਉੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ, ਟਰੈਕਟਰ ਵੀ ਚੱਲਦੇ ਆ, ਟਿੱਪਰ ਵੀ ਚੱਲਦੇ ਆ, ਪੋਕਲੇਨ ਮਸ਼ੀਨਾਂ ਵੀ ਚੱਲਦੀਆਂ, ਹੋਰ ਕਈ ਤਰ੍ਹਾਂ ਦੇ ਯੰਤਰ ਚੱਲਦੇ, ਉਹ ਕਹਿੰਦੇ ਜੀ ਆਵਾਜ਼ ਬੜੀ ਹੁੰਦੀ ਹੈ, ਤੇ ਅਸੀਂ ਅੱਜ ਕੱਲ੍ਹ ਕਹਿੰਦੇ ਜੀ ਜੂਝ ਰਹੇ ਹਾਂ ਡਰੋਨਾਂ ਨਾਲ, ਤੇ ਸਾਨੂੰ ਉੱਦਾਂ ਡਰੋਨ ਦਾ ਕੋਈ ਪਤਾ ਨਹੀਂ ਲੱਗਦਾ। ਅਸੀਂ ਤਾਂ ਪਿਨ ਡ੍ਰੌਪ ਸਾਇਲੈਂਸ ਚਾਹੁੰਦੇ ਹੁੰਦੇ ਹਾਂ ਕਿ ਸਾਹ ਦੀ ਵੀ ਆਵਾਜ਼ ਨਾ ਆਵੇ, ਕਿ ਜੇ ਕਿਤੇ ਸਾਨੂੰ ਦਰ ਦੀ ਆਵਾਜ਼ ਦੂਰੋਂ ਵੀ ਨਜ਼ਰ ਆਉਂਦੀ ਆ ਤੇ ਅਸੀਂ ਫਿਰ ਉੱਥੇ ਡਰੋਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇੱਧਰ ਕਹਿੰਦੇ ਜੀ ਪੋਕਲੇਨ ਮਸ਼ੀਨਾਂ ਤੇ ਟਿੱਪਰ ਚੱਲਦੇ ਹੁੰਦੇ ਆ, ਉੱਥੇ ਫਿਰ ਡਰੋਨ ਦੀ ਆਵਾਜ਼ ਕਿੱਦਾਂ ਸੁਣਨੀ ਹੈ। ਸਮਗਲਿੰਗ ਦੇ ਵਿੱਚ ਵੀ ਕਹਿੰਦੇ ਜੀ ਫਿਰ ਕੰਮ ਹੋ ਜਾਂਦਾ। ਹੁਣ ਕੇਂਦਰ ਦੀ ਸਰਕਾਰ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਖਿਆ ਕਿ ਤੁਸੀਂ ਭਾਈ ਅਗਲੀ ਤਰੀਕੇ ਥੋੜੀ ਜਿਹੀ ਡਿਟੇਲਡ ਰਿਪੋਰਟ ਲੈ ਕੇ ਆਓ। ਪੰਜਾਬ ਸਰਕਾਰ ਨੂੰ ਵੀ ਸੱਦਣਗੇ, ਪਰ ਮੈਂ ਕਹਿੰਦਾ ਸੰਧਾਲੀਆ ਸਾਹਿਬ ਕਿ ਜੇ ਸੱਚੀ ਮੁੱਚੀ ਇਹਦਾ ਇੰਨਾ ਹੀ ਖਤਰਾ ਹੈ, ਰਾਵੀ ਦਰਿਆ ਦੇ ਰੁੱਖ ਦਾ ਵੀ ਖਤਰਾ ਹੈ, ਜੇ ਡਰੋਨ ਦਾ ਵੀ ਖਤਰਾ ਹੈ, ਜੇ ਗੈਰ ਕਾਨੂੰਨੀ ਗਤੀਵਿਧੀਆਂ ਨਾ ਕਰੋ, 5 ਕਿਲੋਮੀਟਰ ਦੇ ਦਾਇਰੇ 'ਚ ਮਾਈਨਿੰਗ ਕੀ ਲੋੜ ਪਈ ਹੈ? ਸਾਡੇ ਕੋਲੇ ਬਥੇਰਾ ਆ ਪੰਜਾਬ 'ਚ, ਉਧਰਲੇ ਪਾਸਿਓਂ ਕਰ ਲਓ, ਹੋਰ ਬਥੇਰੇ ਪਾਸੇ ਰੇਤਾ ਹੈ। ਅਸੀਂ ਰੇਤਾ ਦੇ ਲਈ ਦੇਸ਼ ਦੀ ਸੁਰੱਖਿਆ ਖਤਰੇ 'ਚ ਨਹੀਂ ਨਾ ਪਾ ਸਕਦੇ, ਪਰ ਮਾਈਨਿੰਗ ਕਰੀ ਕੌਣ ਜਾਂਦਾ ਹੈ? ਨਾਜਾਇਜ਼ ਜੇ ਹੁੰਦੀ ਹੈ ਉਹਨਾਂ ਨੂੰ ਫੜਨਾ ਕਿਹਨੇ ਹੈ? ਇਹ ਤਾਂ ਜ਼ਿੰਮੇਵਾਰੀ ਕਿਸੇ ਦੀ ਤੈਅ ਹੋਣੀ ਚਾਹੀਦੀ ਨਾ। ਇਹ ਗੱਲ ਹੈਗੀ ਆ। ਤੁਸੀਂ ਦੇਖੋ, ਆਪਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ਿਕਰ ਕਰਦੇ ਰਹੇ ਨਾ ਕਿ ਵੀ ਯਾਰ ਜਿਹੜੀ ਬਾਰਡਰ ਵਾਲੀ ਗੱਲ ਆ, ਇੱਕ ਪਾਸੇ ਤਾਂ ਆਪਾਂ ਇਸ ਚੀਜ਼ ਦਾ ਰੌਲਾ ਪਾ ਕੇ ਬੈਠੇ ਆ ਵੀ ਨਾ ਸਾਡੀ ਬਣਦੀ ਨਹੀਂ, ਅਸੀਂ ਤਾਂ ਵਪਾਰ ਵੀ ਨਹੀਂ ਕਰਨਾ। ਵੀ ਵਪਾਰ ਦਾ ਮਤਲਬ ਇਹ ਹੋ ਗਿਆ ਵੀ ਦੁਨੀਆ ਭਰ 'ਚ ਆਪਾਂ ਦੇਖਦੇ ਹਾਂ ਵੀ ਕਈ ਦੇਸ਼ਾਂ ਨਾਲ ਵਪਾਰ ਆ, ਭਾਵੇਂ ਉਹਨਾਂ ਦਾ ਆਪਸ ਦੇ ਵਿੱਚ ਇੱਟ ਖੜਕਾ ਹੋਵੇ। ਹੁਣ ਅਮਰੀਕਾ ਚਾਈਨਾ ਵਾਲੇ ਕਿੰਨੇ ਕੁ ਇੱਕ ਦੂਜੇ ਨੂੰ ਪਿਆਰ ਨਾਲ ਮਿਲਦੇ ਆ, ਪਰ ਹੁਣ ਉੱਥੇ ਕਿਹੜੀਆਂ ਚੀਜ਼ਾਂ ਜਾਂਦੀਆਂ ਨਹੀਂ। ਹੁਣ ਰਸ਼ੀਆ ਦੇ ਨਾਲ ਭਾਵੇਂ ਰੇੜਕਾ ਪਿਆ ਵੀ ਹੈ, ਪਰ ਉਹਦੇ ਬਾਵਜੂਦ ਜੋ ਰਸ਼ੀਆ ਕੋਲ ਲਈ ਜਾਂਦੇ ਨੇ। ਹੁਣ ਜੇ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਬੜਾ ਰੌਲਾ ਪਿਆ ਜੀ ਇਸ ਪਾਸਿਓਂ ਵੀ ਮਹਾਰਾਜ ਇੱਧਰ ਆ ਸਬਜ਼ੀ ਸਾਡੀ ਰੁਲਣ ਡਈ ਆ ਤੇ ਤੁਸੀਂ ਚੱਕ ਕੇ ਤਾਰੋਂ ਪਾਰ ਪਹੁੰਚਾ ਦਿਓ, ਨਾਲੇ ਤਾਂ 4 ਪੈਸੇ ਮਿਲ ਜਾਣ। ਉਹ ਕਹਿੰਦਾ ਨਾ ਇਹ ਕੀ ਪਤਾ ਟਮਾਟਰਾਂ 'ਚ ਕੀ ਲੈਣਾ ਰੱਖ ਕੇ, ਹੁਣ ਡਰੋਨ ਨਾ ਭੇਜ ਦਈਏ। ਹੁਣ ਮਤਲਬ ਇਹ ਹੋ ਗਿਆ ਵੀ ਇੱਕ ਪਾਸੇ ਤਾਂ ਆਪਾਂ ਨੂੰ ਇੰਨਾ ਹਵਾ ਜਾਪਦਾ ਵੀ ਜੇ ਕੋਈ ਮੰਨ ਲਓ ਸਹੀ ਤਰੀਕੇ ਨਾਲ ਵੀ ਕੁਛ ਹੁੰਦਾ, ਦੂਜੇ ਪਾਸੇ ਆਪਾਂ ਜਦੋਂ ਇਹੋ ਜਿਹੀ ਗੱਲ ਤੁਹਾਡੀ ਠੀਕ ਹੈ, ਜੇ ਉਹਨਾਂ ਦਾ ਸ਼ੱਕ ਹੈ ਤਾਂ ਉਹ ਸਹੀ ਵੀ ਹੋ ਸਕਦਾ। ਹੁਣ ਆਪਾਂ ਇਸ ਤੋਂ ਪਹਿਲਾਂ ਕਈ ਵਾਰਾਂ ਸੁਣਦੇ ਗਿਣਦੇ ਹੋਣਾ ਵੀ ਆਹ ਭੇਸ ਵਟਾ ਕੇ ਕਈ ਬੰਦੇ ਆ ਗਏ। ਹੁਣ ਕੀ ਪਤਾ ਜੇ ਮੰਨ ਲਓ ਅਗਲਾ ਬੰਦਾ ਆਉਂਦਾ ਵੀ ਯਾਰ ਫਲਾਨਾ ਬੜਾ ਕੰਮ ਹੈ ਵੀ ਬਹੁਤ ਕਈ ਵਾਉਂਦਾ ਵਾ, ਕੀ ਪਤਾ ਕਈ ਵਾਉਣ ਵਾਲਾ ਕਿੱਥੋਂ ਆਇਆ ਉਹ, ਜਾਂ ਉਹ ਜਿਹੜਾ ਟਰੱਕ ਵਾਲਾ, ਜਾਂ ਮੈਂ ਨਹੀਂ ਆਂਦਾ ਵੀ ਸਾਰੇ ਬੰਦੇ ਹੁੰਦੇ, ਕੀ ਪਤਾ ਹੁੰਦਾ ਵੀ ਕਿੰਨੇ ਕਿੱਥੋਂ ਕਿਹਦੀ ਤਾਰ ਕਿਹਦੇ ਨਾਲ ਜੁੜੀ ਹੈ। ਹੁਣ ਜੇ ਬਾਰਡਰ ਦੇ ਬਿਲਕੁਲ ਲਾਗੇ ਇੰਨਾ ਸਾਰਾ ਕੁਝ ਸੈਂਸਿਟਿਵ ਕੰਮ ਆ, ਤੇ ਉਹ ਗੱਲ ਤੁਹਾਡੀ ਠੀਕ ਆ ਵੀ ਯਾਰ ਰੇਤ ਜਾਂ ਮੈਨੂੰ ਯਾਦ ਆਉਂਦੀ ਉਹ ਸਿੱਧੂ ਸਾਹਿਬ ਦੀ ਗੱਲ, ਉਹ ਕਹਿੰਦੇ ਨੇ ਪੰਜਾਬ 'ਚ 200 ਸਾਲ ਦਾ ਰੇਤਾ ਬੱਜਰੀ ਪਿਆ ਹੈ ਨਾ। ਹੁਣ ਜੇ 200 ਸਾਲ ਦਾ ਰੇਤਾ ਬੱਜਰੀ ਪੰਜਾਬ 'ਚ ਪਿਆ ਤੇ 200 ਸਾਲ ਦੇ ਵਿੱਚ ਰੇਤ ਬੱਜਰੀ ਹੋਰ ਵੀ ਆਊਗਾ ਹੀ। ਆ ਹੁਣ ਹੜ੍ਹਾਂ ਦੀ ਆਪਾਂ ਗੱਲ ਕਰ ਲਈ ਤਾਂ ਵੀ ਕਿੰਨੀ ਰੇਤ ਤੇ ਕਿੰਨੀ ਬੱਜਰੀ ਚੜ੍ਹ ਗਈ ਪਹਾੜਾਂ 'ਚ, ਅਜੇ ਵੀ ਤਾਂ ਤੁਰਿਆ ਹੀ ਆਉਂਦਾ ਸਾਰਾ ਕੁਝ ਥੱਲੇ। ਹੁਣ ਇਹ ਤਾਂ ਹੈ ਨਹੀਂ ਗਾ ਵੀ ਉੱਪਰੋਂ ਪਹਾੜ ਖੁਰਨਾ ਜਾਂ ਪਾਣੀ ਆਉਣਾ, ਉਹ ਨਹੀਂ ਹਿਮਾਚਲ ਵਾਲਿਆਂ ਨੇ ਛਾਣ ਨਹੀਂ ਲਾ ਕੇ ਘੱਲਿਆ ਕਰਨਾ, ਗਾਹ ਨਹੀਂ ਆਇਆ ਕਰਨਾ, ਇੱਦਾਂ ਤਾਂ ਹੋਣਾ ਨਹੀਂ, ਆਉਣਾ ਹੀ ਆ ਸਾਰਾ ਕੁਝ ਥੱਲੇ। ਸੋ ਗੱਲ ਤੁਹਾਡੀ ਠੀਕ ਹੈ ਵੀ ਜੇ ਤਾਂ ਇਸ ਪਾਸੇ ਹੁਣ ਮੰਨ ਲਓ ਵੀ ਹਾਰ ਕੇ ਹੁਣ ਅਦਾਲਤਾਂ ਨੇ ਆਣ ਕੇ ਰੋਕਾਂ ਲਾਉਣੀਆਂ, ਤੇ ਫਿਰ ਮਾੜੀ ਗੱਲ ਹੈ। ਜਿਹੜੇ ਬੰਦਿਆਂ ਦੀ ਕੋਈ ਡਿਊਟੀ ਬਣਦੀ ਹੋਊਗੀ ਵੀ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ, ਤਾਂ ਮਤਲਬ ਨਹੀਂ ਨਿਭਾਈ। ਸੰਧਾਲੀਆ ਸਾਹਿਬ ਨਿਭਾਉਣੀ ਚਾਹੀਦੀ ਹੈ ਡਿਊਟੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਸਰਬਜੀਤ ਸਿੰਘ ਝਿੰਜਰ ਸਾਹਿਬ ਪ੍ਰਧਾਨ ਬਣਾਏ ਸੀ, ਉਹਨਾਂ ਨੇ ਸਰਗਰਮੀ ਸ਼ੁਰੂ ਕਰਤੀ। ਉਹ ਫਿਰ ਆਪਣੇ ਯੂਥ ਵਿੰਗ ਨੂੰ ਲੈ ਕੇ ਗਏ ਚੰਡੀਗੜ੍ਹ। ਉਹ ਕਹਿੰਦੇ ਹੜ੍ਹਾਂ ਦੇ ਮੁੱਦੇ ਤੇ ਅਸੀਂ ਰਾਜਾ ਵੜਿੰਗ ਸਾਹਿਬ ਨੂੰ ਵੀ ਕਹਿਣਾ ਕਿ ਤੁਸੀਂ ਜ਼ੋਰਦਾਰ ਮੰਗ ਕਰੋ ਭਾਈ, ਵਿਰੋਧੀ ਧਿਰ 'ਚੋਂ ਤੁਹਾਡੀ ਡਿਊਟੀ ਹੈ। ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣਾ ਕਿ ਹੜ੍ਹ ਪੀੜਤਾਂ ਦੀ ਮਦਦ ਕਰੋ ਭਾਈ। ਹੁਣ ਗਏ ਤਾਂ ਚੰਡੀਗੜ੍ਹ ਪੁਲਿਸ ਨੇ ਰੋਕਣੇ ਸੀ, ਰੋਕ ਹੀ ਲੈ, ਚਲੋ ਰੋਕ ਲੈ। ਥੋੜ੍ਹੀ ਬਹੁਤ ਬਹਿਸ ਵੀ ਹੋਈ, ਅਕਾਲੀ ਦਲ ਨੇ ਸਰਗਰਮੀ ਪਾਈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹਦੇ ਤੋਂ ਬਾਅਦ ਨਾ ਜਦੋਂ ਚੰਡੀਗੜ੍ਹ ਪੁਲਿਸ ਵਾਲੇ ਨੇ ਕਿਹਾ ਸਾਨੂੰ ਦਿਓ ਮੰਗ ਪੱਤਰ, ਅਸੀਂ ਰਾਜਾ ਵੜਿੰਗ ਹੋਰਾਂ ਨੂੰ ਪਹੁੰਚਾ ਦਿਆਂਗੇ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਹੁੰਚਾ ਦਿਆਂਗੇ। ਮੰਗ ਪੱਤਰਾਂ ਦੇ ਨਾਲ ਨਾ ਉਹਨਾਂ ਨੇ 2 ਲੱਡੂਆਂ ਦੇ ਡੱਬੇ ਭੇਜੇ, ਇੱਕ ਰਾਜਾ ਵੜਿੰਗ ਸਾਹਿਬ ਨੂੰ ਤੇ ਦੂਜਾ ਭਗਵੰਤ ਮਾਨ ਸਾਹਿਬ ਨੂੰ। ਹੁਣ ਪੱਤਰਕਾਰਾਂ ਨੇ ਪੁੱਛਿਆ ਜੀ ਲੱਡੂ ਕਾਹਦੇ ਲਈ ਮੰਗ ਪੱਤਰ ਹੁੰਦਾ ਹੈ?
ਉਹ ਕਹਿੰਦੇ ਗੱਠਜੋੜ ਹੋਇਆ ਨਵਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋਇਆ। ਰਾਜਾ ਵੜਿੰਗ ਸਾਹਿਬ ਨੂੰ ਜਿਹੜਾ ਮੰਗ ਪੱਤਰ ਭੇਜਿਆ ਉਹਦੇ ਵਿੱਚ ਵੀ ਉਹਨਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦਾ ਉਪ ਮੁੱਖ ਮੰਤਰੀ ਲਿਖਿਆ। ਯਾਨੀ ਕਿ ਹੁਣ ਕਟਾਕਸ਼ ਭਰਪੂਰ ਢੰਗ ਅਕਾਲੀ ਦਲ ਨੇ ਵੀ ਅਪਣਾ ਲਿਆ, ਸਰਗਰਮੀ ਵੀ ਸ਼ੁਰੂ ਕਰਤੀ ਹੈ। ਨਹੀਂ ਆਪਾਂ ਤੇ ਮੇਰਾ ਖਿਆਲ ਜਿੱਦਣ ਜੇ ਗੱਠਜੋੜ ਹੋਣਾ ਸੀ ਉਹ ਤੋਂ ਪਹਿਲਾਂ ਦੇ ਕਹਿੰਦੇ ਜੀ ਇਹ ਉਦਾਂ ਹੁੰਦਾ ਨਾ ਵੀ ਜੀ ਯਾਰ ਜੇ ਤੁਸੀਂ ਇਦਾਂ ਕਰ ਲਿਆ ਤਾਂ ਇਦਾਂ ਹੋਣਾ ਜੀ ਹੈ ਨਾ। ਇਹ ਉਹ ਚੀਜ਼ ਹੋ ਗਈ ਵੀ ਉਹ ਪਹਿਲਾਂ ਤੇ ਰੌਲਾ ਸੀ। ਇਧਰੋਂ ਬਥੇਰਾ ਪੰਜਾਬ ਕਾਂਗਰਸ ਵਾਲੇ ਲੀਡਰਾਂ ਨੇ ਆਖਿਆ ਵੀ ਅਸੀਂ ਨਹੀਂ ਮੰਨਦੇ ਅਸੀਂ ਜਾ ਕੇ ਉੱਥੇ ਗੱਲ ਵੀ ਕਰਾਂਗੇ, ਵੇਖੋ ਕਿਤੇ ਆਹ ਕੰਮ ਨਾ ਕਰ ਦਿਓ। ਹੁਣ ਉਹ ਕੇਂਦਰ ਦੀ ਲੀਡਰਸ਼ਿਪ ਨੂੰ ਲੱਗਿਆ ਉਹ ਕਾਂਗਰਸ ਪਾਰਟੀ ਵਾਲਿਆਂ ਨੂੰ ਵੀ ਨਹੀਂ ਯਾਰ ਸਾਡਾ ਸਰਦਾ ਨਹੀਂ। ਹੁਣ ਮੈਨੂੰ ਲੱਗਦਾ ਵੀ ਇਹ ਡੱਬਿਆਂ ਵਾਲੀ ਜਿਹੜੀ ਸਿਆਸਤ ਹੈ ਨਾ, ਜਾਂ ਜਿਹੜੀ ਇਹ ਇੱਕ ਦੂਸਰੇ ਦੇ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਕਹਿਣ ਵਾਲੀ ਗੱਲਬਾਤ, ਇਹ ਆਉਣ ਵਾਲੇ ਦਿਨਾਂ 'ਚ ਵਧਣੀ ਹੈ। ਤੁਸੀਂ ਦੇਖੋ ਵੀ ਅਜੇ ਤੇ ਨਵੇਂ ਪ੍ਰਧਾਨ ਝੰਜਰ ਸਾਹਿਬ ਬਣਾਏ ਸੀ, ਉਹਨਾਂ ਨੇ ਆਪਣੀ ਕਾਰਵਾਈ ਪਾਤੀ। ਉਹਨਾਂ ਦੀ ਕਾਰਵਾਈ ਨੂੰ ਪੈਂਦਿਆਂ ਦੇਖ ਕੇ ਇੱਕ ਹੋਰ ਪ੍ਰਧਾਨ ਬਣਾਏ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ, ਮਹਿਲਾ ਵਿੰਗ ਤੋਂ ਬੀਬੀ ਜੀ ਨੇ, ਉਹਨਾਂ ਨੇ ਵੀ ਅਜੇ ਸਰਗਰਮੀ ਸ਼ੁਰੂ ਕੀਤੀ ਹੈ। ਹੋ ਸਕਦਾ ਵੀ ਇਸ ਕਾਰਵਾਈ ਤੋਂ ਬਾਅਦ ਥੋੜ੍ਹਾ ਬਹੁਤ ਪ੍ਰੈਸ਼ਰ ਉਹ ਵੀ ਫੀਲ ਕਰਨ ਵੀ ਹੁਣ ਜੇ ਪ੍ਰਧਾਨ ਇੱਕ ਡੱਬਾ ਹੋਰ ਵੀ ਜਾ ਸਕਦਾ ਉਧਰ ਨੂੰ, ਕੀ ਪਤਾ ਹੁੰਦਾ। ਉਹ ਕਹਿੰਦਾ ਵੀ ਹਾਂ ਜੇ ਪ੍ਰਧਾਨਗੀ ਉਧਰ ਗਈ ਹੈ ਉਹਨਾਂ ਨੇ ਇੱਕੋ ਗੱਲ ਕਹਿਣੀ ਆ ਵੀ ਕਿਲੋ ਦੀ ਜਗ੍ਹਾ ਤੇ ਪਾਈਆ ਖਾ ਲਓ ਪਰ ਬਰਫੀ ਹੋ ਜਾਏ ਤੇ ਚੰਗਾ। ਮਤਲਬ ਇਹ ਆ, ਦੇਖੋ ਕੋਈ ਇਹਨੂੰ ਇਹ ਕਹੇ ਵੀ ਹਾਂ ਵਿਰੋਧੀ ਕਰਨਗੇ ਜਿਹੜੇ ਵਿਰੋਧੀ ਧਿਰ 'ਚ ਨੇ। ਕੱਲ੍ਹ ਨੂੰ ਕੋਈ ਆਮ ਆਦਮੀ ਪਾਰਟੀ ਵਿਰੋਧੀ ਧਿਰ ਚੱਲ ਗਈ ਉਹ ਕਿਹੜਾ ਕਰਨਗੇ ਨਹੀਂ। ਮਤਲਬ ਇਹ ਆ ਕਿ ਵੀ ਜਿੱਥੇ ਸਿਆਸਤਦਾਨਾਂ ਨੂੰ ਜਿਵੇਂ ਲੱਭਦਾ ਵੀ ਯਾਰ ਇੱਥੇ ਹੁਣ 4 ਦਿਨ ਖਬਰਾਂ 'ਚ ਰਿਹਾ ਜਾ ਸਕਦਾ, ਅਗਲੇ ਕਰਨਗੇ। ਮਹਾਰਾਜ ਚਲੀਏ, ਤੁਸੀਂ ਲੱਡੂਆਂ ਦੇ ਚਾਅ 'ਚ 1 ਮਿੰਟ ਵੱਧ ਹੀ ਲਾਤਾ। ਚਲੋ ਕੋਈ ਗੱਲ ਨਹੀਂ, ਛੁੱਟੀਆਂ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ, ਉਹਦੇ ਲਈ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।